किसानी संघर्ष नूं 75 दिन तो ज़्यादा हो चुके ने ते लगातार किसान जिहड़े ने दिल्ली दियां सरहदां ते बैठे हुए ने ते सोच के बैठे ने कि ਜਦੋਂ तक बिल रद्द नहीं होंगे, चाहे 1 साल बहना पै जाए, 2 साल बहना पै जाए, जब तक बिल रद्द नहीं होंगे उदों तक कर नहीं जावांगे। तो एक तस्वीर तुहाडे राही साझी करांगा। सब तो पहला बाबा जी तो शुरू करांगे। बाबा जी पेड़े कर रहे ने। बाबा जी पेड़े कर रहे हो तुसी ते वेट की कर रहे हो? वेट ये बराबर आंदा ਉਹਦੇ ਨਾਲ वेट ना जी, मतलब एक सार आऊगा, कोई घट ਵੱਧ नहीं, कोई नहीं आऊगा जी। ये गल ये वेट तो बाद एक और तस्वीर थोड़े राही साझियां करांगा। देख सकते हो मशीन ਜਿਹੜੀ रखी हुई है, मशीन रखी हुई है, ਇਹਦੇ ਵਿੱਚ ਜਿਹੜੇ ਪਿਆਜ਼ ਨੇ ਗੰਡੇ ਕਹਿ ਦਿੰਦੇ ਆਪਾਂ, ਇਹਦੇ ਵਿੱਚ ਉੱਤੋਂ ਸਬੂਤੇ ਜਾਂਦੇ ਨੇ, ਕਿੱਦਾਂ ਜਾਂਦੇ ਨੇ ਪੂਰੇ ਛਿਲਕਾ ਲਾ ਕੇ। ਤੇ ਬਾਬਾ ਜੀ ਕਿੱਦਾਂ ਜਾਂਦੇ? 1 ਮਿੰਟ ਹੁਣ ਮੈਂ ਤੁਹਾਨੂੰ ਪੂਰਾ ਕੰਪਲੀਟ ਦੱਸਣਾ। ਐਸੇ ਗੰਡੇ ਕਟਵਾਈ ਦੇ, ਠੀਕ ਹੈ ਜੀ। ਇਹ ਗੰਡੇ ਕਟਵਾ ਕੇ ਇਹ ਤੁਹਾਡੇ ਸਾਹਮਣੇ ਹੁਣ ਅਸੀਂ ਇਹ ਪ੍ਰੈਕਟੀਕਲੀ, ਥਿਓਰੀਕਲ ਨਹੀਂ, ਪ੍ਰੈਕਟੀਕਲੀ ਇਹ ਤੁਹਾਨੂੰ ਦਿਖਾਉਂਦੇ ਕਿ ਵੀ ਕਿਸ ਤਰੀਕੇ ਨਾਲ ਮਸ਼ੀਨ ਚੱਲਦੀ ਹੈ, ਕਿਸ ਤਰੀਕੇ ਨਾਲ ਇਹ ਗੰਡੇ ਵੱਢਦੇ। ਇਹ ਸਾਡੇ ਕੋਲ ਗੰਡੇ ਤਿਆਰ ਹੈ। ਅਸੀਂ ਹੁਣ ਕੀ ਕੀਤਾ, ਮਸ਼ੀਨ ਚਾਲੂ ਕੀਤੀ ਹੈ। ਮਸ਼ੀਨ ਚਾਲੂ ਕਰਨ ਤੋਂ ਬਾਅਦ ਯਾਨੀ ਕਿ ਇਹ ਸਾਡੇ ਕਟਿੰਗ ਹੋ ਜਾਂਦੀ ਹੈ। ਜਿਹੜੇ ਗੰਡੇ ਨੇ ਇਹ ਕਟਿੰਗ ਹੋ ਜਾਂਦੇ ਆ, ਠੀਕ ਹੈ ਜੀ। ਤੇ ਨਾਲੇ ਜਿਹੜੀ ਸਾਡੀ ਇਹ ਸ਼ਿਮਲਾ ਮਿਰਚ ਹੈਗੀ ਹੈ, ਅਸੀਂ ਸ਼ਿਮਲਾ ਮਿਰਚ ਛੋਟੇ ਛੋਟੇ ਪੀਸਿਸ ਆਪਣੇ ਹੱਥ ਨਾਲ ਕੱਟਨੇ ਆ, ਠੀਕ ਹੈ ਨਾ, ਕਿਉਂਕਿ ਹਾਂ ਆਪਣੇ ਹੱਥ ਨਾਲ ਕੱਟੀ ਦੀ। ਸਵੀਟ ਕੋਰਨ ਦਾ ਪੈਕੇਟ ਆਉਂਦਾ? ਹਾਂ, ਸਵੀਟ ਕੋਰਨ ਦਾ ਵੀ ਪੈਕੇਟ ਆਉਂਦਾ, ਨਾਲ ਜਿਹੜਾ ਹੋਰ ਇੰਟੀਰੀਅਰ ਵਿੱਚ ਪੈਂਦਾ ਹੈਗਾ ਉਹ ਸਾਰਾ ਅਸੀਂ ਆਪਣੇ ਹਿਸਾਬ ਨਾਲ ਲੈ ਕੇ ਚੱਲਨੇ ਹੈਗਾ। ਤੇ ਪੇੜੇ ਕਿਸ ਲਈ ਹੋ ਰਹੇ ਨੇ? ਗੰਡੇ ਕਿਸ ਲਈ ਵੱਡੇ ਜਾ ਰਹੇ ਨੇ? ਮਸ਼ੀਨ ਲਾਈ ਹੋਈ ਹੈ ਤੇ ਸੀਕੁਐਂਸ ਵਾਈਜ਼ ਤੁਹਾਨੂੰ ਦਿਖਾਵਾਂਗੇ। ਇਸ ਤੋਂ ਬਾਅਦ ਦਾ ਪ੍ਰੋਸੀਜਰ ਕੀ ਹੈ ਸ਼ਿਮਲਾ ਮਿਰਚ ਤੋਂ ਬਾਅਦ ਦਾ? ਮਿਰਚ ਅਸੀਂ ਮਿਕਸ ਕਰ ਲਈਦਾ। ਇਹ ਤੁਹਾਡੇ ਸਾਹਮਣੇ ਹੈਗਾ। ਇਹ ਸ਼ਿਮਲਾ ਮਿਰਚ ਕੱਟ ਕੇ ਅਸੀਂ ਮਿਕਸ ਕਰ ਲਈਦਾ। ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਮਤਲਬ ਹੁੰਦਾ ਆਪਣਾ ਕਰੀਮ ਹੈਗੇ, ਕਰੀਮ ਦੇ ਨਾਲ ਅਸੀਂ ਚੀਜ਼ ਪਾਈ ਦੀ ਹੈ, ਕੋਨ ਪਾਈ ਦਿਆ ਹੈ, ਤਾਂ ਕਿ ਇੱਕ ਸਹੀ ਤਰੀਕੇ ਦੀ ਚੀਜ਼ ਸਹੀ ਸੰਗਤ 'ਚ ਵਰਤੇ। ਦੇਖੋ ਪਹਿਲੇ ਪੇੜੇ ਹੋ ਗਏ, ਉਸ ਤੋਂ ਬਾਅਦ ਬੇਸ ਪਹਿਲੇ ਬੇਸ ਕੋਲ ਸੀਕੁਐਂਸ ਵਾਈਜ਼ ਦਿਖਾਵਾਂਗੇ ਕਿ ਜਿਹੜਾ ਬੇਸ ਹੈ ਇੱਥੇ ਤਿਆਰ ਹੁੰਦਾ। ਕਿਸ ਤਰ੍ਹਾਂ ਤਿਆਰ ਹੁੰਦਾ ਹੈ? ਸਾਡਾ ਜਿਹੜਾ ਅਸੀਂ ਪੇੜਾ ਤਿਆਰ ਕਰਦੇ ਆ 250 ਗ੍ਰਾਮ ਦਾ ਇੱਕ ਪੇੜਾ ਹੁੰਦਾ ਹੈ, 260 ਗ੍ਰਾਮ ਦਾ ਇੱਕ ਪੇੜਾ ਹੁੰਦਾ। ਫਿਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਪੇੜੇ ਪੂਰੇ ਇੱਕਦਮ ਇਕੁਅਲ, ਸਭ ਯਾਨੀ ਕਿ ਇਕੁਅਲ, ਕੋਈ ਐ ਨਹੀਂ ਕਿ ਵੀ ਕਿਸੇ 'ਚ ਘੱਟ ਕਰੀਏ ਵੱਧ ਕਰੀਏ, ਕੁਆਲਿਟੀ ਕਿਸੇ ਨੂੰ ਵਧੀਆ ਖਵਾਈਏ ਕਿਸੇ ਨੂੰ ਘਟੀਏ, ਕੋਈ ਨਾ, ਸਭ ਬਸ ਇਕੁਅਲ ਕੁਆਲਿਟੀ ਹੈ। ਜੋ ਇਹ ਸੰਗਤ ਵਾਸਤੇ ਸਾਰਾ ਇਕੁਅਲ ਹੀ ਚੱਲੀਦਾ। ਭਾਜੀ ਤੋਂ ਵੀ ਗੱਲ ਕਰਦੇ ਆ। ਭਾਜੀ ਪੀਜ਼ਾ ਬਣਾਉਣਾ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ? ਐਕਚੁਅਲੀ ਭਾਜੀ ਜਿੱਥੇ ਅਸੀਂ ਸੰਸਥਾ ਨਾ ਧੰਨ ਗੁਰੂ ਰਾਮਦਾਸ ਲੰਗਰ ਸੇਵਾ, ਅਸੀਂ ਉੱਥੋਂ ਹੁਸ਼ਿਆਰਪੁਰ ਤੋਂ ਅਸੀਂ ਉੱਥੇ ਹਰ ਹਫਤੇ ਦੇ ਹਫਤੇ ਸੰਡੇ ਦੇ ਸੰਡੇ ਪੀਜ਼ੇ ਦਾ ਲੰਗਰ ਲੱਗਦਾ। ਅਸੀਂ ਉੱਥੋਂ ਹੀ ਸਿੱਖ ਕੇ ਆਏ ਇੱਥੇ। ਹਾਂਜੀ, ਕਦੇ ਸੋਚਿਆ ਸੀਗਾ ਕਿ ਪੀਜ਼ੇ ਬਣਾਉਂਗੇ ਜਾਂ ਫਿਰ ਹੋਰ? ਬਾਬਾ ਜੀ ਤੁਸੀਂ ਸੋਚਿਆ ਸੀਗਾ ਕਦੇ ਪੀਜ਼ੇ ਬਣਾਉਂਗੇ ਇੱਥੇ ਆ ਕੇ? ਮੈਂ ਤੁਹਾਨੂੰ ਦੱਸਣਾ ਕਿ ਵੀ ਇਹ ਜਿਹੜੀ ਸਾਡੀ ਇਹ ਸੇਵਾ ਵੇ ਨਾ, ਇਹ ਸਾਡੀ ਸੇਵਾ ਆਪਣਾ ਗੁਰੂ ਰਾਮਦਾਸ ਲੰਗਰ ਸੇਵਾ ਜਿਹੜੀ ਹੈਗੀ ਹੈ ਹੁਸ਼ਿਆਰਪੁਰ ਪੁਰਹਿਰਾਂ 'ਚ, ਉੱਥੇ ਅਸੀਂ ਜਿਹੜੇ ਯਾਨੀ ਕਿ 6 ਦਿਨ ਸੇਵਾ ਕਰਦੇ ਨੇ ਨਾ, ਉਹਨਾਂ ਨੂੰ 7ਵੇਂ ਦਿਨ ਸੁਖਮਨੀ ਸਾਹਿਬ ਦਾ ਪਾਠ ਤੋਂ ਬਾਅਦ ਉਹਨਾਂ ਨੂੰ ਪਰਟੀਕੂਲਰ ਅਸੀਂ ਪੀਜ਼ਾ ਛਕਾਈਦਾ ਹੀ ਛਕਾਈਦਾ। ਇਹ ਅੱਜ ਦਿਨ ਅਸੀਂ ਸ਼ੁਰੂ ਤੋਂ ਹੀ ਛਕਾਉਂਦੇ ਆ ਰਹੇ ਹਾਂ। ਲੇਕਿਨ ਇੱਥੇ ਆ ਕੇ ਅਸੀਂ ਆਏ ਸੀ ਤੇ ਮਾਹੌਲ ਦੇਖਿਆ ਕਿ ਬਈ ਕਿਸਾਨ ਅੰਦੋਲਨ ਵਿੱਚ ਜਿਹੜੇ ਕਿਸਾਨ ਆਏ ਨੇ ਜਾਂ ਹੋਰ ਜਿਹੜੇ ਆਏ ਨੇ, ਉਹਨਾਂ ਸਭ ਵਾਸਤੇ ਅਸੀਂ ਇੱਕ ਨਵੀਂ ਚੀਜ਼ ਕੀਤੀ ਹੈ। ਤੇ ਇਹ ਕਿਸਾਨੀ ਹੀ ਚੀਜ਼, ਕਣਕ ਤੋਂ ਮੈਦਾ ਤਿਆਰ ਹੋਇਆ, ਮੈਦੇ ਤੋਂ ਦੇਖੋ ਨਾਲੇ ਗੰਡੇ ਵੀ ਉੱਥੇ ਕਿਸਾਨ ਹੀ ਬੋਂਦਾ, ਮਿਰਚ ਵੀ ਜਿਹੜੀ ਉਹ ਵੀ ਕਿਸਾਨ ਬੋਂਦਾ। ਇਹ ਕੋਈ ਬਾਹਰੋਂ ਚੀਜ਼ ਨਹੀਂ ਆਈ ਹੋਈ ਹੈ, ਆਪਣੇ ਇੰਡੀਅਨ ਹੈਗੇ, ਇੰਡੀਅਨ ਦੇ ਹਿਸਾਬ ਦੇ ਨਾਲ ਹੀ ਅਸੀਂ ਚੱਲ ਰਹੇ ਹਾਂ, ਨਾ ਕਿ ਬਾਹਰ ਦੀ ਕੋਈ ਚੀਜ਼ ਨੂੰ ਅਸੀਂ ਪ੍ਰੋਡਕਟ ਕਰ ਰਹੇ ਹਾਂ। ਮੈਂ ਹਾਲੇ ਇੱਕ ਪੋਸਟ ਦੇਖ ਰਿਹਾ ਸੀਗਾ, ਟਕੈਤ ਸਾਹਿਬ ਨੇ ਪੋਸਟ ਪਾਈ ਸੀਗੀ ਇੱਕ, ਕਿ ਜਦੋਂ ਕਿਸਾਨ ਅੰਨ ਨਹੀਂ ਉਗਾਏਗਾ ਤੇ ਲੋਕੀ ਰਹਿਣਗੇ ਕਿੱਦਾਂ? ਤੇ ਥੱਲੇ ਇੱਕ ਬੰਦਾ ਕਮੈਂਟ ਕਰਦਾ ਕਿ ਅਸੀਂ ਬਿਸਕੁਟ ਖਾ ਕੇ ਸਾਰ ਲਾਂਗੇ। नहीं तो देखो गल सुनो, बिस्कुट केड़ा कि कोई मतलब बाहरों की चीज़ आनी ने, वो भी किसान ने बुने, कणक बुनी, कणक के विचों तुहाडे सूजी मैदा जो भी होना है तैयार होना है। आफ्टर ऑल आना पेगा किसान की ही गल दे नीचे आना पेगा। इन्हां नूं किसान दी जिहड़ियां मंगां हैगियां कि किसानां दे जिहड़े काले कानून लागू कीते इन्हां नूं बिल्कुल इन्हां नूं करना पेगा, क्लीयर करना पेगा, तद ही यह चीज़ कामयाब होएगी। मिक्सचर दे विच की हुंदा बाबा जी? मिक्स यानी सड़ी यानी कि सॉस असीं अपना उत्थों ही तैयार करके आए दे गुरु रामदास
ਮਹਾਰਾਜ ਉੱਥੋਂ ਲੰਗਰ ਸੇਵਾ ਤੋਂ ਅਸੀਂ ਉੱਥੋਂ ਹੀ ਇਹ ਤਿਆਰ ਕਰਕੇ ਲਿਆਉਂਦੇ ਹਾਂ, ਜਿਹੜੀ ਯਾਨੀ ਕਿ ਅਸੀਂ ਖੁੱਲੀ ਨਾ ਵਰਤਾ ਕੇ ਵਿੱਚ ਕਰਕੇ ਕਰੀਦੀ। ਤੇ ਕਿੰਨੇ ਦਿਨ ਰਹਿ ਜਾਂਦੀ ਹੈ, ਕਿਉਂਕਿ ਕਿਤੇ ਨਾ ਕਿਤੇ ਕਹਿੰਦੇ ਕਿ ਖੱਟੀ ਹੋ ਜਾਂਦੀ ਹੈ ਜਾਂ ਕੁਝ ਨਹੀਂ ਜੀ ਨੇ ਅਸੀਂ ਖੱਟਾਪਨ ਤਾਂ ਰਹਿਣ ਨਹੀਂ ਦਿੰਦੇ, ਕਿਉਂਕਿ ਇਹ ਸਾਡੇ ਯਾਨੀ ਕਿ 5 ਦਿਨ ਤੋਂ ਉੱਤੇ ਸਾਡੇ ਇੱਥੇ ਟਿਕਦਾ ਹੀ ਨਹੀਂ ਹੈਗਾ। 5 ਦਿਨ ਵਿੱਚ ਸਾਡੇ 4 ਕੈਨ ਲੱਗ ਜਾਂਦੇ ਹੈਗੇ, ਆਪਾਂ ਫਿਰ ਦੁਬਾਰਾ ਕਿੰਨੇ ਲੱਗ ਜਾਂਦੇ? 4 ਕੈਨ ਸਾਡੇ 5 ਦਿਨ ਲੱਗ ਜਾਂਦੇ ਹੈਗੇ। ਮਤਲਬ ਸਮਝਿਆ ਨਹੀਂ ਕਿੰਨੀ ਕੁਆਂਟੀਟੀ ਹੁੰਦੀ ਹੈ? ਇਹ ਤੁਹਾਡੇ ਸਾਹਮਣੇ ਪਏ ਹੈਗੇ ਜੀ, ਇਹਨਾਂ ਨੂੰ ਦੇਖ ਲਓ ਤੁਸੀਂ। ਇਹਦੇ 'ਚ ਸਾਡਾ 30 ਕਿਲੋ ਕਰੀਬ ਆ ਜਾਂਦਾ ਹੈਗਾ। 120-30 ਕਿਲੋ ਤੁਹਾਡਾ ਲੱਗ ਜਾਂਦਾ ਹੈ? ਨਹੀਂ 120 ਕਿਲੋ ਨਹੀਂ, ਇਹਦੇ 'ਚ ਮਸੇ ਜਾ ਕੇ 35 ਕਿਲੋ ਹੀ ਆਉਂਦੀ ਹੈਗੀ। 4 ਕੈਨ ਕਹਿ ਰਹੇ ਹੋ ਨਾ ਤੁਸੀਂ ਲੱਗ ਜਾਂਦੇ ਆ, ਹਾਂਜੀ। ਤੇ 3 ਚੌਕੇ 12, ਹਾਂਜੀ। 130 ਲਾ ਲਓ, 40 ਲਾ ਲਓ, ਇੱਕ ਹਫ਼ਤੇ ਦੇ ਵਿੱਚ। ਹਾਂਜੀ। ਉਸ ਤੋਂ ਬਾਅਦ ਬੇਸ ਲੱਗਣ ਤੋਂ ਬਾਅਦ ਫਿਰ ਲੱਗਣ ਤੋਂ ਬਾਅਦ ਇਹ ਸਾਡਾ ਯਾਨੀ ਕਿ ਜਿਹੜਾ ਅਸੀਂ ਮਟੀਰੀਅਲ ਪਾਉਂਦੇ ਹੈਗੇ ਆ, ਦੇਖੋ ਇਹਦੇ 'ਚ ਗੰਡਾ ਵੀ ਹੈਗਾ, ਸ਼ਿਮਲਾ ਮਿਰਚ ਵੀ ਹੈਗੇ ਆ, ਤੁਹਾਡਾ ਕੌਨ ਵੀ ਹੈਗਾ, ਚੀਜ਼ ਪਾ ਰਹੇ ਹੋ। ਹਾਂ ਇਹ ਚੀਜ਼ ਹੈਗੀ ਹੈ ਜੀ। ਹਾਂਜੀ। ਤੇ ਇੱਕ ਦਿਨ ਦੀ ਮੈਂ ਗੱਲ ਕਰਾਂ ਕਿ ਇੱਕ ਦਿਨ ਦੇ ਵਿੱਚ ਕਿੰਨੇ ਪੀਜ਼ੇ ਬਣਦੇ ਨੇ, ਕਿੰਨੀ ਪੀਜ਼ਿਆਂ ਦਾ ਲੰਗਰ ਲੱਗਦਾ ਹੈ? ਕਿਉਂਕਿ ਲਾਈਨ ਆ, ਮੈਂ ਆਪਣੇ ਇੱਕ ਵਾਰੀ ਕੈਮਰਾ ਪਰਸਨ ਨੂੰ ਇੱਕ ਵਾਰੀ ਜ਼ਰੂਰ ਕਹੂੰਗਾ ਕਿ ਸਨਮ ਜੀ ਇੱਕ ਵਾਰੀ ਪੀਜ਼ੇ ਵਾਲੇ ਬਣ ਰਹੇ ਆ, ਕਿੰਨੀ ਦੇਰ ਬਾਅਦ ਵਰਤਾਏ ਜਾਣਗੇ ਬਾਹਰ ਲੰਗਰ? ਸਰ ਜੀ ਸਾਡੇ ਜਿਹੜੇ ਅਸੀਂ ਕੀ ਕਰਨੇ, ਪਹਿਲੇ ਆਪਣਾ ਇਹ ਸਾਰਾ ਸਟਾਕ ਇਕੱਠਾ ਕਰ ਲਈਦਾ। ਹਾਂ ਉਹਨੂੰ ਪੁੱਛ ਰਿਹਾ ਕਿ ਕਿੰਨੀ ਦੇਰ ਲੱਗੂਗੀ ਹੁਣ ਬਾਹਰ? ਹਾਲੇ ਅਸੀਂ 4 ਵਜੇ ਨਾਲ ਇਹ ਵਰਤਾਨਾ ਸ਼ੁਰੂ ਕਰ ਦੂੰਗੇ ਜੀ। 4 ਵਜੇ ਵਰਤਾਨਾ ਸ਼ੁਰੂ ਕਰ ਦੂੰਗੇ। ਤੇ ਟਾਈਮ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ, ਇੱਕ ਵਾਰੀ ਮੈਂ ਕਹੂੰਗਾ ਕਿ ਬਾਹਰ ਦੀਆਂ ਲਾਈਨਾਂ ਦੇਖ, ਟਾਈਮ ਤੋਂ ਪਹਿਲਾਂ ਹੀ ਜਿਹੜੀ ਕਤਾਰਾਂ ਨੇ ਬਾਹਰ ਦੇ ਵਿੱਚ ਲੱਗ ਚੁੱਕੀਆਂ ਨੇ, ਬੱਚੇ ਵੀ ਖੜੇ ਨੇ ਤੇ ਨੌਜਵਾਨ ਵੀ ਖੜੇ ਨੇ, ਬਜ਼ੁਰਗ ਵੀ ਇੱਥੇ ਖੜੇ ਨੇ। ਤਾਂ ਮੈਂ ਇੱਕ ਵਾਰੀ ਦਿਖਾਣਾ ਚਾਹਾਂਗਾ, ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰਾਉਣਾ ਚਾਹਾਂਗਾ ਕਿ ਟਾਈਮ ਤੋਂ ਪਹਿਲਾਂ ਹੀ ਦੇਖ ਸਕਦੇ ਹੋ ਕਿ ਕਤਾਰਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ, ਲੰਬੀਆਂ। ਤੇ ਇੱਕ ਦਿਨ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਇੱਕ ਦਿਨ ਦੇ ਵਿੱਚ ਕਿੰਨੇ ਪੀਜ਼ੇ ਜਿਹੜੇ ਨੇ ਉਹ ਲੰਗਰ ਲੱਗਦੇ? ਸਰ ਜੀ ਸਾਡੇ ਕੋਲ ਜਿਹੜੇ ਬੈਗ ਹੈਗੇ ਨੇ ਨਾ, ਅਸੀਂ ਬੈਗਾਂ 'ਚ ਪਹਿਲੇ ਆਪਣਾ ਸਟਾਕ ਇਕੱਠਾ ਕਰਕੇ, ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਕੋਲ ਡੱਬੇ ਰਹਿੰਦੇ ਅਸੀਂ ਡੱਬਿਆਂ ਵਿੱਚ ਵੀ ਕੰਪਲੀਟ ਕਰ ਲਈਦਾ। ਇਹਦੀ ਕੋਈ ਕਾਊਂਟਿੰਗ ਨਹੀਂ ਹੁੰਦੀ ਸਾਡੇ ਕੋਲ, ਅਸੀਂ ਬੇ ਕਾਊਂਟਿੰਗ ਹੀ ਚੱਲਦੇ ਹਾਂ ਕਿ ਇਹਦੀ ਕੋਈ ਅੱਜ ਤੱਕ ਗਿਣਤੀ ਮਿੰਤੀ ਨਹੀਂ ਕੀਤੀ। ਇਹ ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਅਪਾਰ ਕਿਰਪਾ ਹੈ, ਜਿਹੜੀ ਯਾਨੀ ਕਿ ਸਾਡੇ ਤੇ ਵਰਤੀ ਤੇ ਅਸੀਂ ਅੱਗੇ ਸੇਵਾ ਕਰਦੇ ਹਾਂ। ਇੱਕ ਡੱਬੇ ਕਹਿ ਸਕਦੇ ਤੁਸੀਂ, ਕਿੰਨੇ ਡੱਬੇ ਹੁੰਦੇ ਆ? ਫਿਰ ਵੀ ਇੱਕ ਰਾਉਂਡ ਫਿਗਰ ਹੁੰਦਾ ਕਿ ਸਾਡੇ ਕੋਲ 125 ਬੈਗ ਹੈਗਾ ਸੀ, ਉਹਦੇ ਵਿੱਚ 4 ਯਾਨੀ ਕਿ ਪੀਸਿਸ, ਉਹ 4-5 ਘੰਟੇ ਗਰਮ ਹੀ ਰਹਿੰਦੇ ਹੈਗੇ, ਠੀਕ ਹੈ। ਹਾਂ ਬੈਗ ਹੈਗੇ ਆ, ਤੇ ਉਹਦੇ 'ਚ ਇੱਕ ਬੈਗ ਦੇ ਵਿੱਚ 4 ਪੀਜ਼ੇ। 4 ਪੀਸ, ਹਾਂਜੀ। ਤੇ ਫਿਰ ਉਸ ਤੋਂ ਬਾਅਦ ਕਿੱਦਾਂ ਹੁੰਦਾ ਹੈ? ਅਸੀਂ ਆਪਣੇ ਸਾਹਮਣੇ ਜਿਹੜੀ ਬਾਹਰ ਆਪਣਾ ਸਟਾਲ ਤੇ ਜਾਈਦਾ, ਬੈਗ ਜਾਂਦੇ ਹੈਗੇ ਆ, ਠੀਕ ਹੈ ਨਾ, ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ, ਜਿੰਨੇ ਵੀ ਗੁਰੂ ਰੂਪ ਸੰਗਤ ਆਂਦੀ ਹੈ, ਇਹ ਨਹੀਂ ਦੇਖੀਦਾ ਇਹ ਅਮੀਰ ਹੈ ਗਰੀਬ ਹੈ ਜਾਂ ਕੌਣ ਹੈ, ਬੁੱਢਾ ਬਜ਼ੁਰਗ ਆਂਦੇ ਨੇ ਉਹਨਾਂ ਨੂੰ ਅਲੱਗ ਲਾਈਨ ਵਿੱਚ ਦੇਈਦਾ, ਲੇਡੀਜ਼ ਆਂਦੀ ਉਹਨਾਂ ਨੂੰ ਅਲੱਗ ਲਾਈਨ ਵਿੱਚ ਦੇਈਦਾ। ਪੂਰਾ ਸਿਸਟਮ ਨਾਲ ਕਰੀਦਾ ਤਾਂ ਕਿ ਕੋਈ ਆਕੂਪਾਈ ਨਾ ਹੋਵੇ, ਯਾਨੀ ਕਿ ਆਪਸ ਵਿੱਚ ਲਗਾ ਲੋਗੇ 1000 ਪੀਜ਼ੇ ਜਾਂ ਫਿਰ 1000 ਤਾਂ ਸਾਡਾ ਇੱਕ ਸ਼ਿਫਟ ਵਿੱਚ ਲੱਗਦਾ ਹੀ ਲੱਗਦਾ। ਇਹ ਦੋ, ਹਾਂ ਹਾਂਜੀ, ਇਹ 2 ਟਾਈਮ ਕਰਨੇ ਆ, ਸਵੇਰੇ ਵੀ ਤੇ ਸ਼ਾਮੀ ਵੀ। 11 ਵਜੇ ਵੀ ਚਾਲੂ ਕਰਨੇ, ਫਿਰ 4 ਵਜੇ ਵੀ ਕਰੀਦਾ। ਲਗਾ ਲਓ ਕਿ ਇੱਕ ਦਿਨ 'ਚ 2000 ਤੋਂ ਜ਼ਿਆਦਾ ਪੀਜ਼ੇ ਜਿਹੜੇ ਲੰਗਰ ਲੱਗਦਾ। ਸਰ ਜੀ ਇਹ ਤੁਸੀਂ ਕਾਊਂਟਿੰਗ ਕਰ ਸਕਦੇ ਹੋ, ਲੇਕਿਨ ਸਾਡੇ ਇੱਥੇ ਕੋਈ ਗਿਣਤੀ ਮਿੰਤੀ ਦਾ ਕੋਈ ਚੱਕਰ ਨਹੀਂ ਹੈਗਾ। ਅਸੀਂ ਆਪਣੇ ਹਿਸਾਬ ਨਾਲ ਆਪਣਾ ਖੁੱਲਾ ਹੀ ਲੰਗਰ ਲਗਾਈਦਾ ਹੈਗਾ। ਤੱਕ ਸੰਗਤ ਰਹਿੰਦੀ ਹੈ, ਪੀਜ਼ੇ ਬਣਦੇ ਰਹਿੰਦੇ। ਹਾਂਜੀ। ਤੇ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖ ਸਕਦੇ ਹੋਗੇ ਕਦੇ ਵੀ ਕਹਿ ਰਹੇ ਕਿ ਗਿਣਤੀ ਨਹੀਂ ਕੀਤੀ ਜਾਂਦੀ ਲੰਗਰ ਦੀ, ਜਿੱਦਾਂ ਸੰਗਤਾਂ ਆਉਂਦੀਆਂ ਨੇ ਉਦੋਂ ਦਾ ਜਿਹੜੀ ਪੀਜ਼ੇ ਦੀ ਲੰਗਰ ਦੀ ਸੇਵਾ ਹੈ। ਭਾਜੀ ਤੁਹਾਡੇ ਨਾਲ ਗੱਲ ਕਰਦੇ ਆ, ਕਿੱਥੋਂ ਆਏ ਹੋ, ਨਾਂ ਕੀ ਹੈ? ਮੇਰਾ ਨਾਮ ਸਾਹਿਲ ਹੈ ਜੀ, ਮੈਂ ਅੰਮ੍ਰਿਤਸਰੋਂ ਆਇਆ। ਭਾਜੀ ਸੋਚਿਆ ਸੀਗਾ ਕਦੇ ਕਿ ਪੀਜ਼ੇ ਬਣਾ ਲੂੰਗੇ, ਜਾਂ ਇਸ ਤੋਂ ਪਹਿਲਾਂ ਪੀਜ਼ਾ ਬਣਾਉਣਾ ਆਂਦਾ ਸੀ? ਨਹੀਂ। ਜਾਂ ਫਿਰ ਰੋਟੀ ਬਣਾਉਣੀ ਆਂਦੀ ਸੀ ਘਰੇ? ਰੋਟੀ ਆਂਦੀ ਬਣਾਉਣੀ। ਮੈਂ 3 ਸਾਲ ਬਾਹਰ ਰਿਹਾ ਆਊਟ ਆਫ ਇੰਡੀਆ, ਤੇ ਮੈਨੂੰ ਰੋਟੀ ਪਾਣੀ ਆਂਦਾ ਬਣਾਉਣਾ। ਕਿਹੜੀ ਜਗ੍ਹਾ ਰਹੇ ਸੀ? ਮੈਂ ਸਿੰਗਾਪੁਰ ਰਹੇ ਹੋ? ਹਾਂਜੀ। ਕਦੇ ਸੋਚਿਆ ਸੀਗਾ ਦਿੱਲੀ ਆ ਕੇ ਪੀਜ਼ੇ ਬਣਾਉਂਗੇ, 2-2 3-3 ਹਜ਼ਾਰ ਪੀਜ਼ੇ ਬਣਨਗੇ ਇੱਕ ਦਿਨ 'ਚ? ਸੰਗਤਾਂ ਟਾਈਮ ਤੋਂ ਪਹਿਲਾਂ ਹੀ ਆ ਜਾਣਗੀਆਂ, ਬੱਚੇ ਵੀ ਨੇ, ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ, ਟਾਈਮ ਤੋਂ ਪਹਿਲਾਂ ਹੀ ਆ ਜਾਣਗੇ, ਸੇਵਾ ਕਰਨ ਦਾ ਮੌਕਾ ਮਿਲੇਗਾ। ਸੋਚਿਆ ਸੀ ਕਦੇ? ਨਹੀਂ, ਇਹ ਨਹੀਂ ਸੋਚਿਆ ਹੈ। ਕਿੱਦਾਂ ਦਾ ਫੀਲ ਕਰਦੇ ਹੋ ਜਦੋਂ ਇੰਨਾ ਲੰਗਰ ਤੁਸੀਂ ਵਰਤਾਂਦੇ ਹੋ, ਲੋਕ ਵੀ ਆਉਂਦੇ ਨੇ ਇੰਨੀ ਕਤਾਰਾਂ ਲੈ ਕੇ, ਕਿੱਦਾਂ ਦਾ ਫੀਲ ਹੁੰਦਾ? ਫੀਲ ਵਧੀਆ ਹੁੰਦਾ, ਕਿਰਪਾ ਮਾਲਕ ਦੀ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸੇਵਾ ਕਰਦੇ ਆ। ਦੇਖ ਸਕਦੇ ਹੋ ਕਿ ਭਾਜੀ ਤੁਹਾਨੂੰ ਆਂਦਾ ਸੀਗਾ ਪਹਿਲੇ ਪੀਜ਼ਾ ਬਣਾਉਣਾ? ਫਿਰ ਆਜੋ ਅੱਗੇ ਆਜੋ। ਕਦੋਂ ਸਿੱਖਿਆ ਪੀਜ਼ਾ ਬਣਾਉਣਾ?
ਇੱਥੇ ਮਤਲਬ ਪ੍ਰੈਕਟੀਕਲ ਤਾਂ ਇੱਥੇ ਹੀ ਕਰਿਆ, ਉਦਾਂ ਵੈਸੇ ਪਤਾ ਸੀਗਾ ਥੋੜਾ ਬਹੁਤਾ ਕਿੱਦਾਂ ਬਣਦਾਗਾ YouTube ਤੇ ਦੇਖਿਆ? ਹਾਂ YouTube ਤੋਂ, ਹਾਂਜੀ ਭਾਜੀ ਇਦਾਂ ਦੇਖ ਕੇ ਥੋੜਾ ਬਹੁਤਾ ਸੀਗਾ ਪਤਾ, ਪਰ ਪ੍ਰੈਕਟੀਕਲ ਇੱਥੇ ਕਰਨ ਦਾ ਮੌਕਾ ਮਿਲਿਆ ਆਪਣੇ ਵੀਰਾਂ ਨਾਲ ਆ ਕੇ ਇੱਥੇ ਹੀ। ਕਿੱਦਾਂ ਦਾ ਲੱਗਦਾ, ਕਿੱਦਾਂ ਦਾ ਫੀਲ ਹੁੰਦਾ ਜਦੋਂ ਪੀਜ਼ੇ ਬਣਾ ਕੇ ਲੱਗ ਰਿਹਾ ਵੀਰੇ ਬਹੁਤ ਵਧੀਆ। ਟੀਵੀ ਤੇ ਉਦੋਂ ਸੁਣਦੇ ਸੀਗੇ ਕਿਉਂਕਿ ਸਰਕਾਰਾਂ ਕਹਿੰਦੀ ਸੀ ਪੀਜ਼ੇ ਖਾਂਦੇ ਆ, ਇਦਾਂ ਖਾਂਦੇ ਆ, ਅਸੀਂ ਕਿਹਾ ਚਲੋ ਦੇਖਦੇ ਆ ਵੀ ਕਿਹੜਾ ਪੀਜ਼ੇ ਦੀ ਗੱਲ ਕਰਦੇ ਆ। ਇੱਥੇ ਆ ਕੇ ਪਤਾ ਲੱਗਿਆ ਵੀਰੇ ਪੀਜ਼ਾ ਏ, ਨਾਲੇ ਸਾਨੂੰ ਕਹਿੰਦੇ ਸੀ ਵੀ ਇਹ ਪੀਜ਼ੇ ਖਾਂਦੇ ਨੇ, ਜੇ ਅਸੀਂ ਨਹੀਂ ਖਾਵਾਂਗੇ ਹੋਰ ਕੌਣ ਖਾਊਗਾ। ਪੀਜ਼ੇ ਦੀ ਸਾਰੀ ਮਤਲਬ ਬੇਸਿਕ ਜੋ ਹੈਗੇ ਕਿ ਬਾਹਰੋਂ ਕਹਿੰਦੇ ਕਿ ਬਾਹਰੋਂ ਫੰਡ ਆ ਰਹੇ ਆ ਜੀ, ਕਦੇ ਕਹਿੰਦੇ ਕਿ ਕਈ ਚੀਜ਼ਾਂ ਆਈਆਂ ਸਾਹਮਣੇ। ਨਹੀਂ ਬਾਹਰੋਂ ਫੰਡ ਦੀ ਕੀ ਗੱਲ ਹੈ ਵੀਰੇ, ਜਦੋਂ ਲੋਕਡਾਊਨ ਚੱਲਦਾ ਸੀ ਉਦੋਂ ਤਾਂ ਕਿਸੇ ਨੇ ਕਿਹਾ ਨਹੀਂ ਫੰਡ ਆਂਦਾ ਏ, ਜਦੋਂ ਖਾਣਾ ਹੁੰਦਾ ਏ ਤਾਂ ਉਦੋਂ ਕਹਿ ਦਿੰਦੇ ਆ ਵੀ ਹਾਂ ਚਲੋ ਜੀ ਵੀ ਕੋਈ ਚੱਕਰ ਨਹੀਂ। ਫਿਰ ਜਦੋਂ ਹੁਣ ਅਸੀਂ ਕਰ ਰਹੇ ਹਾਂ ਆਪਣੇ ਲਈ, ਚਲੋ ਕਰਦੇ ਹਾਂ, ਹੋਰਾਂ ਨੂੰ ਵੀ ਦਿੰਦੇ ਹਾਂ ਔਰ ਅਸੀਂ ਸਾਰਿਆਂ ਨੂੰ, ਉਦੋਂ ਇਹ ਫੰਡ ਪੁੱਛਣ ਲੱਗ ਜਾਂਦੇ ਨੇ। ਐਦਾਂ ਤਾਂ ਨਹੀਂ ਯਾਰ, ਇਹ ਮਤਲਬ ਵੀ ਦੋਹਰੀ ਸੋਚ ਤਾਂ ਨਹੀਂ ਹੋਣੀ ਚਾਹੀਦੀ ਬੰਦੇ ਦੀ, ਆਹ ਚੀਜ਼ ਹੈ। ਬਾਕੀ ਵੀਰੇ ਬਹੁਤ ਵਧੀਆ ਲੱਗ ਰਿਹਾ ਹੈ ਆ ਕੇ, ਵਧੀਆ ਜੀ। ਤੇ ਦੇਖ ਸਕਦੇ ਹੋ ਕਿ ਇੱਥੋਂ ਬੇਸ ਤਿਆਰ ਹੁੰਦਾ, ਬੇਸ ਤਿਆਰ ਤੋਂ ਬਾਅਦ ਅੱਗੇ ਜਿਹੜੀ ਹੈ ਕੀ ਕਹਿੰਦੇ ਆ ਭਾਜੀ ਇਹਨੂੰ, ਸੌਸ ਵੀਰ ਜੀ ਇਹ ਮਿਕਸ, ਫਿਰ ਸੌਸਿਸ ਜਿਹੜੀਆਂ ਨੇ ਉਹ ਲੱਗਦੀਆਂ ਨੇ ਬੇਸ ਤੇ ਉਸ ਤੋਂ ਬਾਅਦ ਜਿਹੜੇ ਵੈਜ ਕਿੰਨੇ ਕਿਹੜੇ ਫਲੇਵਰ ਦਾ ਪੀਜ਼ਾ ਬਣ ਰਿਹਾ ਭਾਜੀ ਇੱਥੇ? ਫਲੇਵਰ ਕਿਹੜਾ? ਵੈਜੀਟੇਰੀਅਨ ਫਲੇਵਰ ਆ ਸਾਰਾ। ਵੈਜੀ ਪੀਜ਼ਾ ਕਹਿ ਸਕਦੇ ਆ, ਵੈਜੀ ਪੀਜ਼ਾ ਜਿਹੜੇ ਕਹਿ ਸਕਦੇ ਹੋ ਕਿ ਵੈਜਿਸ ਜਿਹੜੀਆਂ ਨੇ, ਸ਼ਿਮਲਾ ਮਿਰਚ, ਸਵੀਟ ਕੌਰਨ ਜਿਹੜੇ ਨੇ, ਚੀਜ਼ ਦੇਖ ਸਕਦੇ ਹੋ, ਅਨੀਅਨਸ ਦੇਖ ਸਕਦੇ ਹੋ ਕਿ ਇੱਥੋਂ ਲੱਗ ਕੇ ਜਿਹੜੇ ਨੇ ਤਿਆਰ ਹੁੰਦੇ ਨੇ। ਬਾਬਾ ਜੀ ਨਾਲ ਗੱਲਬਾਤ ਕੀਤੀ ਆ। ਬਾਬਾ ਜੀ ਪੇੜੇ ਕਰ ਰਹੇ ਹੋ, ਸੋਚਿਆ ਸੀ ਪਹਿਲਾਂ ਕਦੇ ਕਿ ਪੀਜ਼ੇ ਦਾ ਲੰਗਰ ਲਾਉਂਗੇ ਜਾਂ ਪੀਜ਼ੇ ਪਹਿਲੇ ਖਾਂਦੇ ਸੀਗੇ? ਨਹੀਂ ਵੀਰ ਜੀ, ਅਸੀਂ ਨਹੀਂ ਸੋਚਿਆ ਸੀ ਇਸ ਗੱਲ ਨੂੰ, ਨਾ ਸਾਨੂੰ ਪਤਾ ਸੀ ਇਸ ਗੱਲ ਦੇ ਬਾਰੇ 'ਚ। ਇਹ ਠੀਕ ਗੱਲ ਵੀਰ ਜੀ। ਪੇੜੇ ਵੀ ਤੋਲ ਕੇ ਚੈੱਕ ਕਰ ਰਹੇ ਹੋ? ਹਾਂਜੀ ਹਾਂਜੀ ਹਾਂਜੀ, ਐਸੀ ਗੱਲ ਜੀ। ਹੋਰ ਤੇ ਕਿੱਦਾਂ ਦਾ ਲੱਗਦਾ ਹੈ ਜਦੋਂ ਇੱਥੇ ਆਉਂਦੇ ਹੋ? ਦੇਖੋ ਕਹਿ ਰਹੇ ਕਿ ਦੋ ਵਧੀਆ ਜੀ, ਉਸ ਪਰਮਾਤਮਾ ਦੀ ਕਿਰਪਾ ਹੀ, ਉੱਪਰ ਵਾਲੇ ਦੀ, ਵਾਹਿਗੁਰੂ ਦੀ ਕਿਰਪਾ ਹੀ, ਗੁਰੂ ਰਾਮਦਾਸ ਦੀ। ਇੰਨੇ ਲੋਕ ਆਉਂਦੇ ਆ ਪੀਜ਼ੇ ਲੈ ਕੇ, ਹੈ ਨਾ, ਕਤਾਰਾਂ ਲੱਗ ਜਾਂਦੀਆਂ ਨੇ, ਜਦੋਂ ਵਰਤਾਂਦੇ ਹੋ ਕਿੱਦਾਂ ਦਾ ਮਨ ਦੇ ਵਿੱਚ ਕੀ ਬਹੁਤ ਸ਼ਾਂਤੀ ਹੁੰਦੀ ਜੀ ਮਨ ਦੇ ਵਿੱਚ, ਕੋਈ ਐਸਾ ਕੋਈ ਕਿਹਾ ਨਹੀਂ ਵੀਰ ਜੀ। ਮਨ ਦੇ ਵਿੱਚ ਇਹ ਹੁੰਦਾ ਜੀ ਸਾਡੇ ਕੋਈ ਖਾਲੀ ਨਾ ਜਾਵੇ, ਜੋ ਵੀ ਆਉਂਦਾ ਸਾਰੇ ਜਣ ਖਾ ਕੇ ਛੱਕ ਕੇ ਜਾਣ ਜੀ। ਸਾਡੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਬਣਾ ਪਾਈਏ ਜੀ, ਜਿੰਨਾ ਵੀ ਕੋਈ ਆਉਂਦਾ ਕੋਈ ਇਹ ਨਾ ਕਹਦੇ ਕਿ ਜਾਂ ਜਿਸ ਤਰ੍ਹਾਂ ਕੋਈ ਗਰੀਬ ਕੋਈ ਆਉਂਦਾ ਜਿਹਨੇ ਨਹੀਂ ਖਾਦਾ ਕਿ ਪੀਜ਼ਾ ਕੀ ਚੀਜ਼ ਹੈ, ਮੈਂ ਖਾ ਕੇ ਨਹੀਂ ਵੇਖਿਆ। ਸਾਡੀ ਕੋਸ਼ਿਸ਼ ਕਿ ਉਹਨੂੰ ਵੀ ਖਵਾ ਕੇ ਵੇਖੀ ਹੈ ਜੀ, ਤੇ ਉਹਦੇ ਵੀ ਮਨ 'ਚ ਰਹਿ ਜਾਏ ਕਿ ਮੈਂ ਚੱਲ ਇੱਥੇ ਤਾਂ ਨਹੀਂ, ਦਿੱਲੀ ਅੰਦੋਲਨ ਵਿੱਚ ਜਾ ਕੇ ਮੈਂ ਪੀਜ਼ਾ ਹੀ ਖਾ ਲਿਆ ਜੀ। ਸਾਡੀ ਕੋਸ਼ਿਸ਼ ਇਹ ਆ ਜੀ ਹਰ ਇੱਕ ਨੂੰ ਖਵਾ ਕੇ ਭੇਜਣਾ। ਕਿੰਨੇ ਪੀਸਿਸ ਦਿੰਦੇ ਹੋ? ਕਿੱਦਾਂ ਮਤਲਬ ਹਾਂਜੀ ਵੇਖੋ ਜੀ, ਪਹਿਲੇ ਅਸੀਂ ਸਵੇਰੇ 6 ਵਜੇ ਤੋਂ ਬਣਾਉਣੇ ਸਟਾਰਟ ਕੀਤੇ ਨੂੰ 12 ਵਜੇ ਤੱਕ 11 ਵਜੇ ਤੱਕ ਅਸੀਂ ਸਟੋਰ ਕਰਦੇ ਹਾਂ। ਉਹ ਬੈਕਾਂ 'ਚ ਪਾਏ ਸਟੋਰ ਹੋਏ ਨੇ ਆ, ਸਟੋਰ ਕਰਕੇ ਫਿਰ ਅਸੀਂ ਬਾਹਰ ਸਟਾਰਟ ਕਰ ਦੇਣਾ ਜੀ। ਫਿਰ ਉਹ ਜਿੰਨੇ ਸਾਡੇ ਬੈਗ ਆ, ਜਿੰਨੇ ਬਣੇ ਆ 2-4 ਘੰਟੇ ਦੇ ਸਟੋਰ ਕੀਤੇ, ਫਿਰ ਇਹ ਸਾਰੇ ਚੱਲਣਗੇ ਜੀ। ਜਦੋਂ ਉਹ ਖਤਮ ਹੋ ਗਏ ਫਿਰ ਅਸੀਂ ਇੱਕ ਬੰਦੇ ਨੂੰ ਕਿੰਨੇ ਸਲਾਈਸਿਸ ਦਿੰਦੇ ਹੋ? ਵੇਖੋ ਜੀ, ਇੱਕ ਵਾਰ ਜਦੋਂ ਆਉਂਦੇ 2 ਸਲਾਈਸ ਦਿੰਦੇ ਆ, ਤੇ ਉਹਨੂੰ ਇਹ ਨਹੀਂ ਕਿ ਉਹਨੂੰ ਇੱਕ ਹੋਰ ਮੋਰ ਲਾਤੀ 2 ਦਿੱਤੇ, ਉਹ ਦੂਜੀ ਰੋ ਖਾ ਕੇ ਫਿਰ ਆ ਜੀ। ਜਿੰਨਾ ਦਿਲ ਕਰਦਾ ਉਹਨਾਂ ਦਿੰਦੇ ਆ, ਇਹ ਨਹੀਂ ਕਿ ਉਹਨੂੰ 2 ਦੇਤੇ ਕਿ ਇਹਨੂੰ ਹੋਰ ਨਹੀਂ ਦੇਣਾ। ਇੱਕ ਵਾਰ ਛਕ ਲਿਆ, ਖਾ ਲਿਆ, ਫੇਰ ਆ ਜੇ ਜੀ, ਜਿੰਨੀ ਵਾਰ ਮਰਜ਼ੀ ਖਾਵੇ ਜੀ। ਉਹਨੂੰ ਇਹ ਮਨਾਹੀ ਨਹੀਂ ਹੈਗੀ ਕਿ 2 ਹੀ ਦੇ ਕੇ ਤੈਨੂੰ ਨਹੀਂ ਦੇਣਾ। ਨਾਲ ਵਿਦ ਕੋਲਡ ਡਰਿੰਕ ਦਾ ਵੀ ਨਾਲ ਹੀ ਆ ਲੰਗਰ ਸਾਡਾ ਚੱਲਦਾ ਜੀ, ਪੀਜ਼ਾ ਕੋਲਡ ਡਰਿੰਕ ਨਾਲ। ਹਾਂਜੀ, ਇਹ ਕੰਬੀਨੇਸ਼ਨ ਪਹਿਲੇ ਵੀ ਦੇਖਿਆ ਸੀਗਾ ਕਿ ਕਦੇ ਜਾਂਦੇ ਸੀਗੇ ਡੋਮਿਨੋਜ਼ ਲਾ ਲਓ, ਪੀਜ਼ਾ ਹਟ ਕੇ ਪੀਜ਼ਾ ਲੈ ਲਿਆ ਤੇ ਭਾਈ ਕੋਕ ਵੀ ਲੈਣੀ ਹੈ ਨਾਲ, ਤੇ ਇੱਥੇ ਵੀ ਹੋਈ ਸੀ। ਉਹੀ ਹੈ ਜੀ, ਬਿਲਕੁਲ ਉਹ ਹੈ ਜੀ। ਇਹ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਸਭ ਕੁਝ ਚੱਲਿਆ। ਪਹਿਲੇ ਜਦੋਂ ਆਏ ਸੀ ਤੇ ਪੀਜ਼ੇ ਦਾ ਇਕੱਲਾ ਕਰਦੇ, ਫਿਰ ਸਾਡੇ ਪ੍ਰਧਾਨ ਸਾਹਿਬ ਅਮਰੀਕਾ ਤੋਂ ਭਾਈ ਮਨਜੀਤ ਸਿੰਘ ਜੀ, ਉਹਨਾਂ ਨੇ ਫੋਨ ਆਇਆ ਇੱਥੇ, ਹੋਰ ਮਤਲਬ ਕਿ ਸਾਰਿਆਂ ਨੇ ਸੰਗਤਾਂ ਨੇ ਕਿਹਾ ਕਿ ਨਾਲ ਪੀਜ਼ੇ ਦਾ ਵੀ ਨਾਲ ਚਲਾਓ ਜੀ। ਫਿਰ ਉਸ ਦਿਨ ਤੋਂ ਨਾਲ ਪੀਜ਼ੇ ਨਾਲ ਕੋਕ ਦਾ ਕੋਕ ਸਾਡੀ ਬਾਹਰ ਟਰਾਲੀ ਭਰੀ ਪਈ ਆ ਜੀ। ਉਹ ਵੇਖੋ ਬਾਹਰ ਟਰਾਲੀ ਆ, ਉਹਦੇ ਵਿੱਚ ਲਿਆ ਕੇ ਗੱਡੀ ਤੇ ਜਦੋਂ ਰਾਤ ਨੂੰ ਫ੍ਰੀ ਹੋਣਾ ਫਿਰ ਗੱਡੀਆਂ ਲੱਦ ਕੇ ਲਿਆਉਣੀਆਂ। ਸਾਡੀਆਂ ਗੱਡੀਆਂ ਲੱਗੀਆਂ, ਉਹ ਫਿਰ ਟਰਾਲੀ 'ਚ ਸਟੋਰ ਕਰ ਲੈਂਦੇ ਆ। ਪਹਿਲਾਂ ਇੱਥੇ ਰੱਖਦੇ, ਇੱਥੇ ਜਗ੍ਹਾ ਥੋੜੀ ਆ, ਅਸੀਂ ਟਰਾਲੀ ਮੰਗਾਈ ਆ, ਟਰਾਲੀ ਭਰੀ ਪਈ ਆ ਜੀ। ਉਹ ਨਾਲ ਹੀ ਫਿਰ ਅਸੀਂ ਕੋਕ ਦਾ ਵੀ ਲੰਗਰ ਨਾਲ ਹੀ ਆ ਜੀ ਪੀਜ਼ੇ ਦੇ। ਤੇ ਦੇਖ ਸਕਦੇ ਹੋ ਇੱਕ ਪੀਜ਼ੇ ਦਾ ਲੰਗਰ ਸੁਣਿਆ ਸੀਗਾ, ਹੁਣ ਪੀਜ਼ੇ ਤੇ ਕੋਲਡ ਡਰਿੰਕ ਦਾ ਕੰਬੋ ਕਹਿ ਸਕਦੇ ਆ ਇੱਕ, ਤੇ ਇੱਕ ਲੰਗਰ ਜਿਹੜਾ ਲੱਗਿਆ ਹੋਇਆ। ਪੀਜ਼ੇ ਜਿਹੜੇ ਨੇ ਹੁਣ ਤਿਆਰ ਹੋ ਰਹੇ ਨੇ, ਸਵੇਰੇ 6 ਵਜੇ ਉੱਠ ਜਾਂਦੇ ਨੇ, 6 ਤੋਂ 11 ਵਜੇ ਤੱਕ ਸਟੋਰ ਕਰਦੇ ਨੇ। ਫਿਰ 11 ਵਜੇ ਤੋਂ ਬਾਅਦ ਜਿਹੜੇ ਪੀਜ਼ੇ ਦਾ ਲੰਗਰ ਹੈ ਇੱਥੇ ਚੱਲਦਾ। ਫਿਰ ਉਸ ਤੋਂ ਬਾਅਦ ਪੀਜ਼ੇ ਦੇਣ ਤੋਂ ਬਾਅਦ, ਲੰਗਰ ਲਾਉਣ ਤੋਂ ਬਾਅਦ ਫਿਰ ਸ਼ਾਮ ਨੂੰ ਕਿੰਨੇ ਵਜੇ, ਦੁਪਹਿਰੇ ਕਿੰਨੇ ਵਜੇ ਸ਼ੁਰੂ ਹੁੰਦੇ? 4:15 4:30 ਵਜੇ ਨਾਲ ਕਰ ਦਈਦਾ। ਸਟਾਰਟ ਕਿੰਨੇ ਵਜੇ ਹੁੰਦੇ? ਬਣਾਉਣਾ ਕਿੰਨੇ ਵਜੇ? ਸਵੇਰੇ ਆਪਣਾ 7 ਵਜੇ ਤੋਂ ਬਾਅਦ ਸਟਾਰਟ ਕਰ ਦਿੰਦੇ ਆ। ਸਾਰਾ ਦਿਨ ਚੱਲਦਾ ਹੀ ਰਹਿੰਦਾ ਵੈਸੇ। ਤਿਆਰੀ ਰਹਿੰਦੀ ਹਾਂਜੀ, ਤੇ ਕਹਿ ਰਹੇ ਕਿ ਸਵੇਰੇ 6-7 ਵਜੇ ਚੱਲਣਾ ਸ਼ੁਰੂ ਹੋ ਜਾਂਦਾ ਤੇ ਪੂਰਾ ਦਿਨ ਜਿਹੜੇ ਪੀਜ਼ੇ ਨੇ
ਉਹਦਾ ਲੰਗਰ ਇੱਥੇ ਚੱਲਦਾ ਤੇ ਪੀਜ਼ੇ ਦਾ ਇਕੱਲੇ ਪੀਜ਼ੇ ਦਾ ਨਹੀਂ ਚੱਲਦਾ, ਪੀਜ਼ੇ ਤੇ ਕੋਕ ਦਾ ਲੰਗਰ ਇੱਥੇ ਚੱਲਦਾ ਤੇ ਸੰਗਤਾਂ ਦੀ ਇੱਕ ਵਾਰੀ ਤਸਵੀਰ ਜਿਹੜੀਆਂ ਨੇ ਉਹ ਦਿਖਾਣਾ ਚਾਹਾਂਗਾ ਕਿ ਲੰਬੀਆਂ ਕਤਾਰਾਂ ਦੇਖ ਸਕਦੇ ਹੋ ਇੱਥੇ ਟਾਈਮ ਤੋਂ ਪਹਿਲਾਂ ਹੀ ਜਿਹੜੀ ਲੰਬੀਆਂ ਕਤਾਰਾਂ ਨੇ ਉਹ ਲੱਗ ਚੁੱਕੀਆਂ ਨੇ ਤੇ ਹਲੇ ਸਮਾਂ ਹੈ ਫਿਰ ਵੀ ਉਸ ਤੋਂ ਪਹਿਲਾਂ ਹੀ ਜਿਹੜੇ ਪੀਜ਼ੇ ਦੇ ਲੰਗਰ ਦੀ ਉਡੀਕ ਦੇ ਵਿੱਚ ਜਿਹੜੇ ਖੜੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਸਿੰਘੂ ਬਾਰਡਰ ਤੋਂ ਦਿਖਾ ਰਹੇ ਆ। ਲਗਭਗ 75 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ। ਜਿੱਦਾਂ ਜਿੱਦਾਂ ਦਿਨ ਵੱਧ ਰਹੇ ਨੇ ਉਹਦਾ ਗੁੱਸਾ ਜਿਹੜਾ ਹੈ ਵੱਧ ਰਿਹਾ ਤੇ ਅਲੱਗ-ਅਲੱਗ ਤਰੀਕੇ ਨਾਲ ਸਾਰੇ ਲੋਕ ਆਪਣਾ ਰੋਸ਼ ਹੈ ਜਿਹੜਾ ਗੁੱਸਾ ਹੈ ਉਹ ਪ੍ਰਗਟ ਕਰ ਰਹੇ ਨੇ। ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ, ਪੋਸਟਰ ਦੇਖ ਸਕਦੇ ਹੋ ਤੇ ਕਿਤੇ ਨਾ ਕਿਤੇ ਗੁੱਸਾ ਰੋਸ਼ ਇਸ ਤਸਵੀਰਾਂ ਰਾਹੀਂ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੇਗਾ ਤੇ ਦੇਖ ਸਕਦੇ ਹੋ ਇਹਦੇ ਵਿੱਚ ਬਾਲੀਵੁੱਡ ਕਲਾਕਾਰ ਵੀ ਨੇ ਤੇ ਹੋਰ ਵੀ ਕਾਫੀ ਲੋਕ ਨੇ। ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਤੇ ਬਾਪੂ ਜੀ ਸਾਡੇ ਨਾਲ ਬੈਠੇ ਨੇ। ਬਾਪੂ ਜੀ ਇਸ ਪੋਸਟਰ ਬਾਰੇ ਦੇਖੋ 75 ਦਿਨ ਹੋ ਚੁੱਕੇ, ਗੁੱਸਾ ਦੇਖੋ ਵੱਧ ਰਿਹਾ ਲਗਾਤਾਰ, ਜਿੱਦਾਂ ਜਿੱਦਾਂ ਅੰਦੋਲਨ ਵੱਧ ਰਿਹਾ ਗੁੱਸਾ ਵੀ ਵੱਧ ਰਿਹਾ, ਰੋਸ਼ ਵੱਧ ਰਿਹਾ ਤੇ ਇੱਕ ਪੋਸਟਰ ਜਿਹੜਾ ਤੁਸੀਂ ਪਿੱਛੇ ਲਾਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪੋਸਟਰ ਤਾਂ ਲਾਇਆ ਜੀ, ਹੁਣ ਪਹਿਲਾਂ ਵਾਲੇ ਪੋਸਟਰ ਸਨ 26 ਤੋਂ ਪਹਿਲਾਂ ਵਾਲੇ, ਜਿਵੇਂ ਸਚਿਨ ਟੈਂਡੂਲਕਰ ਸੀ, ਦੂਜੇ ਸਨ, ਇਹਨਾਂ ਦੇ ਪੋਸਟਰ ਨਹੀਂ ਸਨ ਲਾਏ। ਪ੍ਰਧਾਨ ਮੰਤਰੀ ਦਾ ਪੋਸਟਰ ਤਾਂ ਉਦੋਂ ਹੀ ਲੱਗਾ ਉਦੋਂ ਦਾ ਹੀ, ਪਹਿਲਾਂ ਦਾ ਹੀ। ਇਹ ਜਦੋਂ ਇਹਨਾਂ ਨੇ 26 ਤੋਂ ਬਾਅਦ ਟਵੀਟ ਕੀਤਾ, ਜਿਹੜੇ ਬੰਦਿਆਂ ਨੇ ਸਿੱਖਾਂ ਦੇ ਬਾਰੇ ਟਵੀਟ ਕੀਤਾ ਹੈ, ਇਸ ਅੰਦੋਲਨ ਦੇ ਬਾਰੇ ਟਵੀਟ ਕੀਤੇ ਨੇ ਬਿਨਾਂ ਮਤਲਬ ਤੋਂ, ਉਹਨਾਂ ਨੂੰ ਤਾਂ ਹੀ ਉਹ ਜਿਹੜੇ ਉੱਥੋਂ ਵਾਲੇ ਜਿਹੜੇ ਇਹਨਾਂ ਦੇ ਆਰਐਸ ਵਾਲੇ ਜਿਹੜੇ ਦੂਜੇ ਪੀਲ ਉਹ ਖਾਕੀ ਕੱਚੇ ਪਵਾਏ ਨੇ ਨਾਲ, ਤਾਂ ਵੀ ਆਰਐਸ ਨੇ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਤਾਂ ਕਰਕੇ ਅਸੀਂ ਉਹ ਕੱਚੇ ਪਵਾ ਕੇ ਇਹਨਾਂ ਨੂੰ ਉਹ ਜਿਹੜੇ ਪੋਸਟਰ ਬਣਵਾ ਕੇ ਲਾਏ ਨੇ ਵੀ ਇਹਨਾਂ ਨੇ ਜੋ ਕੁਝ ਕਿਹਾ, ਜਿੰਨੇ ਟਵੀਟ ਕੀਤੇ ਨੇ ਇਹਨਾਂ ਨੇ ਸਰਕਾਰ ਦੇ ਕਹਿਣ ਤੇ ਕੀਤੇ ਨੇ। ਨਹੀਂ ਤੇ ਇਹਨਾਂ ਨੂੰ ਕੋਈ ਇੰਨਾ ਦਿਨ ਅੰਦੋਲਨ ਹੋ ਗਿਆ ਸੀ, ਸਾਰੇ ਇੱਥੇ ਆ ਕੇ ਵੇਖਣ ਸਾਰੇ ਬੰਦੇ ਵੀ ਇੱਥੇ ਕੀ ਹੋਣ ਦਿਆ, ਇੱਥੇ ਬੈਠੇ ਨੇ ਜਿਹੜੇ ਸਾਰੇ ਕਿਸਾਨ ਵੀ ਕੀ ਕਰਦੇ ਪਏ ਨੇ, ਕਿਉਂ ਬੈਠੇ ਨੇ ਇੱਥੇ, ਵੀ ਕਿਉਂ ਬੈਠੇ ਨੇ। ਕਿਸਾਨ ਸਾਰੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਕਾਨੂੰਨਾਂ ਬਾਰੇ ਸਾਰਾ ਪਤਾ ਹੈ। ਹੁਣ ਪ੍ਰਧਾਨ ਮੰਤਰੀ ਹੁਣ ਵੀ ਇਹ ਗੱਲ ਆਖੀ ਜਾਂਦਾ ਵੀ ਕਾਨੂੰਨਾਂ 'ਚ ਕਾਲਾ ਕੀ ਹੈ, ਕਾਨੂੰਨ ਤਾਂ ਬਹੁਤ ਚੰਗੇ ਨੇ। ਜੇ ਕਾਨੂੰਨ ਸਾਡੇ ਇੰਨੇ ਚੰਗੇ ਹੁੰਦੇ, ਸਾਰੇ ਜਿਹੜੇ ਕਿਸਾਨ ਨੇ ਸਾਰੇ ਪੜ੍ਹੇ ਲਿਖੇ ਨੇ, ਇਹਨਾਂ ਦੇ ਬੱਚੇ ਪੜ੍ਹੇ ਲਿਖੇ ਨੇ, ਸਾਰੇ ਵੱਡੇ ਵੱਡੇ ਕੋਈ ਇਹਨਾਂ ਦੇ ਅਫਸਰ ਲੱਗੇ ਨੇ, ਇਹਨਾਂ ਦੇ ਬੱਚੇ ਬਾਹਰ ਅਮਰੀਕਾ ਕੈਨੇਡਾ ਸਭ ਦੇਸ਼ਾਂ 'ਚ ਇਹਨਾਂ ਦੇ ਬੱਚੇ ਵਸੇ ਨੇ ਜਾ ਕੇ। ਸਾਨੂੰ ਸਾਰਾ ਕੁਝ ਪਤਾ ਇਹਨਾਂ ਬਾਰੇ ਵੀ ਇਹ ਕਾਨੂੰਨ ਜਿਹੜੇ ਨੇ ਇਹ ਕਾਨੂੰਨਾਂ ਨੇ ਕੁਛ ਚਿਰ ਨੂੰ ਜਾ ਕੇ, ਜੇ ਅੱਜ ਹੁਣ ਪ੍ਰਧਾਨ ਮੰਤਰੀ ਆਖਣ ਦੇ ਨਾ ਲਾਗੂ ਹੋ ਗਏ ਨੇ ਜੀ, ਕਾਨੂੰਨ ਤਾਂ ਲਾਗੂ ਹੋ ਗਏ ਨੇ। ਇਹਨਾਂ ਦਾ ਦੱਸੋ ਵੀ ਕੀ ਤੁਹਾਨੂੰ ਦਿਸਣ ਦਿਆ ਵੀ ਤੁਹਾਨੂੰ ਕੀ ਨੁਕਸਾਨ ਹੋ ਗਿਆ? ਨੁਕਸਾਨ ਅੱਜ ਨਹੀਂ ਹੋਇਆ, ਸਾਨੂੰ ਇਹ ਦਿਖਦਾ ਪਿਆ ਵੀ ਸਾਡੇ ਆਉਣ ਵਾਲੇ 3 4 5 ਸਾਲਾਂ ਦੇ ਵਿੱਚ ਵੀ ਸਾਡੇ ਜਿਹੜੇ ਕਿਸਾਨੀ ਹੈ ਇਹਨੂੰ ਇਹ ਕਾਨੂੰਨ ਮਾਰਨਗੇ ਬਿਲਕੁਲ ਜਮਾਂ। ਤੇ ਤੁਸੀਂ ਤਾਂ 4-5 ਸਾਲ ਪਹਿਲੇ ਬਾਅਦ ਦੀ ਗੱਲ ਕਰ ਰਹੇ ਹੋ ਤੇ ਮੈਂ ਪਹਿਲੇ ਦੀ ਵੀ ਗੱਲ ਕਰਨਾ ਚਾਹੂੰਗਾ। ਤੇ ਹੁਣ ਵੀ ਹਰ ਦਿਨ ਕਿੰਨੇ ਕਿਸਾਨ ਮਰਦੇ ਨੇ, ਕੋਈ ਸਲਫਾਸ ਪੀ ਕੇ ਮਰਦਾ, ਕੋਈ ਫਾਂਸੀ ਲਾ ਕੇ ਮਰਦਾ, ਕਰਜ਼ੇ ਦੇ ਥੱਲੇ ਆ ਕੇ ਮਰਦਾ, ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਤਾਂ ਜੀ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ, ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਉਹ ਇਹ ਨੇ ਜੀ। ਹੁਣ ਤੁਸੀਂ ਇਦੋਂ ਪਹਿਲਾਂ ਵੇਖ ਲਓ, ਸਾਡੀ ਝੋਨਾ ਵੇਚ ਕੇ ਗਿਆ, ਜੀਰੀ ਵੇਚ ਕੇ ਗਈ ਹੈ। ਹੁਣ ਸਾਡੀ ਜੀਰੀ ਜਿਹੜੀ ਹੈ ਆਮ, ਸਾਡੀ ਜੀਰੀ ਜਿਹੜੀ ਹੈ 2000 ਨੂੰ 1800 ਨੂੰ 1509 ਵਿਕੀ ਹੈ, 1121 ਵਿਕੀ ਹੈ, ਮੁੱਛਲ ਵਿਕੀ ਹੈ 2300 ਨੂੰ ਵਿਕੀ ਹੈ। ਹੁਣ ਅੱਜ ਉਹ ਜੱਟਾਂ ਦੇ ਕੋਲੋਂ ਸਾਰੀ ਜੀਰੀ ਵਿਕ ਗਈ ਹੈ। ਹੁਣ 3500 ਰੇਟ ਅੱਜ ਬਾਜ਼ਾਰ 'ਚ ਵੇਖੋ ਜਾ ਕੇ ਉਹਦਾ। ਜਿੰਨੇ ਸਾਰੇ ਘਰਾਣੇ ਨੇ ਜਾਂ ਵੱਡੇ ਵਪਾਰੀ ਨੇ ਇਹ ਸਾਰੇ ਏਕਾ ਕਰ ਲੈਂਦੇ ਨੇ, ਏਕਾ ਕਰਦੇ। ਜਿਸ ਟਾਈਮ ਤੇ ਕਿਸਾਨ ਦੇ ਕੋਲ ਚੀਜ਼, ਹੁਣ ਆਲੂ ਹੈ, ਆਲੂ ਕਿਸਾਨ ਦੇ ਕੋਲ ਨਹੀਂ ਸੀ ਹੈਗਾ, ਤਾਂ ਆਲੂ 50 ਤੋਂ ਲੈ ਕੇ 80 70 80 ਰੁਪਏ ਤੱਕ ਵਿਕਿਆ ਜੀ। ਹੁਣ ਆਲੂ ਫੇਰ ਵੇਖ ਲਓ 3 ਰੁਪਏ 4 ਰੁਪਏ ਵਿਕਣਦੇ ਆ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਜਿਸ ਟਾਈਮ ਤੇ ਕਿਸਾਨ ਕੋਲ ਚੀਜ਼ ਹੈ ਉਸ ਟਾਈਮ ਤਾਂ ਇਹ ਚੀਜ਼ ਜਿਹੜੀ ਹੈ ਮੰਦੀ ਕਰ ਦਿੰਦੇ ਨੇ ਬਿਲਕੁਲ ਜਮਾ। ਜਦੋਂ ਜਮਾਖੋਰੀ ਕਰ ਲੈਂਦੇ ਨੇ ਉਹ ਹੀ ਚੀਜ਼ ਨੂੰ ਕਿਸਾਨ ਕੋਲ ਸਸਤੀ ਲੈ ਕੇ ਤੇ ਉਹ ਮੁੜ ਕੇ ਬਾਅਦ ਵਿੱਚ ਜਿਹੜੀ ਉਹ ਚੀਜ਼ ਹੈ ਉਹਦਾ ਰੇਟ ਇੰਨਾ ਕਰ ਦਿੰਦੇ ਨੇ ਵੀ ਆਪਾਂ ਸੋਚ ਵੀ ਨਹੀਂ ਸਕਦੇ। ਹੁਣ ਪਿਆਜ਼ ਹੈ, ਪਿਆਜ਼ ਦਾ ਇੰਨਾ 5 ਰੁਪਏ 6 ਰੁਪਏ ਕਿਲੋ ਵਿਕਦਾ ਸੀ ਪਿਆਜ਼, 5-6 ਰੁਪਏ ਵਿਕਦਾ ਹੁਣ ਤੁਸੀਂ 80 ਰੁਪਏ 70 ਰੁਪਏ ਕਿੱਥੋਂ ਤੱਕ ਪਿਆਜ਼ ਹੋ ਕੇ ਮੁੜਿਆ ਪਿੱਥਲੇ ਨੂੰ ਆ ਕੇ ਆਇਆ। ਹੁਣ ਕਿਸਾਨ ਦੇ ਕੋਲ ਪਿਆਜ਼ ਫੇਰ ਆ ਚੱਲਾ, ਜਿੱਦਣ ਇਹ ਆ ਗਿਆ ਤੇ ਇਹ 3-4 ਰੁਪਏ ਫੇਰ ਹੋ ਜਾਣੇ ਨੇ।
ਕੀ ਲੱਗਦਾ ਕਿ ਜਦੋਂ ਕਾਨੂੰਨ ਅਗਰ ਰੱਦ ਨਹੀਂ ਹੁੰਦੇ ਤਾਂ ਕੀ ਲੱਗਦਾ ਕਿ ਜਿਹੜੇ ਕਿਸਾਨ ਨੇ ਜਿਨ੍ਹਾਂ ਦੀ ਮੌਤਾਂ ਹੋ ਰਹੀਆਂ ਨੇ ਸਲਫਾਸ ਪੀ ਗਿਆ ਕਰਜ਼ੇ ਦੇ ਉੱਤੇ, ਉਹ ਮੌਤਾਂ ਕਿੰਨੀਆਂ ਵਧਣਗੀਆਂ, ਕਿੰਨੇ ਮੌਤਾਂ ਦੇ ਵਧਣ ਦਈਆਂ ਨੇ ਜੀ। ਕਿਸਾਨ ਦਾ ਜਿਹੜੇ ਹੁਣ ਵੇਖੋ ਅਸੀਂ ਤਿਆਰੀਆਂ ਕਰਨੇ ਪਏ ਲੰਮੀਆਂ, ਅਸੀਂ ਤਾਂ ਇਹ ਆਖਦੇ ਨਾ ਵੀ ਅਜੇ ਵੀ ਜਿਹੜੇ ਕਿਸਾਨ ਨੇ ਸ਼ਾਇਦ ਉੱਠ ਜਾਣਗੇ ਜਾਂ ਕਿਸਾਨਾਂ ਦੀਆਂ ਅੱਗੇ ਫਸਲਾਂ ਪੱਕ ਚੱਲੀਆਂ ਨੇ, ਕਿਸਾਨ ਤੁਰ ਜਾਣਗੇ। ਕਿਸਾਨ ਜਾਂਦੇ ਕੋਈ ਨਹੀਂ ਜੀ ਕਿਤੇ, ਕਿਸਾਨ ਅਸੀਂ ਬਿਲਕੁਲ ਬਹਿ ਕੇ ਰਹਿਣਗੇ। ਤੁਸੀਂ ਆ ਵੇਖੋ ਜਿੰਨੀਆਂ ਥਾਂ ਨੇ ਸਾਰੀਆਂ ਆ ਛਾਵਾਂ ਵਾਲੀਆਂ ਥਾਵਾਂ ਜਿਹੜੀਆਂ ਨੇ ਇਹ ਕਿਸਾਨ ਸਾਰੇ ਕਿਰਾਏ ਮਾਰ ਕੇ ਤਿਆਰ ਕਰਦੇ ਨੇ, ਸਾਰੀਆਂ ਸਾਰੇ ਤਿਆਰ ਕਰਦੇ ਨੇ। ਅਸੀਂ ਵੀ ਆ ਜਿਹੜਾ ਲੰਗਰ ਲਾਇਆ, ਅਸੀਂ ਪਹਿਲਾਂ ਲੰਗਰ ਨਹੀਂ ਸੀ ਲਾਇਆ, ਸਾਨੂੰ ਆ 4-5 ਦਿਨ ਹੋਏ ਨੇ ਅਸੀਂ ਆਏ ਆ ਜੀ, ਤੇ ਅਸੀਂ ਹੁਣ ਲੰਗਰ ਸ਼ੁਰੂ ਕਰਿਆ। ਅਸੀਂ ਅੱਗੇ ਲੰਮੀਆਂ ਤਿਆਰੀਆਂ ਕਰਨੇ ਪਏ ਆ ਵੀ ਜੇ ਸਰਕਾਰ ਨਾ ਮੰਨੀ ਤਾਂ ਅਸੀਂ ਜਿਨ੍ਹਾਂ ਦੇ ਸਰਕਾਰ ਮੰਨਦੀ ਨਹੀਂ ਗੀ ਤੇ ਸਾਡੇ ਨਾਲ ਸ਼ਹੀਦੀਆਂ ਦੇ ਕਿਸਾਨ ਸਾਡੇ ਪਾਉਂਦੇ ਨੇ। ਸਾਨੂੰ ਇਹਨਾਂ ਠਾਣ ਵਾਸਤੇ ਬਹੁਤ ਕੁਝ ਕੀਤਾ। 26 ਜਨਵਰੀ ਨੂੰ ਜੋ ਸਾਰਾ ਪਲੈਨਿੰਗ ਸੀ ਇਹਨਾਂ ਪਲੈਨਿੰਗ ਬਣਾ ਕੇ ਕਿਸਾਨਾਂ ਦੇ ਨਾਲ ਬਿਲਕੁਲ ਪਲੈਨਿੰਗ ਬਣਾਈ ਸੀ ਇਹਨਾਂ ਨੇ। ਉਹਦਾ ਹੁਣ ਰੂਪ ਹੋਰ ਦੇ ਕੇ ਵੀ ਉਹਦਾ ਵੀ ਜਿਹੜਾ 26 ਜਨਵਰੀ ਨੂੰ ਲਾਲ ਕਿਲੇ ਦੇ ਝੰਡਾ ਚੜਾਤਾ ਜੀ, ਇਹਨਾਂ ਨੇ ਝੰਡਾ ਚੜਾਤਾ। ਉਹ ਬਿਲਕੁਲ ਸਰਕਾਰ ਨੇ ਇਹਦਾ ਬਿਲਕੁਲ ਉਹ ਝੰਡੇ ਸਾਡੇ ਕਿੱਥੇ ਨਹੀਂ ਚੜੇ, ਕਿਹੜੇ ਦੇਸ਼ ਸਾਡਾ ਝੰਡਾ ਨਹੀਂ ਹੈਗਾ, ਹਰੇਕ ਦੇਸ਼ ਸਾਡਾ ਝੰਡਾ ਹੈ, ਹਰੇਕ ਦੇਸ਼ ਦੇ ਵਿੱਚ ਸਾਡਾ ਝੰਡਾ। ਜਿਹੜੇ ਪ੍ਰਧਾਨ ਮੰਤਰੀ ਨੂੰ ਇਹ ਝੰਡਾ ਐਡਾ ਭੈੜਾ ਲੱਗਦਾ ਹੈ ਵੀ ਇਹ ਕਹਿੰਦੇ ਨੇ ਸਾਨੂੰ ਇਹ ਅੱਤਵਾਦੀ ਨੇ ਕੁਛ ਨੇ। ਪ੍ਰਧਾਨ ਮੰਤਰੀ ਗੁਰੂ ਘਰ ਜਾਂਦਾ ਹੈ, ਉਹ ਝੰਡੇ ਦਾ ਚਿੰਨ੍ਹ ਸਾਡੇ ਦਾ ਮੱਥੇ ਤੇ ਬੰਨ੍ਹ ਕੇ ਮੱਥਾ ਟੇਕਣ ਜਾਂਦਾ ਹੈ। ਉਹ ਕਿਉਂ ਜਾਂਦਾ, ਉਹਨੂੰ ਝੰਡਾ ਨਹੀਂ ਦੇਖਦਾ, ਇਹ ਖਾਲਿਸਤਾਨੀ ਝੰਡਾ ਹੈ। ਕਿਉਂ ਬੰਨਿਆ ਉਹਨੇ ਬੰਦੇ ਸਾਡੇ ਮੱਥੇ ਤੇ ਬੰਨਿਆ ਉਹਨੇ ਝੰਡਾ। ਉਹ ਕਹਿੰਦਾ ਵੀ ਇਹ ਖਾਲਿਸਤਾਨੀ ਨੇ। ਇਹ ਖਾਲਿਸਤਾਨੀ ਨਹੀਂ, ਇਹ ਜਿਹੜਾ ਸਾਡਾ ਝੰਡਾ ਹੈ ਇਹ ਸਾਡਾ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਾਡਾ ਖਾਲਸੇ ਦਾ ਨਿਸ਼ਾਨ ਹੈ। ਇਹ ਨਿਸ਼ਾਨ ਨੇ ਲਾਲ ਕਿਲੇ ਦੇ ਝੂਲਿਆ, ਅੱਜ ਵੀ ਉਹ ਝੂਲਦਾ ਪਿਆ ਨਿਸ਼ਾਨ ਉਹਦੇ ਵਿੱਚ, ਲਾਲ ਕਿਲੇ ਦੇ ਵਿੱਚ ਇੱਕ ਮੁਕਟੀ ਦੇ ਵਿੱਚ ਅੱਜ ਵੀ ਹੁਣ ਇਸ ਟਾਈਮ ਝੂਲਦਾ ਪਿਆ। ਉਹ ਕਿਉਂ ਝੂਲਦਾ ਪਿਆ? ਚੱਲ ਸਾਡਾ ਦੂਜਾ ਝੰਡਾ ਜਿਹੜਾ ਤਿਰੰਗਾ ਝੰਡਾ ਹੈ ਉਹਨੂੰ ਕਿਸੇ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ, ਉਹਨੂੰ ਕਿਸੇ ਨੇ ਲਾਇਆ ਨਹੀਂ, ਕਿਸੇ ਨੂੰ ਕੁਝ ਨਹੀਂ ਕੀਤਾ। ਸਾਡੇ ਸਾਰੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ, ਸਾਡੇ ਸਾਰੇ ਚੀਜ਼ਾਂ ਨੂੰ ਬਦਨਾਮ ਕਰਨ ਵਾਸਤੇ ਉਹ ਸਾਰਾ ਕੁਝ ਇਹਨਾਂ ਨੇ ਉਹ ਕੀਤਾ ਜੀ ਸਾਡੇ ਵਾਸਤੇ ਕੀਤਾ, ਤੇ ਉਹਨੂੰ ਬਦਨਾਮ ਕਰਨ ਵਾਸਤੇ ਕੀਤਾ। ਪਰ ਲੋਕਾਂ ਦੇ ਵਿੱਚ ਉਹ ਬਦਨਾਮ ਨਹੀਂ ਹੋਏ। ਅਸੀਂ ਸਰਕਾਰ ਸਮਝਦੀ ਵੀ ਹੈ ਵੀ ਇਹ ਲੋਕ ਬਦਨਾਮ ਹੋ ਗਏ ਨੇ ਜੀ, ਇਹਨਾਂ ਨੇ ਕੁਝ ਲੋਕਾਂ ਵਿੱਚ ਜ਼ਿਆਦਾ ਜਜ਼ਬਾਤ ਭਰ ਗਿਆ। ਹੁਣ ਉਦੋਂ ਪਹਿਲਾਂ ਆ ਜਿੰਨਾ ਸਿੰਘੂ ਬਾਰਡਰ ਹੈ, ਅਸੀਂ ਇੱਥੋਂ ਪਹਿਲਾਂ ਵੀ ਮਹੀਨਾ ਲਾ ਗਏ ਇੱਥੇ, ਮਹੀਨੇ ਬਾਅਦ ਅਸੀਂ ਦੁਬਾਰੇ ਹੁਣ ਫੇਰ ਆਏ ਹਾਂ। ਅਸੀਂ 29 ਤਰੀਕ ਨੂੰ 30 ਤਰੀਕ ਨੂੰ ਘਰ ਗਏ ਹਾਂ ਵਾਪਸ, ਹੁਣ ਦੁਬਾਰੇ ਫੇਰ ਆਏ ਹਾਂ। ਪਰ ਬਾਕੀ ਲੋਕਾਂ ਦੇ ਵਿੱਚ ਜਿਹੜੀ ਜਜ਼ਬਾਤ ਨੇ ਉਦੋਂ ਵੀ ਬਹੁਤ ਜ਼ਿਆਦਾ ਨੇ। ਲੋਕਾਂ ਦੇ ਵਿੱਚ ਜਿਹੜਾ ਰੋਸ ਸਰਕਾਰ ਨੇ ਜੋ ਕੁਝ ਕੀਤਾ ਉਹ ਰੋਸ ਬਹੁਤ ਜ਼ਿਆਦਾ ਨੇ। ਪਰ ਸਰਕਾਰ ਦੇ ਜੋ ਚਾਲਾਂ ਨੇ ਉਹ ਚੱਲਣੇ ਆ, ਜਿਹੜੇ ਅਸੀਂ ਪੋਸਟਰ ਲਾਏ ਨੇ ਜਾਂ ਦੂਜੇ ਲਾਏ ਨੇ ਇਹ ਅਸੀਂ ਰੋਸ ਵਾਸਤੇ ਹੀ ਲਾਏ ਨੇ ਵੀ ਸਰਕਾਰ ਸਾਡੇ ਨਾਲ ਰੋਸ ਕਰ। ਇਹ ਹੁਣ ਜੀ ਕਦੇ ਹੁਣ ਬੋਲਦੀ ਪਈ ਹੈ, ਪਾਰਲੀਮੈਂਟ ਦਾ ਸੈਸ਼ਨ ਚੱਲਦਾ, ਬੋਲਦੀ ਵੀ ਉਹਦੇ ਵਿੱਚ ਵੀ ਇਹਦੇ ਕਾਲਾ ਕੀ ਹੈ। ਉਹ ਸਾਰੇ ਕਾਲੇ ਨੇ ਤੇ ਤਾਂ ਹੀ ਲੋਕ ਆਖਣ ਦੇ ਨੇ ਲੋਕ ਪਾਗਲ ਨੇ। ਇਹ ਸਾਨੂੰ ਇਹ ਦੱਸੋ ਚੰਗਾ ਕੀ ਇਹਦੇ 'ਚ? ਸਾਰੇ ਹੀ ਕਾਲੇ ਨੇ ਬਿਲਕੁਲ ਜਮਾਏ। ਤੇ ਇਹ ਦੀ ਗੱਲ ਹੈ। ਅਸੀਂ ਜੇ ਸਾਰੇ ਰੋਸ ਵਜੋਂ ਜਿਹੜੇ ਕਿਸਾਨ ਸਾਰੇ ਬੈਠੇ ਨੇ, ਜਿੰਨਾ ਚਿਰ ਇਹ ਕਾਨੂੰਨ ਇੱਥੋਂ ਇਹ ਵਾਪਸ ਨਹੀਂ ਕਰਦੇ ਨਾ ਕਿਸਾਨਾਂ ਨੇ ਜਾਣਾ ਤੇ ਨਾ ਇੱਥੋਂ ਕਿਸਾਨ ਉੱਠਣ। ਹੁਣ ਸਾਡੀਆਂ ਸ਼ਹੀਦੀਆਂ ਨੇ, ਸਾਡੇ 200 ਤੋਂ ਉੱਤੇ ਸਾਡੇ ਕਿਸਾਨ ਨੇ ਇੱਥੇ ਮਰ ਗਏ ਨੇ, ਇਦੋਂ ਪਹਿਲਾਂ ਸ਼ਹੀਦ ਹੋ ਗਏ ਨੇ। ਤਾਂ ਇਦੋਂ ਹੋ ਸਕਦਾ ਜਿੰਨੇ ਸਾਡੇ ਵੱਧ ਹੋਰ ਹੋਏ, ਕੋਈ ਗੱਲ ਨਹੀਂ। ਅਸੀਂ ਤਾਂ ਕੁਰਬਾਨੀ ਕਰਨ ਵਾਸਤੇ ਬੈਠੇ ਹਾਂ ਇੱਥੋਂ। ਜੇ ਸਰਕਾਰ ਐਂ ਕਹਿ ਦੇ ਕਿ ਵੀ ਐਂ ਉੱਠ ਕੇ ਤੁਰ ਜਾਂਗੇ, ਅਸੀਂ ਐਂ ਉੱਠ ਕੇ ਨਹੀਂ ਜਾਂਦੇ ਇੱਥੋਂ। ਤੇ ਤੁਹਾਨੂੰ ਕੀ ਲੱਗਦਾ? ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਮੈਂ, ਕਿਉਂਕਿ ਇੱਕ ਗੱਲ ਹੈ, ਥੋੜੇ ਦਿਨ ਪਹਿਲਾਂ ਵੀ ਇੱਕ ਕਿਸਾਨ ਨੇ ਫਾਂਸੀ ਦਾ ਫੰਦਾ ਲਾ ਲਿਆ ਸੀਗਾ ਟਿਕਰੀ ਬਾਰਡਰ ਤੇ। ਹਾਂਜੀ। ਤੇ ਕਰਨਾਲ ਦੀ ਗੱਲ ਕਰਾਂ, ਸੰਤ ਰਾਮ ਸਿੰਘ ਜੀ, ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਹਾਂਜੀ। ਕੀ ਲੱਗਦਾ ਕੀ ਮੈਸੇਜ ਜਾਂਦਾ ਹੈ? ਯੂਥ ਸਾਡੇ ਨਾਲ ਹੈ, ਤੁਹਾਨੂੰ ਕੀ ਲੱਗਦਾ ਕੀ ਮੈਸੇਜ ਜਾਂਦਾ ਜਦੋਂ ਫਾਂਸੀ ਦਾ ਫੰਦਾ, ਜਦੋਂ ਪਤਾ ਲੱਗਦਾ ਸਵੇਰੇ ਉੱਠ ਕੇ ਕਿ ਇੱਕ ਕਿਸਾਨ ਵੱਲੋਂ ਫਾਂਸੀ ਦਾ ਫੰਦਾ ਲਾ ਲਿਆ ਗਿਆ, ਉਹਨਾਂ ਵੱਲੋਂ ਆਪਣੇ ਆਪ ਗੋਲੀ ਮਾਰ ਲਿੱਤੀ ਗਈ, ਕੀ ਲੱਗਦਾ ਕੀ ਮਹਿਸੂਸ ਹੁੰਦਾ? ਦੇਖੋ ਜੀ, ਮੈਂ ਨਾ ਆਪਣੀ ਪਰਸਨਲ ਲਾਈਫ ਦੇ ਵਿੱਚ ਹੀ ਮੈਂ ਤੁਹਾਨੂੰ ਆਪਣੇ ਬਿਆਨ ਕਰਨਾ ਚਾਹਣਾ ਵਾਂ ਕਿ ਮੈਂ 1 ਸਾਲ ਮਟਰ ਲਾ ਲਏ ਸੀ। ਪਹਿਲੇ ਸਾਲ ਲਾਏ ਮਟਰ ਦਾ ਮੈਨੂੰ ਬਹੁਤ ਰੇਟ ਮਿਲਿਆ ਤੇ ਮੈਂ ਬਾਹਰ ਵਿੱਚ ਉਤਸ਼ਾਹਿਤ ਹੋ ਕੇ ਮੈਂ ਦੂਜੇ ਸਾਲ ਵੀ ਲਾ ਲਏ। ਜਦੋਂ ਮੈਂ ਪਹਿਲੇ ਸਾਲ ਲਾਏ ਸੀ ਤੇ ਮੈਨੂੰ ਤਕਰੀਬਨ ਘੱਟੋ ਘੱਟ ਵੀ 15 ਰੁਪਏ ਮੁੱਲ ਮਿਲ ਗਿਆ, ਮੈਨੂੰ ਵਧੀਆ ਲੱਗਾ। ਉਹ ਮੈਂ ਉਤਸ਼ਾਹਿਤ ਹੋ ਕੇ ਮੈਂ ਜਿੰਨੀ ਮੇਰੀ ਜ਼ਮੀਨ ਸੀ ਮੈਂ ਸਾਰੀ ਜਲਾ ਤੇ ਉਹ ਬਾਅਦ ਵਿੱਚ ਜਿਹੜੇ ਮੈਂ ਮਟਰ ਉੱਥੇ ਬਾਜ਼ਾਰ ਲੈ ਕੇ ਗਿਆ ਸੀ ਉਹ ਮੇਰੇ ਵਿਕੇ ਹੀ ਨਹੀਂ ਸੀ। ਤੇ ਬਾਹਰ ਵਿੱਚ ਜਿੰਨੇ ਵੀ ਮੈਨੂੰ ਮਿਲਿਆ ਰੇਟ ਮਿਲਿਆ ਉਹ ਮੈਂ ਕੁਝ ਲੇਬਰ ਨੂੰ ਦਿੱਤਾ ਤੇ ਕੁਝ ਮੇਰਾ ਕਿਰਾਇਆ ਵੀ ਨਹੀਂ ਪੂਰਾ ਹੋਇਆ। ਬਾਕੀ ਲੇਬਰ ਨੂੰ ਰੇਟ ਦੇਣ ਵਾਸਤੇ ਮੈਨੂੰ ਆਪਣੀ ਜਿਹੜੀ ਕਣਕ ਦੀ ਫਸਲ ਦੇ ਵਿੱਚੋਂ ਆੜ੍ਹਤੀ ਤੋਂ ਜਾ ਕੇ 5000 ਰੁਪਈਆ ਲੈ ਕੇ ਬਾਹਰ ਵਿੱਚ ਮੈਂ ਉਹਨਾਂ ਨੂੰ ਆਪਣਾ ਜੋ ਹੀ ਦਿੱਤਾ ਵਾ। ਤੇ ਇਸ ਤਰ੍ਹਾਂ ਮੈਂ ਕਹਿਣਾ ਚਾਹਣਾ ਵਾਂ ਕਿ ਉਸ ਦੌਰ ਦੇ ਹਿਸਾਬ ਨਾਲ ਜੇ ਦੇਖੀਏ ਤੇ ਸਰਕਾਰ ਇਹਨਾਂ ਕਾਨੂੰਨਾਂ ਦੇ ਹਿਸਾਬ ਨਾਲ ਇੱਕ ਤੇ MSP ਦੇ ਹਿਸਾਬ ਨਾਲ ਤਾਂ ਅਸੀਂ
ਸਾਡੀ ਇੱਕ ਪੂੰਜੀ ਆ, ਅਸੀਂ ਬਚ ਸਕਦੇ ਆ। ਜੇ ਸਾਡੇ ਕੋਲ MSP ਹੋਵੇ ਤਾਂ ਸਾਨੂੰ ਉਸ ਚੀਜ਼ ਦੀ ਗਾਰੰਟੀ ਆ ਕਿ ਸਾਨੂੰ ਘੱਟੋ ਘੱਟ ਇੰਨਾ ਮੁੱਲ ਮਿਲੂਗਾ। ਨਰਿੰਦਰ ਮੋਦੀ ਤਾਂ ਕਹਿੰਦੇ MSP ਹੈ, MSP ਥੀ, MSP ਰਹੇਗੀ। ਜਨਾਬ MSP ਨੂੰ ਫੇਰ ਕੌਣ ਪੁੱਛੂਗਾ? ਪਹਿਲਾਂ ਜਿੱਦਾਂ ਮੈਂ ਮਟਰ ਵੇਚੇ, ਮੈਂ ਆਪਣੀ ਗੱਲ ਤੁਹਾਨੂੰ ਦੱਸ ਰਿਹਾ, ਜਿੱਦਾਂ ਮੈਂ ਮਟਰ ਵੇਚੇ ਸੀ ਪਹਿਲਾਂ ਮੈਨੂੰ ਵੀ ਲੱਗਦਾ ਸੀ, ਮੈਂ ਵੀ ਉਤਸ਼ਾਹਿਤ ਹੋਇਆ ਸੀ ਕਿ ਇੰਨਾ ਰੇਟ ਮੈਨੂੰ ਮਿਲੂਗਾ। ਜਦੋਂ ਜਨਾਬ ਅਗਲੇ ਸਾਲ ਮੈਨੂੰ ਗਾੜੀਆਂ ਪੱਲਿਓਂ ਫਸਲ ਬੀਜ ਕੇ ਕਰਜ਼ਾ ਪੱਲਿਓਂ ਜਿਹੜਾ ਚੜ ਗਿਆ, ਤਾਂ ਉਹਦਾ ਸਾਰ ਮੈਨੂੰ ਕਿੰਨੇ ਦੇਣਾ ਸੀ ਬਾਅਦ ਵਿੱਚ? ਤਾਂ ਹੀ ਕਿਸਾਨ ਆਤਮ ਹੱਤਿਆ ਕਰਦੇ ਨੇ, ਹੋਰ ਕਿਸਾਨ ਕਰਨਗੇ ਕੀ? ਇਸੇ ਕਰਕੇ ਜਿਹੜੇ ਘਾਤਮ ਜਦੋਂ ਕਰਜ਼ਾ ਚੜ ਦਿੰਦਾ ਜੀ, ਜਦੋਂ ਹੁਣ ਜਾਂ ਸੰਤ ਰਾਮ ਸਿੰਘ ਜੀ ਨੇ ਜਾਂ ਦੂਜੇ ਨੇ, ਉਹ ਹਾਲਾਤ ਵੇਖ ਕੇ ਇੱਥੇ ਹੁਣ ਸਾਡੇ ਨਿੱਕੇ ਜਿਹੇ ਬਜ਼ੁਰਗ ਨੇ ਸਾਰੇ ਬੈਠੇ ਨੇ, ਆਪਣੇ ਸਾਰੇ ਕੰਮ ਧੰਦੇ ਛੱਡ ਕੇ, ਸਾਰਾ ਕੁਝ ਛੱਡ ਕੇ, ਅਸੀਂ ਸਾਰਾ ਕੁਝ ਛੱਡ ਕੇ, ਸਾਡੇ ਜੇ ਐ ਨਹੀਂ ਹੈਗਾ ਸਾਡਾ ਨੁਕਸਾਨ ਨਹੀਂ ਪਿੱਛੇ ਹੁੰਦਾ, ਸਾਡਾ ਬਹੁਤ ਨੁਕਸਾਨ, ਸਾਡੇ ਬੜੇ ਰੁਝੇਵੇਂ ਨੇ। ਸਾਰੇ ਬੰਦੇ ਜਿਵੇਂ ਆਖਦੇ ਨੇ, ਕੁਛ ਆਂਦੇ ਨੇ ਵੀ ਬਾਹਰੋਂ ਫੰਡਿੰਗ ਹੋ ਰਹੀ ਹੈ ਜੀ। ਜੇ ਬਾਹਰੋਂ ਸਾਡੇ ਬੱਚਾ ਕੋਈ ਪੈਸਾ ਘੱਲ ਵੀ ਰਿਹਾ ਜੀ ਕਿਤੇ, ਉਹ ਸਾਡੇ ਬੱਚੇ ਨੇ, ਅਸੀਂ ਪੜ੍ਹਾ ਕੇ ਬਾਹਰ ਘੱਲੇ ਨੇ ਸਾਡੇ ਬੱਚੇ ਸੈਟਲ ਨੇ ਬਾਹਰ, ਸਾਡੇ ਬੱਚੇ ਬਾਹਰ ਸੈਟਲ ਨੇ। ਜੇ ਸਾਨੂੰ ਉਹ ਕੋਈ ਪੈਸਾ ਸਾਡੀ ਮਦਦ ਕਰ ਰਹੇ ਨੇ, ਉਹਦਾ ਮਾਂ ਪਿਓ ਇੱਥੇ ਬੈਠਾ ਹੈ, ਮਦਦ ਕਰ ਰਿਹਾ, ਉਹ ਕਾਹਦੀ ਫੰਡਿੰਗ ਹੋ ਗਈ? ਉਹ ਕੋਈ ਫੰਡਿੰਗ ਨਹੀਂ ਹੈਗੀ ਜੀ। ਤੇ ਇਹਦੇ ਕਰਕੇ ਜਿਹੜੀ ਹੁਣ ਕਿਸਾਨ ਜਦੋਂ ਕਰਜ਼ਾਈ ਕਿਸਾਨ ਹੋ ਜਾਂਦਾ ਜੀ, ਉਹਨੂੰ ਸਾਰੇ ਪਾਸੋਂ ਜੋ ਲੋਕ ਆਂਦੇ ਨੇ ਵੀ ਤੂੰ ਇੱਧਰ ਆ ਜਾ, ਸਾਡੇ ਪੈਸੇ ਦੇ, ਜੋ ਕਿਸਾਨ ਕਰਜ਼ਾਈ ਹੋ ਜਾਂਦਾ ਉਹਨੂੰ ਕੋਈ ਰਾਹ ਨਹੀਂ ਲੱਭਦਾ। ਜੋ ਰਾਹ ਨਹੀਂ ਲੱਭਦਾ, ਸਰਕਾਰ ਦੀ ਨੀਤੀਆਂ ਮਾੜੀਆਂ ਹੋਣ ਕਰਕੇ, ਜੋ ਸਰਕਾਰ ਕਰਜ਼ਾ ਚੜ੍ਹ ਦਿੰਦਾ ਕਿਸਾਨ ਤੇ, ਤਾਂ ਉਹਨੂੰ ਹੋਰ ਕੋਈ ਰਾਹ ਨਹੀਂ ਲੱਭਦਾ, ਤਾਂ ਉਹ ਇਹ ਕੰਮ ਕਰ ਲੈਂਦਾ, ਫਾਹ ਲੈ ਲੇਗਾ ਜਾਂ ਆਪਣੇ ਆਪ ਨੂੰ ਕੋਈ ਗੋਲੀ ਮਾਰ ਲੇਗਾ। ਹੁਣ ਸੰਤ ਰਾਮ ਸਿੰਘ ਜੀ ਜੋ ਮਾਰੀ ਆ, ਉਹਨੂੰ ਕੋਈ ਲੋਕਾਂ ਨੇ ਕੁਝ ਵੀ ਕਿਹਾ ਜੀ, ਉਹਨਾਂ ਆ ਹੋ ਗਿਆ, ਪਰ ਉਹਨਾਂ ਨੇ ਲੋਕਾਂ ਦਾ ਦਰਦ ਵੇਖ ਕੇ, ਉਹ ਬਹੁਤ ਸੋਹਣਾ ਉਹਨਾਂ ਦਾ ਲੋਕ ਪ੍ਰਚਾਰ ਸੀ, ਬਹੁਤ ਸੋਹਣਾ ਲੋਕ ਉਹਨਾਂ ਦਾ ਉਹਨੂੰ ਜੀ ਵੇਂਦੇ, ਅਸੀਂ ਵੇਂਦੇ ਹੁੰਦੇ ਸਾਂ। ਸਾਨੂੰ ਵੀ ਬੜਾ ਦੁੱਖ ਆਇਆ ਗੱਲ ਦਾ, ਸਾਨੂੰ ਬਹੁਤ ਦੁੱਖ ਆਇਆ ਗੱਲ ਦਾ। ਅਸੀਂ ਭਾਵੇਂ ਨਾ ਅਸੀਂ ਸੰਤਾਂ ਜੀ ਨੂੰ ਕੋਲ ਜਾ ਕੇ ਨਹੀਂ ਵੇਖਿਆ, ਪਰ ਉਹਨਾਂ ਦੀਆਂ ਕੈਸਟਾਂ ਬੜੀਆਂ ਸੁਣੀਆਂ ਸਨ, ਸਾਨੂੰ ਬੜਾ ਦੁੱਖ ਆਇਆ ਗੱਲ ਦਾ। ਪਰ ਉਹਨਾਂ ਨੇ ਇਹ ਗੱਲ ਨਹੀਂ ਹੋਈ ਕੋਈ, ਉਹਨਾਂ ਨੇ ਉਹ ਸਾਰੇ ਦਰਦ ਵੇਖ ਕੇ ਜੋ ਕਰਿਆ ਵੀ ਕਿਸਾਨੀ ਦਾ ਦਰਦ ਵੇਖ ਕੇ, ਲੋਕਾਂ ਦਾ ਜਿਵੇਂ ਸਿਆਲ 'ਚ ਆਪਾਂ ਬੈਠੇ ਆ ਇੱਥੇ, ਹੁਣ ਫਰਜ਼ ਕਰ ਲਓ ਅਸੀਂ ਆਪਣਾ ਘਰ ਦੇ ਵਿੱਚ ਇੰਨੀਆਂ ਸੁੱਖ ਸਹੂਲਤਾਂ ਬਣਾਈਆਂ ਨੇ, ਪਰ ਉਹ ਸਾਨੂੰ ਭਾਵੇਂ ਸੁੱਖ ਸਹੂਲਤਾਂ ਨਹੀਂ ਹੈਗੀਆਂ, ਪਰ ਫਿਰ ਵੀ ਅਸੀਂ ਮੋਰਚੇ ਦੇ ਹਰੇਕ ਕਿਸਾਨ ਡਟਿਆ ਤੇ ਪੂਰੀ ਖੁਸ਼ੀਆਂ ਡਟਿਆ। ਸਰ ਅਸੀਂ ਇਹੋ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਾਡੀ ਡਿਮਾਂਡ ਆ, ਤੁਸੀਂ MSP ਦੇ ਕਾਨੂੰਨ ਬਣਾਓ। ਸਾਡਾ ਜਿਹੜੇ ਕਾਨੂੰਨ ਸਾਨੂੰ ਨਹੀਂ ਚਾਹੀਦੇ, ਸਾਨੂੰ ਧੱਕੇ ਨਾਲ ਨਾ ਥੋਪੋ, ਸਾਨੂੰ ਇਹਨਾਂ ਚੀਜ਼ਾਂ ਦੀ ਨਹੀਂ ਜ਼ਰੂਰਤ ਹੈਗੀ। ਕਿਉਂ ਅਸੀਂ ਵੀ ਜਿਹੜੀ ਚੀਜ਼ਾਂ ਚਾਹੁੰਦੇ, ਇਹਨਾਂ ਕਾਨੂੰਨਾਂ ਦੇ ਵਿੱਚ ਖਾਮੀਆਂ ਹੈਗੀਆਂ ਨੇ, ਇਹ ਕਾਨੂੰਨ ਸਾਨੂੰ ਨਹੀਂ ਸਹੀ ਲੱਗਦੇ, ਤਾਂ ਇਸ ਕਰਕੇ ਅਸੀਂ ਕਹਿੰਦੇ ਕਿ ਵਾਪਸ ਕਰੋ। ਤੇ ਤੁਸੀਂ ਕਹਿ ਰਹੇ ਸੀ ਕਿ 2 ਲਾਈਨਾਂ ਤੁਸੀਂ ਲਿਖੀਆਂ ਇਸ ਕਿਸਾਨ? ਹਾਂਜੀ, ਮੈਂ ਨਾ ਲਿਖੀਆਂ ਨੇ ਕਿ ਹੱਡ ਤੋੜ ਮਿਹਨਤਾਂ ਦੀ ਖਾਂਦੇ ਆ ਕਿਸਾਨ, ਤੂੰ ਵੀ ਚੱਲੀ ਸਾਡੀ ਇਹ ਮਿਟਾਉਣ ਨੂੰ ਪਛਾਣ। ਹੱਡ ਤੋੜ ਮਿਹਨਤਾਂ ਦੀ ਖਾਂਦੇ ਆ ਕਿਸਾਨ, ਤੂੰ ਵੀ ਚੱਲੀ ਸਾਡੀ ਆ ਮਿਟਾਉਣ ਨੂੰ ਪਛਾਣ। ਗਲਤ ਲਈ ਆ ਸਾਡੀ ਤੱਕ ਦੇ ਲਈਏ, ਲੈ ਕੇ ਅਸੀਂ ਮੁੜਨਾ ਹੀ ਹੱਕ ਦੇ ਲਈਏ, ਲੈ ਕੇ ਅਸੀਂ ਮੁੜਨਾ ਹੀ ਹੱਕ ਦੇ ਲਈਏ। ਬਦਲ ਗਿਆ ਇਹ ਦੌਰ ਦੇ ਲਈਏ, ਵੇਖ ਲਿਆ ਲਾ ਕੇ ਭਾਵੇਂ ਜ਼ੋਰ ਦੇ ਲਈਏ, ਕੱਢ ਲਾ ਭੁਲੇਖਾ ਜਿਹੜਾ ਸੱਕ ਦੇ ਲਈਏ, ਪੈਣਾ ਤੈਨੂੰ ਛੱਡਣਾ ਹੀ ਹੱਕ ਦੇ ਲਈਏ, ਪੈਣਾ ਤੈਨੂੰ ਛੱਡਣਾ ਹੀ ਹੱਕ ਦੇ ਲਈਏ। ਤੈਨੂੰ ਤੇਰੀ ਪਾਵਰਾਂ 'ਚ ਚਾਹੇ ਜਿੰਨੀ ਆਸ ਏ, ਤੇਰੇ ਲਈਆਂ ਭਾਵੇਂ ਅਸੀਂ ਐਵੇਂ ਨਹੀਂ ਕੋਈ ਖਾਸ ਆ, ਕੱਢ ਲਾ ਭੁਲੇਖਾ ਜਿਹੜਾ ਸੱਕ ਦੇ ਲਈਏ, ਪੈਣਾ ਤੈਨੂੰ ਛੱਡਣਾ ਹੀ ਹੱਕ ਦੇ ਲਈਏ, ਲੈ ਕੇ ਅਸੀਂ ਮੁੜਨਾ ਹੀ ਹੱਕ ਦੇ ਲਈਏ। ਪ੍ਰਦੂਸ਼ਣਾਂ ਦੇ ਲਈ ਨਹੀਂ ਕਿਸਾਨ ਜ਼ਿੰਮੇਵਾਰ ਨੇ, ਕੱਢ ਇਹਦਾ ਸਮਾਧਾਨ ਕਰਕੇ ਵਿਚਾਰਨੀ। ਪ੍ਰਦੂਸ਼ਣਾਂ ਦੇ ਲਈ ਨਹੀਂ ਕਿਸਾਨ ਜ਼ਿੰਮੇਵਾਰ ਨਹੀਂ, ਕੱਢ ਇਹਦਾ ਸਮਾਧਾਨ ਕਰਕੇ ਵਿਚਾਰਨੀ। ਮੁੱਲ ਤੂੰ ਪਰਾਲੀ ਨੂੰ ਵੀ ਚੱਕ ਦੇ ਲਈਏ, ਪੈਣਾ ਤੈਨੂੰ ਛੱਡਣਾ ਹੀ ਹੱਕ ਦੇ ਲਈਏ, ਪੈਣਾ ਤੈਨੂੰ ਛੱਡਣਾ ਹੀ ਹੱਕ ਦੇ ਲਈਏ। ਕਿਸਾਨ ਮਜ਼ਦੂਰ ਏਕਤਾ। 75 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ ਤੇ ਲਗਾਤਾਰ ਹੁਜ਼ੂਮ ਵੱਧਦਾ ਦਿਖਾਈ ਦੇ ਰਿਹਾ। ਹਰ ਇੱਕ ਵਿਚਾਰਧਾਰਾ ਦੇ ਲੋਕ, ਹਰ ਇੱਕ ਸਟੇਟ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਹੁਣ ਵੀ ਅਲੱਗ-ਅਲੱਗ ਸਟੇਟਾਂ ਤੋਂ ਲੋਕ ਹੋਰ ਵੀ ਇੱਥੇ ਆ ਰਹੇ ਨੇ ਤੇ ਅੱਜ ਗੱਲਬਾਤ ਕਰਾਂਗੇ। ਤੇ ਤਸਵੀਰ ਸਭ ਤੋਂ ਪਹਿਲਾਂ ਦਿਖਾਣਾ ਚਾਹਾਂਗਾ ਤੁਹਾਨੂੰ ਕਿ ਇੱਕ ਤਰਫ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਬੈਠੇ ਨੇ, ਇੱਕ ਤਰਫ ਹਰਿਆਣਾ ਦੇ ਕਿਸਾਨ ਉਹ ਬੈਠੇ ਨੇ ਤੇ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕਿਸਾਨਾਂ ਦੀ ਮਨ ਦੀ ਗੱਲ ਹੈ ਜਿਹੜੀ, ਤੇ ਉਹਨਾਂ ਦੀ ਫੀਲਿੰਗਸ ਕੀ ਨੇ, ਕੀ ਸੋਚਦੇ ਨੇ ਇਸ ਕਿਸਾਨੀ ਅੰਦੋਲਨ ਬਾਰੇ, ਕੀ ਸੋਚ ਕੇ ਘਰੋਂ ਇੱਥੇ ਆਏ ਨੇ, ਅਸੀਂ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਭਾਜੀ ਤੁਹਾਡਾ ਸ਼ੁਰੂ ਕਰਦਾ ਜੀ, ਕੀ ਸੋਚ ਕੇ ਇੱਥੇ ਆਏ ਹੋ? 75 ਦਿਨ ਹੋ ਚੁੱਕੇ ਨੇ, ਕੀ ਕੁਝ ਦਿਮਾਗ ਦੇ ਵਿੱਚ ਚੱਲਦਾ ਹੈ? ਘਰੋਂ ਵੀ ਫੋਨ ਆਉਂਦੇ ਹੋਣੇ ਆ, ਕੀ ਸਮੱਸਿਆ ਆ ਰਹੀਆਂ? ਸਮੱਸਿਆ ਤਾਂ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਦੀ ਨੂੰ ਅਸੀਂ ਗਲਤ ਨਹੀਂ ਕਹਿੰਦੇ ਹੋਏ, ਅਸੀਂ ਮੋਦੀ ਸਾਹਿਬ ਦਾ ਇੰਨੇ ਰੇਲ ਰੋਕੋ, ਪਹਿਲਾਂ ਅਸੀਂ ਰੇਲ ਧਰਨਿਆਂ ਤੇ ਬੈਠੇ, ਸਾਰਾ ਕੁਝ ਕਰਤੇ ਪੰਜਾਬ ਦੇ, ਇਹਨੇ ਜਦ ਨਾ ਸਾਡੀ ਸੁਣਨੀ ਨੇ ਕੋਈ ਕੰਨੀ ਜੂਨ ਹੁਣ ਤੱਕ ਨਹੀਂ ਕੋਈ ਸਰਕੀ ਇਹਦੇ। ਹੁਣ ਇਹਨਾਂ ਤੁਮਰ
ਖੇਤੀਬਾੜੀ ਮੰਤਰੀ ਬਣਾਇਆ ਹੋਇਆ, ਜਿਹਨੂੰ ਨਾ ਤਾਂ ਪਤਾ ਕੋਈ ਜੀਰੀ ਲਾਉਣ ਦਾ, ਨਾ ਪਤਾ ਵੀ ਕਣਕ ਕਿਵੇਂ ਬੋਈਦੀ ਆ। ਉਹ ਹਰੇਕ ਵਾਰੀ ਮੀਟਿੰਗ ਕਿਸਾਨ ਭਰਾਵਾਂ ਨੂੰ ਸੱਦ ਲੈਂਦਾ, ਮੀਟਿੰਗ ਕਰਨੀ ਆ। ਉਹ ਜਦ ਵੀ ਇਹ ਵਿਚਾਰੇ ਕਿਸਾਨ ਭਰਾ ਜਾਂਦੇ ਨੇ ਉੱਥੇ, ਉਹਨਾਂ ਨੂੰ ਕੋਈ ਹੋਰ ਲਾਰੇ ਲਾ ਕੇ ਜੀ ਅਸੀਂ ਸੋਧ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਪਰ ਕਿਸਾਨ ਭਰਾਵਾਂ ਨੂੰ ਕੋਈ ਵੀ ਉਹ ਲੜ ਨਹੀਂ ਫੜਾ ਰਹੇ। ਮਤਲਬ ਇਹਨਾਂ ਦਾ ਆਪਸ ਵਿੱਚ ਨਾ ਤਾਂ ਕੋਈ ਤਾਲਮੇਲ ਹੁੰਦਾ, ਨਾ ਕੋਈ ਇਹਨਾਂ ਦੇ ਦੱਸ ਰਹੇ ਨੇ ਵੀ ਅਸੀਂ ਇਹਨਾਂ ਸਾਡੀ ਤਾਂ ਇੱਕੋ ਮਤੀ ਹੋਈ ਆ ਵੀ ਅਸੀਂ ਤਾਂ ਸਿਰ ਤੇ ਕੱਫਣ ਬੰਨ੍ਹ ਕੇ ਆਏ ਆ, ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਇੱਥੋਂ वापस नहीं जावांगे। आपका क्या कहना है? हरियाणा से हो आप? सबसे पहले तो हरियाणा सरकार की बात करूं, खट्टर सरकार है वहाँ, खट्टर की बात करते हैं। उसके बाद एक और नाम सामने आता है, बड़ा नाम, दुष्यंत चौटाला। कह रहा था किसान का बेटा हूँ, किसान का भाई हूँ, किसानों की सुनूंगा, किसानों की आमदनी दुगनी करूंगा। आपका क्या कहना है? जी देखो जी, हरियाणा सरकार के अंदर दुष्यंत साहब है जो मारे साथ मारे वोट लेकर धोखा कर किसाना का साथ नहीं देता। और हम किसान आ रहे हैं, हमारे ये तीनों काले कानून रद्द हो और MSC को कानूनी जामा पहुँचाया जाए। हम बहुत दुखी हो चुके हैं। अगर ये देश के अंदर कोई किसी प्रकार की खट्टर सरकार तो एक साफ ख़त्म है, हरियाणा से फैल है और आगे भी बिल्कुल फैल होगी। इनकी आत्मा इतनी तड़प रही है, अभी सरकार ने सोच लेना चाहिए। 70-75 दिन से किसान बैठे हैं, बहुत तपस्या कर रहे हैं, बसते खांदे किसान एक बागड़ी बना दिए जिससे हमारे किसाना की कोई हमने खतरा है इस बात का हमारे कानून वापस लिए जाए। और बिल्कुल सरकार ने जल्दी से जल्दी बातचीत करनी चाहिए, सेंट्रल गवर्नमेंट ने भी। जी हम किसान हैं, देश के अन्नदाता है, देश का पेट भरते हैं। हमारे बड़े बुजुर्ग आज़ादी के अंदर भी लड़ाई लड़ी और जी ये भी देश का अन्न पूरा किया। हरियाणा पंजाब के हम भाई भाई बैठे हैं, मर जाएंगे लेकिन कानून वापस के बगैर नहीं जाएंगे। मैं गांव गुणा, जिला कैथल, वासुदेव मेरा नाम है, किसान यहाँ 75 दिन से बैठे हैं हम और पूरा जोर शोर से मैं इससे ऊपर अभी सरकार को कहता हूँ, परमात्मा का नाम लेकर हमारी बातचीत सुनी जा मैं। और ये बात जल्दी से जल्दी, जितना जल्दी होगा देश का भला होगा, नहीं देश का नुकसान होगा। एक सवाल आपसे है मेरा, देखो यहाँ दिल्ली में बैठे आप, है ना, 75 दिन से बैठे, आपने कोशिश नहीं करी खट्टर CM से बात करने की, दुष्यंत से बात करने की? दुष्यंत तो किसान ही है, कह रहा था किसान का भाई हूँ, किसान का बेटा हूँ, किसानों की सुनूंगा, आमदन दुगनी करूँगा। कोशिश नहीं करी दुष्यंत से बात करने की आप? कौन नहीं गया, बहुत जा रही है, अगला बात तो नहीं कर रहा किसी गल है भी। इतनी तो देवीलाल का बट्टा लवाना था, भी किसान तो कुआ वो है, किसान तो देवीलाल था। ये तो कहन का किसान है जी, किसाना की हमदर्दी ने जानता ही कौन नहीं, तो इसलिए हम किसान नहीं कहते। किसान तो हमारी सत्ती बरादरी है, बेटी 75 दिन तक पूरे घर तय बराबाद होए बैठे आ, बच्चे हमारे खेता में पड़े है, ना कोई घर की रखवाली करने वाला। जितना नुकसान हमारा पहुँच रहा इतना तो किसी के भी नहीं पहुँच रहा जी। हाँ जी भाजी, की कहना चाहूँगे इस किसानी अंदोलन ਨੂੰ ਲੈ ਕੇ? ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਮੈਂ ਪੁਰਾਣੇ ਬੁੱਢਿਆਂ ਦੀ ਗੱਲ ਕਰਨ ਲੱਗਾ ਤੇ ਵੇਖੋ ਜਿਤਨਾ ਬਾਬੇ ਨਾਨਕ ਨੇ ਆਪ ਖੇਤੀ ਕੀਤੀ ਆ, ਉਤਨਾ ਜਿਹੜੇ ਪੁਰਾਣੇ ਬੁੱਢੇ ਆ ਉਹਨਾਂ ਖੇਤੀ ਕਰਕੇ ਉਹਨਾਂ ਆਪਣੀਆਂ ਜਾਇਦਾਦਾਂ ਬਣਾਈਆਂ, ਜਾਇਦਾਦਾਂ ਕਿਤਨਾ ਬਣਾਈਆਂ, ਬੌਲਦਾਂ ਨਾਲ ਪੈਲੀਆਂ ਵਾਹੀਆਂ, ਬੌਲਦਾਂ ਨਾਲ ਪੈਲੀਆਂ ਵਾਹ ਕੇ ਮੁੱਠੀਆਂ ਨਾਲ ਪੱਠੇ ਕੁਤਰ ਗਏ, ਫਿਰ ਪੁਰਾਣੇ ਬੁੱਢਿਆਂ ਨੇ ਜਾਇਦਾਦਾਂ ਬਣਾਈਆਂ। ਇਹ ਮੋਦੀ ਸਰਕਾਰ ਜਿਹੜੀ ਆ ਇਹ ਸਾਡੀਆਂ ਅੱਜ ਜਾਇਦਾਦਾਂ ਖੋਹਣ ਡਈ ਆ। ਪਹਿਲੋਂ ਆਪਾਂ ਨੂੰ ਧਰਨੇ ਜਿਹੜੇ ਆ ਪੰਜਾਬ ਦੇ ਵਿੱਚ ਲਾਉਣੇ ਪਏ ਆ, ਇਸ ਕਰਕੇ ਲਾਉਣੇ ਪਏ ਆ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਕੱਢੇ ਆ, ਇਸ ਕਰਕੇ ਆਪਾਂ ਨੂੰ ਪੰਜਾਬ ਦੇ ਵਿੱਚ ਧਰਨੇ ਲਾਉਣੇ ਪਏ ਸੀ। ਉੱਥੇ ਆਪਣੀ ਕੋਈ ਸੁਣਾਈ ਨਹੀਂ ਹੋਈ, ਫਿਰ ਆਪਾਂ ਨੂੰ ਦਿੱਲੀ ਦੇ ਵਿੱਚ ਆਉਣਾ ਪਿਆ। ਦਿੱਲੀ ਦੇ ਵਿੱਚ ਆਣ ਕੇ ਵੀ ਆਪਾਂ ਨੂੰ ਸੜਕਾਂ 'ਤੇ ਬਹਿਣਾ ਪੈਣ ਡਿਆ, ਬਹਿਣਾ ਇਸ ਕਰਕੇ ਪੈਣ ਡਿਆ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਕਾਲੇ ਕਾਨੂੰਨ ਜਿੰਨਾ ਇਹ ਵਾਪਸ ਨਹੀਂ ਲੈਂਦੀ ਉਹਨਾਂ ਜੇ ਇੱਥੇ ਧਰਨਾ ਵੀ ਜਾਰੀ ਰਹੂਗਾ। ਆਪਾਂ ਮੋਦੀ ਜੀ ਇੱਕ ਦੇ ਉੱਤੇ ਦੀਵਾ ਬਾਲਿਆ ਵਾ ਤੇ ਬਾਲ ਕੇ ਛੱਡਣਾ ਵਾ, ਤੇ ਉਹਨਾਂ ਜੇ ਭਜਾਉਣਾ ਨਹੀਂ ਆ ਜਿੰਨਾ ਇਹ ਮੋਦੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ। ਤੇ ਆਪਾਂ ਬੇਨਤੀ ਇਹ ਕਰਦੇ ਹਾਂ, ਵੇਖੋ ਜਿਹੜੀਆਂ ਜਾਇਦਾਦਾਂ ਵਾ ਇਹ ਆਪਾਂ ਮੋਦੀ ਨੂੰ ਆਪਾਂ ਖੋਹ ਨਹੀਂ ਦੇਣੀਆਂ ਤੇ ਆਪਾਂ ਉਹਨਾਂ ਜੇ ਉੱਠਣਾ ਨਹੀਂ ਜਿੰਨਾ ਜੇ ਮੋਦੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। तो आपने कोशिश नहीं करी कि दुष्यंत को, एक बार ही बात सुनने में आई थी कि दुष्यंत का हुक्का पानी बंद कर दिया, उसके बाद कोशिश नहीं करी कि दुष्यंत को मजबूर करो, इस्तीफा देगा तो हरियाणा की सरकार गिरेगी, सरकार गिरेगी तो खट्टर साहब मोदी साहब के पास जाएंगे, सरकार गिर चुकी है, दबाव पड़ेगा कि खेती बाड़ी कानून जो रद्द हो।
रीति वोट दे के बना दिया, रीति मारी जैत लगो पूछी को नहीं, जैत तक गिर दिया, बार बार उसका पैरा में पड़ने की जरूरत है। हमने जो कराएगी कर लेगी, उनकी मर्जी है जी। पैरा वाली की बात है जी। आपने वोट दिए, आपने सरकार बनाई, किसानों ने सरकार बनाई, फिर पैरा में गिरने वाली बात क्या है? जब तो युवा जुड़ता फिर था, हमने न्यू थी किसान का बेटा है, अरे कुछ किसाना का नहीं सोचेगा, इतनी बुरा सोचिए, अच्छा नहीं सोचिए। आपका क्या कहना भाई साहब इस चीज में कि लगता नहीं कि हरियाणा की सरकार गिरेगी तो दबाव बढ़ेगा मोदी पे? लगेगा जी, हरियाणा की सरकार गिरेगी तो बहुत मोदी पे। आपने कोई कोशिश नहीं करी कि डिप्टी सीएम को बोलो या तो इस्तीफा दे या फिर गठजोड़ जो भी उनकी सरकार बन रही है कुछ? क्योंकि बीच में बात सुनने को आई थी, पीछे हुक्का पानी बंद कर दिया था, फिर उसके बाद कोशिश नहीं करी दबाव पाए, इस्तीफा दे, कि दबाव बढ़े, खेती बाड़ी बिल रद्द हो, कुछ कोशिश नहीं करी इस तरह की? उसके बाद गांव में पंचायतों जी उसकी कोई इसका सोचन निकाला इस बात का, उसने तो बहुत किसानों के साथ में अनदेखी करी है जी, और उसको बहुत वोट दी थी, आगे उसके गांव में नहीं बढ़ने देवांगा जी। तो आपने ताऊ जिस तरह इन्होंने कही बात कि इन्होंने दुष्यंत आगे वोट आएंगी तो उसको गांव में नहीं बढ़ने देंगे, आपने भी नहीं सोचा है, कुछ बात नहीं करी, या फिर पंचायत में बात नहीं हुई, या फिर कहीं शहर में बात नहीं हुई? किसान जब इकट्ठे हुए हैं महापंचायत में, किसी में नहीं बात हुई कि दबाव पा सकें दुष्यंत का इस्तीफा उसको मजबूर करके दे, हरियाणा की सरकार गिरे, हिले, उसके बाद दबाव ज़्यादा पड़ेगा? कोई कोशिश नहीं करी? हाँ जी, देखो दुष्यंत जितने भी हरियाणा के मंत्री वजीर MP हैं तो वो तो गांवों के अंदर बंद है, बिल्कुल कोई नहीं आंदा, और को लोग हर एक जगह रास्ते पे बैठे हैं, और बिल्कुल यहाँ तो चंडीगढ़ के अंदर बैठ के कोशिश बहुत करी, किसान बिल्कुल जोश है, कोई भी मंत्री MLA कोई भी हरियाणा के अंदर नहीं है, सब ये तो पंचकूला चंडीगढ़ के अंदर बैठे हैं। बाकी अगर मिले तो मिलने के बाद ही पंचायत में तो आने का इनका मतलब हो नहीं, अगर पंचायत में आवे तो बातचीत करा, इसकी सरकार इसका समर्थन छोड़ देना चाहिए। आपने वोट दिया, आप समझते नहीं कि आप मिल भी सको? आप जब आपने वोट चंडीगढ़ के बगैर कहीं मिलते नहीं दिए, ई भी इस टाइम किसाना थे, छत्ती बरादरी थे, कोई भी है, जितने भी हरियाणा के MLA हैं कोई नहीं मिल रहा। कोशिश करी आपने मिलने की? कोशिश करी थी बिल्कुल, कैथल में चौक भी रोक के हैं, बाकी जहाँ रास्ते हैं वहाँ भी है, उधर को निकल जाते हैं, तो कोई नहीं आता। और जी ये इसी देश के लिए अपने हरियाणा के लिए देवीलाल समझ के लोगों ने वोट दिए थे, हमने देवीलाल का पुत्र है, और इसी किसाना का साथ छोड़ दिया। आगे ये जैसे चटैला साहब गए हरियाणा से, वैसे ये जावागा, बिल्कुल आत्मा बन गई छत्ती बरादरी की, और इससे बहुत तंग हो रहे हैं जी यार। ये तीनों कानून वापिस ले सरकार ने गिरा हुआ है, मोदी का ऊपर असर पड़ा इस बात का, जिससे खट्टर सरकार चली जावे, और जो ही देश का भला उसका जी। धन्यवाद। पंजाब ते आना मैं बाबा जी, की लगता क्यों नहीं मन रहा? जो एक तरफों मैं हरियाणे की गल करदा, हरियाणा के किसानों के कई हज़ारों की तादाद के परचे होए, तुसी पंजाब तो आए हो, चलो कांग्रेस सरकार है, परचे नहीं होए, हरियाणा नूं कई दिक्कतां भी होई, इन्हां दे आगू भी चक्के गए, 23 नवंबर नूं चक्के गए, रात नूं 24 नूं चक्के गए, तो इत्थे तुसी हुण उस तो बाद पहुंचे हो, की दिक्कत आईयां ने, की करो सोच के पहुंचे हो? 75 दिन हो चुके ने, एक किसान टिकरी बार्डर ते फांसी का फंदा ला लैंदा ते दूजी तरफ संत राम सिंह जी अपने आप नूं गोली मार लेंदे ने कि मेरे तो ये जबर, ये सरकार मेरे तो देखी नहीं जा रही, इस कानूनां नूं लैके मैं गोली मार रहा अपने आप नूं, तो ਉਹਦੇ बारे की कहना चाहूँगा? श्री वाहिगुरू का खालसा श्री वाहिगुरू की फतेह। मोदी ਨੂੰ ਕੰਨ ਖੋਲ ਕੇ ਸੁਣ ਲੈਣਾ ਚਾਹੀਦਾ ਕਿ ਮੋਦੀ ਤਿੰਨੇ ਕਾਨੂੰਨ ਰੱਦ ਕਰੇ, ਜਿਹੜਾ ਤੋਂ ਬਿਜਲੀ ਬਿੱਲ ਰੱਦ ਕਰੇ, ਜੋ ਜੱਟਾਂ ਦੀਆਂ ਮੰਗਾਂ ਨੇ ਸਾਰੀਆਂ ਪੂਰੀਆਂ ਕਰੇ, ਕਿਉਂਕਿ ਮੋਦੀ ਇੱਕ ਕਿਸਮ ਦਾ ਵਿਕ ਚੁੱਕਾ ਵਾ। ਅਵਾਨੀ ਅਡਵਾਨੀ ਉਹਨਾਂ ਨੂੰ ਮੋਦੀ ਵਿਕ ਚੁੱਕਿਆ, ਉਹਨਾਂ ਤੋਂ ਅਰਬਾਂ ਖਰਬਾਂ ਰੁਪਇਆ ਲੈ ਚੁੱਕਾ। ਮੋਦੀ ਹੁਣ ਦੋਨਾਂ ਪਾਸਿਆਂ ਤੋਂ ਫਸਿਆ ਹੋਇਆ, ਜੇ ਤਾਂ ਜੱਟਾਂ ਦੀ ਕਾਨੂੰਨ ਰੱਦ ਕਰਦਾ, ਅਵਾਨੀ ਹੋਣੀ ਉਹਦੇ ਗੱਲ ਤੇ ਘੋਡਾ ਧਰਦੇ ਨੇ, ਜੇ ਉਹਨਾਂ ਦੀ ਸੁਣਦਾ ਤਾਂ ਫਿਰ ਜੱਟਾਂ ਦਾ ਕੁਛ ਨਹੀਂ ਬਣਨਾ, ਕਿਉਂ ਜੱਟਾਂ ਦਾ ਜਿੰਨਾ ਚਿਰ ਮੋਦੀ ਸਾਡੇ ਕਾਨੂੰਨ ਪਾਸ ਨਹੀਂ ਕਰਦਾ, ਰੱਦ ਨਹੀਂ ਕਰਦਾ, ਉਹਨਾਂ ਚਿਰ ਇਸ ਤੋਂ ਨਾ ਹਿੱਲਾਂਗੇ। ਜਦ ਸਾਨੂੰ ਸਾਲ ਲੱਗ ਜੇ, 2 ਸਾਲ ਲੱਗ ਜੇ, 5 ਸਾਲ ਲੱਗ ਜਾਣ, ਅਸੀਂ ਕਾਨੂੰਨ ਰੱਦ ਕਰਾ ਕੇ ਜਾਵਾਂਗੇ, ਮਰ ਜਾਵਾਂਗੇ ਪਰ ਵਾਪਸ ਨਹੀਂ ਜਾਵਾਂਗੇ। ਇਹ ਸੋਚਿਆ ਹੋਇਆ ਕਿ ਜਾਂ ਤਾਂ ਆ ਰਹੀ ਆ ਪਾਰ ਦੀ ਮਰਨਾ ਮਨਜ਼ੂਰ ਆ, ਕਾਨੂੰਨ ਰੱਦ ਕਰਾਵਾਂਗੇ ਕਰਾਵਾਂਗੇ, ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਇਹ ਸਾਡੀ ਆਪਦੀ ਦਿਲ ਦੀ ਖੁਆਇਸ਼ ਆ, ਔਰ ਨਾ ਸਾਨੂੰ ਕੋਈ ਰੋਕ ਸਕਦਾ, ਨਾ ਹੀ ਅੱਜ ਹਿੰਦੁਸਤਾਨ ਨੂੰ ਕਿਸੇ ਨੇ ਰੋਕਿਆ। ਬਾ ਇੱਕ ਭਾਜਪਾਈ ਕਰਕੇ ਇਕੱਲੀ ਭਾਜਪਾਈ ਆ ਜਿਹੜੀ ਸਾਰਿਆਂ ਦੇ ਗਲ ਗੁੱਠਾ ਦੇ ਰਹੀ ਆ, ਸਾਰੇ ਹਿੰਦੁਸਤਾਨ ਨੂੰ ਮਾਰ ਰਹੀ ਆ।
ਇਹਨੂੰ ਭਾਜਪਾ ਵਾਲਿਆਂ ਨੂੰ ਸੋਚਣਾ ਚਾਹੀਦਾ। ਕਿਸੇ ਵੀ ਟਾਈਮ ਇਹਨਾਂ ਦੀ ਸਰਕਾਰ ਡਿੱਗ ਸਕਦੀ ਆ, ਕੋਈ ਵੱਡੀ ਗੱਲ ਨਹੀਂ। ਇਹ ਕਹਿਣ ਵੀ ਅਸੀਂ ਹਿੰਦੁਸਤਾਨ ਇੱਕ ਪਾਸੇ ਆ, ਭਾਜਪਾ ਹੀ ਇੱਕ ਪਾਸੇ ਆ, ਪਰ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਇਹਨਾਂ ਦਾ ਗਾਂ ਬਣੂ ਕੀ। ਅਸੀਂ ਹੁਣ ਅੱਕੇ ਪਏ ਆ, ਅੱਕਿਆਂ ਨੂੰ ਅੱਕ ਚੱਬਣਾ ਪੈਂਦਾ। ਜੇ ਅਸੀਂ ਅੱਕ ਚੱਬ ਲਿਆ ਫਿਰ ਮੋਦੀ ਹੋਣੀ ਹਿੱਲ ਜਾਣਗੇ, ਤੋਮਰ ਹੋਣੀ, ਨਰਿੰਦਰ ਤੋਮਰ ਹੋਣੀ ਕਿਤੇ ਨਹੀਂ ਦਿਸਣੇ ਹਿੰਦੁਸਤਾਨ 'ਚ। ਇਹਨਾਂ ਨੂੰ ਅਖੀਰ ਭੱਜਣਾ ਹੀ ਪੈਣਾ। ਇਹਨਾਂ ਦੀ ਵਡਿਆਈ ਇਹੀ ਆ, ਆਪਦੀ ਸਰਕਾਰ ਚਲਾਉਣ ਔਰ ਸਾਡੇ ਜਿਹੜੇ ਸਾਰੇ ਆ ਰੱਦ ਕਰ ਦੇਣ। ਅਸੀਂ ਇਹੀ ਇਹਨਾਂ ਦੀ ਬੇਨਤੀ ਵੀ ਕਰਦੇ ਹਾਂ। ਅਸੀਂ ਨਹੀਂ ਦਵਾਈ ਪਾਉਂਦੇ, ਜੇ ਬੇਨਤੀ ਨਾ ਸੁਣੋਗੇ ਫਿਰ ਅਸੀਂ ਦਵਾ ਪਾ ਕੇ ਵੀ ਲਵਾਂਗੇ। ਜੇ ਅਸੀਂ ਸਾਨੂੰ ਨਰਮੀ 'ਚ ਆਉਣਾ ਚਾਹੀਦਾ। ਜੇ ਹਿੰਦੁਸਤਾਨ ਗਰਮੀ 'ਚ ਆ ਗਿਆ ਫਿਰ ਇਹਨਾਂ ਰਹਿਣਾ ਕੱਖ ਨਹੀਂ ਗਾ। ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ? ਕੀ ਨਾਂ ਹੈ ਜੀ, ਕਿੱਥੋਂ ਆਏ ਹੋ? ਇਹ ਤਾਂ ਦੱਸ ਦਿਓ, ਨਾਂ ਤਾਂ ਦੱਸ ਦਿਓ। ਮੈਂ ਕਹਾਂ ਜੀ ਮੇਰਾ ਨਾਂ ਝੋਲਡਾਂ ਤੋਂ ਆਇਆ ਸੀ। ਅੱਖਾਂ 'ਚੋਂ ਪਾਣੀ ਕਿਉਂ ਆ ਰਿਹਾ? ਮੇਰੇ ਸੱਟ ਵੱਜ ਗਈ, ਅੱਖ ਇੱਕ ਹੀ ਆ ਜੀ, ਤਾਂ ਪਾਣੀ ਆਉਂਦਾ। ਸੱਟ ਵੱਜੀ ਜੀ? ਇਹ ਮੇਰੇ ਲੈਂਟਰ ਡਿੱਗ ਪਿਆ ਜੀ ਪਿੰਡ ਜੀ, ਘਰ ਦੇ ਵਿੱਚ ਸੀ ਆਪਦੇ ਲੈਂਟਰ ਡਿੱਗ। ਸੱਟ ਵੱਜਣ ਤੋਂ ਬਾਵਜੂਦ ਵੀ ਇੱਥੇ ਪਹੁੰਚੇ ਹੋ, ਕੀ ਸੋਚ ਕੇ ਪਹੁੰਚੋ? ਕਰਦੇ ਨੇ ਕੀ ਕਿਹਾ ਕਿ ਅੱਖ 'ਚ ਵੀ ਚੋਟ ਸੱਟ ਲੱਗੀ ਹੋਈ ਹੈ? ਸਾਡੇ ਕੰਮ ਸਾਰੇ ਸੈੱਟ ਕਰ ਦੇਵੇ, ਰੱਦ ਕਰ ਦੇਵੇ ਕਾਨੂੰਨ ਜਿਹੜੇ ਕਹੇ ਆ, ਅਸੀਂ ਉਹ ਮੁੜ ਜਾਾਂਗੇ। ਨਹੀਂ ਬੈਠੇ ਇੱਥੇ ਅਸੀਂ, ਕਿਉਂਕਿ ਇੱਕ ਅੱਖ ਤੋਂ ਵੀ ਨਹੀਂ ਦਿਖਦਾ। ਕਈ ਦਿੱਕਤਾਂ ਆ ਰਹੀਆਂ ਹੋਣੀਆਂ ਨਾ, ਹਨੇਰਾ ਵੀ ਹੋ ਜਾਂਦਾ ਹੈ ਨਾ, ਤੇ ਕਾਫੀ ਦਿੱਕਤਾਂ ਆ ਰਹੀਆਂ ਨੇ। ਹਾਂ ਜੀ ਜਾਂਦੇ ਨੇ, ਅਸੀਂ ਹਿਲਦੇ ਨੇ ਇੱਥੋਂ, ਭਾਵੇਂ ਸਾਡੇ ਇੱਕਾ ਚਾਹੇ ਨਹੀਂ ਵੀ ਇੱਕ ਵੀ ਹੈ, ਅਸੀਂ ਜਾਂਦੇ ਨੇ, ਇਸ ਹਿਲਦੇ ਨਹੀਂ ਹੈ। ਅਸੀਂ ਹੱਕ ਲੈ ਕੇ ਹੀ ਜਾਵਾਂਗੇ ਆਪਦੇ। ਸਾਡੇ ਕਾਨੂੰਨ ਰੱਦ ਕਰ ਦੇਵੇ, ਅਸੀਂ ਮੁੜ ਜਾਾਂਗੇ। ਅਸੀਂ ਇੱਥੇ ਕੀ ਕਰਨਾ ਹੁਣ? ਫੋਨ ਆਇਆ, ਕਿਸ ਨੇ ਸੂ ਪੁੱਛੀ ਕਿ ਕੀ ਕਰ ਰਹੇ ਹੋ, ਰੋਟੀ ਫੋਨ ਕਹਿ ਕੇ ਆਏ ਅਸੀਂ ਆਪ ਵੀ ਸਾਡਾ ਕੋਈ ਫਿਕਰ ਨਾ ਕਰਿਓ, ਅਸੀਂ ਆਪਦੇ ਆਪ ਆਵਾਂਗੇ, ਤੁਹਾਨੂੰ ਕੋਈ ਲੋੜ ਨਹੀਂ ਕੋਈ ਗੱਲਬਾਤ ਕਹਿਣ ਦੀ। ਆ ਗੱਲ ਹੈ। ਤੇ ਦੇਖ ਸਕਦੇ ਹੋ ਕਿ ਦਿਖਦਾ ਵੀ ਨਹੀਂ ਹੈ, ਫਿਰ ਵੀ ਇੱਥੇ ਪਹੁੰਚੇ ਹੋਏ ਨੇ। ਬਜ਼ੁਰਗਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਹਰਿਆਣੇ ਦੇ ਬਜ਼ੁਰਗ ਬੈਠੇ ਹੋਏ ਨੇ, ਕਾਫੀ ਉਮੀਦਾਂ ਲੈ ਕੇ ਪਹੁੰਚੇ ਨੇ। ਹਾਂਜੀ, यहाँ बैठे हो आप, घर से भी फ़ोन आता होगा, भाई ठीक हो, ठीक नहीं हो? कईयों की दवाई भी चल रही है, बीपी की चल रही होगी, शुगर की चल रही होगी, है, और सोने में भी दिक्कत आया कर है ना। अब तो ठीक है जी, क्या दिक्कत आ रही है आपको? दिक्कत का तो कमियों नहीं बाबूजी, जैसी रात है शाम। कहने का मतलब ये है बाबूजी, ये बड़ी उम्मीद हुई थी कि भाई ये जिम्मेदार का कुछ काम ठीक करेगा, अच्छा सुधारेगा। इसने कुछ नहीं किया। कुर्सी का लालच के अंदर जी सब सौदा बस मिला जुली में अस्त व्यस्त कर दिया जी। अब हमारी ये विनती है, अगर ये इंसानियत में जिम्मेदार होता और उनसे समर्थन वापस ले लेता तो खट्टर साहब की सरकार गिर जाती और उसको पता लग जाता भाई ये काले कानून कैसे होते हैं। जब वो कह रहा था कि मेरे को कुर्सी से प्यार नहीं है, जब स्टार्टिंग में इलेक्शन हुए थे, मैं किसानों के साथ हूँ, किसानों के लिए ही इलेक्शन लड़ रहा हूँ, किसानों की आमदन दुगनी करूँगा, तो फिर आपने एक बार बात करने की कोशिश नहीं करी कि जब किसान ही नहीं चाहते तो इस्तीफा दे देना चाहिए, किसान आंदोलन में आगे बैठना चाहिए, किसानों के साथ बैठना चाहिए। क्योंकि पहले कह रहे थे किसान हूँ, किसान का भाई हूँ, अब सारे किसान तो यहाँ बैठे बॉर्डरों पे, गाजीपुर बॉर्डर पे बैठे, टिकरी बॉर्डर पे। ये बाबूजी कुर्सी के चिपक गए, कुर्सी किसने मुंडी लगा है? जब तो भूख थी 15 सालों से, ये राजनीति से बाहर से, अब इसने हो रहा लूट शूट कर लो और भाई जिम्मेदारों से क्या लेना है। एक दो जगह हमारे एरिए में गया भी है, ये लोगों ने इसकी बेइज्जती करी है, इंसल्ट करे, इसका कोई हेलीकॉप्टर नीचे नहीं चलने दिया और लोगों ने कहा जाओ तुम्हारा हुक्का पानी बंद है, हमारे साथ तुम्हारा कोई ताल्लुक नहीं है। और बोलो जी बाबू जी। तो बीबियाँ भी इतने पहुँची हुई ने। हाँ जी, कितों आए हो जी? कहाँ? लुधियाने तो आए हो। कितनी उम्र है जी थोड़ी? उम्र तो जी हुण होगी 80 साल की। 80 साल की उम्र है। तो कितनी दिक्कत आ रही है ने? 75 दिन हो गए हैं, की सोचते हो क्यों नहीं मोदी साहब क्यों नहीं मन रहे? अज तो जी इस गल से राजी हैं भी जो मन जाए तो चंगा रहूगा, सानू फायदा ही आ, ओनू भी फायदा वा जो मन जूगा तो। हाँ नहीं फिर अब तो धोखा खाऊगा, हम किसी का तो कुछ नहीं जाना। देखो किसानों की मौतां हो रही ने, 200 तो ज़्यादा मौतां हो चुकी ने। टिकरी बार्डर ते 1-2 दिन पहला एक किसान आत्म हत्या कर लेंदा है, फांसी का फंदा ला लेंदा है। करनाल दे विच भी संत राम सिंह जी ने अपने आप को गोली मार ली थी। ते परसों भी ਸਿੰਘੂ बार्डर ते एक दिन च 2 डैड बॉडियां ने जा रही ने। पर हुण भी हार्ट अटैक होया सीगा एक दिन पहला, तो एक किसान की इत्थे ही मौत हो गई। ਉਹਦੇ ਦੁੱਖ ਨਹੀਂ ਮਰਦੇ ਆ ਜੀ, ਉਹਦੇ ਪਰਿਵਾਰ ਨਹੀਂ ਮਰਦੇ, ਉਹੀ ਮਾਰਦਾ ਸਭ ਨੂੰ। ਜੇ ਉਹ ਚੰਗਾ ਹੋਵੇ ਇਹ ਨੁਕਸਾਨ ਉਹੀ ਕਰਾਉਂਦਾ ਵਾ, ਨੁਕਸਾਨ ਉਹੀ ਕਰਾਉਂਦਾ ਸਾਰੇ।
ਕੋਈ ਉਹ ਸੋਚ ਲਵੇ ਹੁਣ ਇਹਨਾਂ ਜਿਹੜੇ ਬੈਠੇ ਨੇ ਵਿਚਾਰੇ ਘਰ ਬਾਹਰ ਛੱਡੀ, ਦੇਖੋ ਇਹਨਾਂ ਦਾ ਕੋਈ ਹਾਲ ਆ। ਪੂਰਾ ਪੂਰਾ ਬੱਚੇ ਪੋਹ ਮਾਗਦੇ ਮਹੀਨੇ ਬੈਠੇ ਨੇ ਤੇ ਸੜਕਾਂ ਦੇ ਉੱਤੇ। ਬਸ ਵੀਰ ਮੇਰਾ ਇੰਨਾ ਕੁ ਮੇਰਾ ਦਿਲ ਘਟਦਾ ਵਾ ਫਿਰ। ਤੇ ਹਾਂਜੀ ਨਾਂ ਕੀ ਹੈ ਤੁਹਾਡਾ? ਕਿੰਨੀ ਉਮਰ ਹੈ ਜੀ? ਮੇਰੀ 90 ਸਾਲ ਦੀ ਹੈ ਜੀ। 90 ਸਾਲ ਦੀ ਉਮਰ ਹੈ, ਫਿਰ ਵੀ ਇੱਥੇ ਪਹੁੰਚੇ ਹੋ, ਖੁੱਲੇ 'ਚ ਸੋ ਰਹੇ ਹੋ? ਬੱਚਿਆਂ ਦੇ ਮਾਰੇ ਪਹੁੰਚੇ ਆ ਜੀ, ਬੱਚਿਆਂ ਦੇ ਮਾਰੇ ਪਹੁੰਚੇ ਆ। ਨਾ ਨੌਕਰੀਆਂ ਮਿਲਦੀਆਂ, ਨਾ ਰੋਟੀ ਪਾਣੀ ਮਿਲਦਾ, ਸਾਡੀਆਂ ਜ਼ਮੀਨਾਂ ਰੋਕ ਲਈਆਂ ਤਾਂ ਭੱਜੇ ਫਿਰਦੇ ਆ। ਪੰਜਾਬ ਸਰਕਾਰ ਨੇ ਵੀ ਬੋਲਿਆ ਸੀਗਾ ਰੋਜ਼ਗਾਰ ਦੇਗੀ, 1 ਲੱਖ ਨੌਕਰੀਆਂ ਦੇਗੀ, ਤੇ ਨਰਿੰਦਰ ਮੋਦੀ ਨੇ ਵੀ ਕਿਹਾ ਸੀਗਾ 2 ਕਰੋੜ ਨੌਕਰੀਆਂ ਦਊਂਗਾ 1 ਸਾਲ ਦੇ ਵਿੱਚ। ਕਿਉਂ ਮਿਲੀ ਨਹੀਂ ਦਿੰਦਾ ਜੀ, ਕੁਛ ਨਹੀਂ ਦਿੰਦਾ, ਕੁਛ ਨਹੀਂ ਦਿੰਦਾ। ਇਹ ਤਾਂ ਕਿਉਂ ਨਹੀਂ ਦਿੰਦਾ? ਕੁਛ ਨਹੀਂ ਦਿੰਦਾਗਾ। ਕਿਉਂ ਨਹੀਂ ਦਿੰਦਾ? ਕਿ ਕਾਰਨ ਕੀ ਸਮਝਦੇ ਹੋ? ਕਾਰਨ ਜੀ ਆਹ ਸਾਡੇ ਹੁਣ ਗਰੀਬਾਂ ਦੇ ਰੋਕਦਾ ਵਾ, ਜ਼ਮੀਨਾਂ ਦੇ ਕਣਕਾਂ ਰੋਕਦਾ, ਮਹਿੰਗਾਈ ਕਰਦਾ ਵਾ। ਆਲੂ ਕਦੇ ਸੁਣੇ ਸੀ 50 ਆਲੂ 50 ਰੁਪਏ ਕਿਲੋ ਸੁਣੇ ਸੀ? ਗੱਠੇ ਸੁਣੇ ਸੀ ਕਦੇ 100 ਦੇ 3 ਕਿਲੋ 2.5 ਕਿਲੋ 2 ਕਿਲੋ ਸੁਣੇ ਸੀ? ਮੋਦੀ ਦਾ ਸਾਰਾ ਕੰਮ ਕੀਤਾ ਹੈ ਵਾ। ਕਿਉਂ ਨਹੀਂ ਕਾਨੂੰਨ ਰੱਦ ਕਰ ਰਹੇ? ਕੀ ਕਾਰਨ ਸਮਝਦੇ ਹੋ ਕਾਨੂੰਨ ਕਿਉਂ ਨਹੀਂ ਰੱਦ ਹੋ ਰਹੇ? ਜਦੋਂ ਇੰਨੇ ਲੱਖ ਕਿਸਾਨ ਬਾਰਡਰਾਂ ਤੇ ਬੈਠੇ ਹੋਏ ਆ, ਸਾਰਾ ਵਰਲਡ ਦੇਖ ਰਿਹਾ, ਬਾਹਰ ਵੀ ਦੇਖ ਰਿਹਾ ਤੁਹਾਨੂੰ, ਤੇ ਫਿਰ ਨਰਿੰਦਰ ਮੋਦੀ ਕਿਉਂ ਨਹੀਂ ਦੇਖ ਰਿਹਾ? ਕਿਉਂ ਨਹੀਂ ਸਮਝ ਰਿਹਾ ਕਿਸਾਨਾਂ ਦਾ ਦਰਦ? ਇਹਨਾਂ ਦਾ ਹੁਣ ਸਾਨੂੰ, ਅਸੀਂ ਅਨਪੜ੍ਹ ਹਾਂ ਜੀ, ਸਾਨੂੰ ਕੀ ਪਤਾ ਕਾਹਤੇ ਨਹੀਂ ਦੇਖਦੇ। ਅਸੀਂ ਕਿਹੜਾ ਪੜ੍ਹੇ ਲਿਖੇ ਆ? ਮੁੰਡੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਪਤਾ ਹੁੰਦਾ ਵਾ ਸਾਰੀਆਂ ਗੱਲਾਂ ਦਾ, ਹੈ ਨਾ। ਬੱਚੇ ਜਿਹੜੇ ਪੜ੍ਹੇ ਮੁੰਡਿਆਂ ਤੋਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੁੰਡੇ ਵੀ ਇੱਥੇ ਪਹੁੰਚੇ ਹੋਣੇ ਆ? ਮੁੰਡੇ ਵੀ ਬਥੇਰੇ ਆਏ ਹੋਏ ਨੇ ਜੀ। ਤੇ ਉਹਨਾਂ ਤੋਂ ਕਦੇ ਨਾਲ ਬਹਿ ਕੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਉਂ, ਕੀ ਹੋ ਰਿਹਾ ਹੈ, ਕਿਸ ਲਈ ਨਰਿੰਦਰ ਮੋਦੀ ਇਹ ਕਰ ਰਿਹਾ ਹੈ? ਇਹਨਾਂ ਨੂੰ ਉੱਚਾ ਸੁਣਦਾ, ਮੈਨੂੰ ਸੁਣਦਾ। ਤੁਸੀਂ ਕੀ ਕਹਿਣਾ ਚਾਹੋਗੇ? ਨਾਂ ਤਾਂ ਦੱਸ ਦਿਓ। ਮੇਰਾ ਨਾਮ ਜਸਵਿੰਦਰ ਕੌਰ ਆ ਜੀ। ਕਿੱਥੋਂ ਆਏ ਹੋ? ਅਸੀਂ ਲੁਧਿਆਣੇ ਜ਼ਿਲ੍ਹੇ ਤੋਂ ਆਏ ਆ ਜੀ। ਤੇ ਕੀ ਕਹਿਣਾ ਮੋਦੀ ਸਾਹਿਬ ਨੂੰ, ਕੀ ਕਹਿਣਾ ਚਾਹੋਗੇ? ਕੁਝ ਕਹਿਣਾ ਚਾਹੋ ਜਾਂ ਕੁਝ ਦਿਲ ਦੀ ਗੱਲ ਜਾਂ ਕੁਝ ਦਿਮਾਗ 'ਚ ਗੱਲ ਆ ਰਹੀ ਹੋਵੇ, ਸੋਚਦੇ ਹੋਣੇ ਹੋ ਕੁਝ ਗੱਲ, ਕੁਝ ਕਹਿਣਾ ਚਾਹੋਗੇ? ਅਸੀਂ ਤਾਂ ਜੀ ਇਹੀ ਕਹਿੰਦੇ ਆ ਵੀ ਆਹ ਜਿਹੜਾ ਸਾਰੇ ਭਾਈਚਾਰਾ ਬੈਠਾ ਵਾ, ਇਹਨਾਂ ਦਾ ਸਾਰਿਆਂ ਦਾ ਠੀਕ ਠਾਕ ਹੋ ਜਾਵੇ। ਸਿਆਲ ਦੇ ਮਹੀਨੇ ਕਿੰਨੀਆਂ ਰਾਤਾਂ, ਕਿੰਨੇ ਮੀਂਹਾਂ ਦੇ ਵਿੱਚ ਧੁੰਦਾਂ ਪੈਂਦੀਆਂ ਸੀਗੀਆਂ, ਸਾਰੇ ਬੀਬੀਆਂ ਭੈਣਾਂ ਬਜ਼ੁਰਗ ਸਾਰੇ ਮਾਪੇ ਸਾਡੇ ਇੱਥੇ ਬੈਠੇ ਸੀਗੇ, ਸਾਰਿਆਂ ਨੇ ਇੰਨਾ ਟਾਈਮ ਔਖਾ ਕੱਢਿਆ ਵਾ। ਹੁਣ ਮੂਹਰੇ ਗਰਮੀ ਆ ਰਹੀ ਆ, ਕਿੰਨਾ ਔਖਾ ਵਾ, ਘਰਾਂ ਚੋਂ ਇੱਕ ਜਮਾ ਨਹੀਂ ਨਿਕਲ ਹੁੰਦਾ ਹੈਗਾ, ਘਰਾਂ ਜਮਾ ਵੀ ਕਿਸੇ ਕੋਲੇ ਟਾਈਮ ਨਹੀਂ ਹੈਗਾ ਇਸ ਗਰਮੀਆਂ ਹਾਂਜੀ ਹੁਣ ਗਰਮੀਆਂ ਆ ਰਹੀਆਂ ਵਾ, ਕਿੰਨਾ ਔਖਾ ਵਾ। ਬਸ ਛੇਤੀ ਤੋਂ ਛੇਤੀ ਨਵੇੜਾ ਦੇਖਦੇ ਆ ਕਿ ਕਿੰਨੇ ਮੱਛਰ ਹੋਣੇ ਆ ਇੱਥੇ, ਕਿੰਨੀ ਗੰਦਗੀ ਹੈ ਇੱਥੇ। ਹਾਂਜੀ ਹਾਂਜੀ। ਕਿੱਦਾਂ ਸੌਂਗੇ ਸਰਦੀਆਂ 'ਚ? ਤਾਂ ਟਰਾਲੀ ਬੰਦ ਕਰਕੇ, ਪੱਲੀਆਂ ਵਿਛਾ ਕੇ, ਤਰਪਾਲਾ ਵਿਛਾ ਕੇ, ਉੱਤੇ ਗੱਦੇ ਲੈ ਕੇ, ਰਜਾਈਆਂ ਲੈ ਕੇ ਸੋ ਰਹੇ ਸੀਗੇ। ਗਰਮੀਆਂ 'ਚ ਕਿੱਦਾਂ ਸੜਨਾ? ਜੇ ਕਿੰਨਾ ਮੱਛਰ ਹੋ ਜਾਣਾ, ਕਿੰਨੀ ਸਮੈਲ ਹੈ ਇੱਥੇ। ਅਸੀਂ ਤਾਂ ਕਹਿੰਦੇ ਵੀ ਛੇਤੀ ਤੋਂ ਛੇਤੀ ਇਹ ਸੰਪੂਰਨ ਹੋਵੇ। ਪਰਮਾਤਮਾ ਕਿਰਪਾ ਕਰੇ, ਚਲੋ ਮੋਦੀ ਤੇ ਵੀ ਕਿਰਪਾ ਕਰੇ ਪਰਮਾਤਮਾ, ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ 'ਚ ਰੱਖੇ, ਠੀਕ ਠਾਕ ਰੱਖੇ, ਸਾਰੇ ਆਪਦੇ ਘਰਾਂ ਨੂੰ, ਬੱਚੇ ਬੱਚੀਆਂ ਸਾਰੇ ਆਪਦੇ ਘਰਾਂ ਨੂੰ ਜਾਣ, ਘਰਾਂ 'ਚ ਆਰਾਮਦਾਰੀ ਨਾਲ ਸੌਣ, ਜਾ ਕੇ ਸੰਪੂਰਨ ਹੋਵੇ। ਤੁਹਾਨੂੰ ਲੱਗਦਾ ਕਿ ਨਰਿੰਦਰ ਮੋਦੀ ਚਾਹੁੰਦੇ ਨੇ ਕਿ ਜਾਣ ਛੇਤੀ ਘਰ ਤੇ ਜਾ ਕੇ ਸੌਣ ਇੰਨੇ ਆਰਾਮ ਨਾਲ? ਕਿਉਂਕਿ 200 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਤੇ ਲਾਪਤਾ ਵੀ ਕਈ ਕਿਸਾਨ। ਡੇਲੀ ਨਈ ਲਿਸਟਾਂ ਆਉਂਦੀਆਂ ਨੇ ਕਿ ਫਲਾਣੇ ਪੰਜਾਬ ਤੋਂ ਜਾਂ ਫਲਾਣੀ ਹਰਿਆਣਾ ਦੀ ਜਗ੍ਹਾ ਤੋਂ ਲਾਪਤਾ ਨੇ, ਤੇ ਲਗਾਤਾਰ ਲਿਸਟਾਂ ਵੱਧ ਰਹੀਆਂ ਨੇ। ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਨਹੀਂ ਜੀ ਹੁਣ ਸਾਨੂੰ ਤਾਂ ਇੰਨਾ ਨਹੀਂ ਨੌਲੇਜ ਨਹੀਂ ਹੈਗੀ ਜੀ, ਬਸ ਠੀਕ ਠਾਕ ਆ, ਕੋਈ ਨਹੀਂ, ਆਪਦਾ ਇਹ ਪਰਮਾਤਮਾ ਹੀ ਕਿਰਪਾ ਕਰੂਗਾ, ਸੱਚੇ ਪਾਤਸ਼ਾਹ। ਉਹੀ ਅਸੀਂ ਜਿਨ੍ਹਾਂ ਦੇ ਓਟ ਆਸਰੇ ਨਾਲ ਬੈਠੇ ਆ, ਲੰਗਰ ਚੱਲਦੇ ਆ, ਉਹਨਾਂ ਦੇ ਕੋਈ ਟੋਟ ਨਹੀਂ ਹੈਗੀ। ਮਹਾਰਾਜ ਸਾਰਿਆਂ ਤੇ ਕਿਰਪਾ ਕਰੇ, ਠੀਕ ਠਾਕ ਰੱਖੇ, ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ 'ਚ ਰੱਖੇ ਸੰਗਤ ਨੂੰ, ਇਸੇ ਤਰ੍ਹਾਂ ਆਪਦਾ ਠੀਕ ਠਾਕ ਆਪਦੇ ਘਰਾਂ ਨੂੰ ਪਹੁੰਚਣ। ਸਾਡੇ ਤਾਂ ਇਹੀ ਅਰਦਾਸ ਬੇਨਤੀ, ਜੋ ਜਿਹੜੀ ਆ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। हाँ जी भाई साहब, कहाँ से हो? मैं कैथल से हूँ जी, केर सिंह मेरा नाम है। क्या कहना चाहोगे इस किसानी आंदोलन के बारे में? आप पूछो क्या है किसान आंदोलन के बारे में? तो ये भी 3 महीने हो गए बैठे हैं, सरकार सुन नहीं रही। सरकार कौन सी सरकार को सुनाना चाहते हो? हरियाणा की के केंद्र की? सरकार भी, केंद्र की भी। जो हरियाणा सरकार को किसको सुनाने की कोशिश करी आपने सबसे पहले? दुष्यंत चौटाला और खट्टर। दुष्यंत चौटाला ने मरबे वोट लिए बीजेपी के खिलाफ, और उन्हें कहा भाई इन्हें जमुना पार कर देंगे और वोट दो। उसकी 10 सीट आई, नरोली किसाना के वोटा की है, दूसरा कोई शहर नहीं था उसकी कंस्टिट्यूंसी में, सारी गामा की है किसान की। और वो बनने के बाद उसकी गोदी में बैठ गया जगह, और वो वोट ले गया देवीलाल का नाम पे, दादा का नाम नहीं लिया कदे, ओम प्रकाश चौटाला का कदे नाम नहीं लिया थी, दादा का नाम पे वोट ले गया, क्योंकि दादा ने थोड़ा काम कराया किसाना का।
इसलिए वो वोट ले गया हमारे, वोट ले गया। आज वो विदेशा में जा रहा, कहते मैंने पूछना आ जाए, को कहना आ जाए। आपने कोशिश नहीं करी बात करने की? कोशिश करी कि मिलते ही नहीं। खुद उसकी कंस्टिट्यूएंसी मेरे पास ही है, पंचकूले या चंडीगढ़ में कोशिश ही नहीं करी? वो मिलते ही नहीं। क्यों नहीं मिलता? जब आपने वोट दिया, आपने बोला वोट दिया, आपने सरकार बनाई, क्यों नहीं बोलता? उसके जो ओडेज उनसे हैं वो बता रहे हैं क्या इसमें 9 महकमे हैं और वो महकमे सारे मलाईदार महकमे हैं, वो क्यों छोड़ देगा? वो उनका कहना ये है कि भाई कुर्सी के लिए तो हम सब कुछ करें, कुर्सी क्यों छोड़ रहे हैं? नहीं, एक बात है, देखो थोड़ा टेक्निकली जाते हैं। जब दुष्यंत है, अगर दुष्यंत कुर्सी छोड़ता है तो हरियाणा की सरकार गिरती है। हरियाणा की सरकार गिरती है तो एकदम प्रेशर जाता है केंद्र पे कि खेती बाड़ी बिल रद्द होने चाहिए, उसके करके हरियाणा की सरकार गिर गई। तो कोई प्रेशर पाने की कोशिश नहीं करी कि दुष्यंत इस्तीफा दो या फिर हमारे साथ किसान आंदोलन में बैठो? जीप तो कह रहे थे इलेक्शन के टाइम किसान हूँ, किसान का भाई, किसान का बेटा, देवीलाल का पोता हूँ। वो चाणा कंस्टिट्यूएंसी है उसकी, और वो चाणा वाले लोगों ने और लोग भी बुलाए और मंडी में बुलाए। उन्होंने कहा भाई सीमित लोग आओ, ज़्यादा नहीं। तो लोगों ने कहा भाई सीमित लोग क्यों आए? जब आप इलेक्शन लड़ रहे थे उस टाइम तो ये कह रहे थे भाई लोग ज़्यादा से ज़्यादा आओ, आज सीमित क्यों है? उन्होंने बोले 100 आदमी मिल सके हैं, तो उन्हें 100 आदमी, वो बोले अब 100 नहीं मिलते। उनकी उसको उनका आगे उनकी उडिंग करी और वो वहाँ से चला गया, भी नहीं मिले। कोशिश नहीं करी कि बोलना नहीं कि किसी ने लोगों ने नारेबाजी करी भाई क्यों नहीं मिलता? भाई हमने बनाया है, हमने वोट इसलिए थोड़े दिए थे, तो वो मिला नहीं। राजा आया तो किसान प्यारे नहीं है, कुर्सी प्यारी है। कुर्सी प्यारी है, यही तो बात है। यही तो कहा भाई उसमें 9 महकमे हैं, सारे मुलाजदार हैं, क्यों छोड़ लगा हो? उन्हें आज किसान अच्छा नहीं लग रहा। तो आपने कोशिश ही नहीं करी बोलने नहीं कि 24 के बाद भी 24 में फिर इलेक्शन होने हैं? नहीं, 24 का तो उनकी खुद दिखा है, वो तो खेती यही करते हैं वोटों की, क्या उन्हें पता नहीं? उसी चैलेंज कर दिया, कई गाँव में उसका बाइकाट कर दिया, भाई हमारा गाँव में नहीं पढ़ना, जेजेपी का और बीजेपी का। हरियाणा में कहाँ पढ़ेंगे? मैं उनका हेलीकॉप्टर नहीं उतर दिया उसकी कंस्टिट्यूएंसी में, उसमें खट नहीं कि कोई और चीज़ लेके आएंगे, फिर दोबारा सोचेंगे, फिर दोबारा किसानों को बोल देंगे कि सरकार भाई ऐसा है। आवेगा कौन? कांग्रेस ने भी यही कराया, आवेगा कौन? लेकिन मौका पे ये था कि प्रेशर बनाया जाए, भाई इसकी सरकार गिर जाए, ये प्रेशर हो जाए। मोदी ने क्या है? मोदी ने तो खून पे दलाली करी है सारी उम्र। मोदी ने तो गोदरा में कांड करके उड़ा गया, अब यहाँ कर देगा। मोदी तो आज गंदी नारी का कीड़ा का है, भाषण सुना मैंने, उसमें क्या कहा मोदी ने? आगे परजीवी है। कौन है परजीवी? हमारा कुत्ता का कान में कीड़े पड़ गए, डॉक्टर गए, डॉक्टर ने बोले जी कुत्ता कान मारे, क्या है वो? नहीं बोले क्या परजीवी है? नहीं, वो क्या होता है? बोले कीड़े पड़ गए कान में। क्या हमको कीड़े क्या है? वो नॉनसेंस का, गंदी नाली का कीड़ा आज इतना बड़ा हो गया किसानों को। या बैठे यहाँ खालिस्तानी है, उग्रवादी हैं, ये हमारे भाई हैं। कोई SYL का नाम पे बैठ दिए, कोई कौन सी का दादू नलवी नहर है, वो स्पेशल हरियाणा की, वो भी नहीं चला रखी। ये तो पंजाब से संबंधित है, ये तो पंजाब के लगा दी। जो दादूपुर नलवी नहर है वो तो स्पेशल हरियाणा की, वो क्यों नहीं चला रखी? वो भी बंद। जब किसान आए थे दिल्ली में, उसके बाद जब भूख हड़ताल पे बैठना शुरू हुए, उसके बाद हरियाणा में भाजपा सरकार बैठने लगी कि हमारे को पहले SYL का पानी दो, उसके बाद हम इसके बारे में बात करेंगे, पहले में SYL का पानी चाहिए। जो SYL का मुद्दा है ये इनके ढकोसले हैं, ना कोई ऐसा मुद्दा है। अगर इन्होंने SYL पर हम बिठा रखे हैं ना, पाकिस्तान में 3 नहर जाती हैं, समझौता 1 का है, वहाँ डैम बनाई, इतना पैसा दोनों स्टेटों का लग गया कि वहाँ डैम बन सकते थे, इन्होंने नहीं बनाई। इन लोगों ने हमेशा जात पात पे, धर्म पे झगड़े करवाया। गोधरा कांड कितना बड़ा करवाया, हिंदुओं को मोदी ने जिंदा जलवाया, उसके बाद मुसलमानों के सिर लगवाया, और फिर दंगे करवाए, हमारे कितने फौजी शहीद करवाए, किसने करवाई? हमेशा इस पार्टी ने यही काम किया है। बोले बाले लोग हम बोले लग गए और वोट दे दिए इनको। गलती तुम्हारी, हम मानना अपनी नहीं, ऐसा आदमी सीट के लायक नहीं है। अगर इसका थोड़ी सी भी शर्म बाकी है, ये चेयर छोड़कर किसाना बीच में के माफी मांग ले। गलती किस तरह सुधरेगी आपकी? आपने बोला वोट दे के गलती करी, तो गलती अब तो कर दी, हमने कर दी, लेकिन जब हम रोड पे बैठे हैं तो इसको झुकना ही पड़ेगा, चाहे मामना अपना खून सड़क बहाना पड़ो। पीछे हटने का मतलब नहीं हमारा। कह रहे मोदी की
56 इंच का छाती है, एक बारी अड़ियल रवैया है। वो तो मेरे भाई जो 56 इंच की थी नहीं, वो तो खत्म कर दिया हमने। अब तो देखना ये रोएगा, इसको लुकने की जगह नहीं मिलेगी। अगर ये बिल में बढ़ेगा वहां से भी निकाल लेंगे। ये क्या कहता है, थोड़े से लोग बैठे हैं, मुट्ठी भर लोग हैं, हिला देंगे इसको। ये मत समझो हम कमजोर हैं। ये क्या चाहते थे भाई, जो किसान है पटी हुई धोती में फटे कुर्ते मावगा, क्यों? हमारे पास क्या नहीं है, कमाते हैं, दिन रात कमाते हैं। ये हमें सर्दी से क्या डराएंगे? पानी में 12वां महीना में 11वां में पानी देते हैं खेतों में, नीले पैर सर्दी में हो जाते हैं। हम नहीं घबराते सर्दी से, ना हम गर्मी से डरते। लेकिन ठीक है, अच्छी बात है। हम तो ये कहते हैं मोदी साहब मान जाओ, नहीं मानोगे तो भुगतना तो आपको पड़ेगा ही पड़ेगा। हाँ जी, कितों पहुंचे हो जी? की ना ਗੁਰਮੁਖ ਸਿੰਘ ਜੀ ਬਹਿਬਲ ਕਲਾਂ ਜੀ। ਤੇ ਕੀ ਕਹਿਣਾ ਚਾਹੋਗੇ? 75 ਦਿਨ ਤੋਂ ਜ਼ਿਆਦਾ ਹੋ ਗਏ, ਮੌਤਾਂ ਇੱਕ ਦਿਨ 'ਚ 2-2 ਡੈੱਡ ਬੋਡੀਆਂ ਵਾਪਸ ਜਾ ਰਹੀਆਂ ਨੇ। ਹਾਂਜੀ, ਇਹੀ ਹੈ ਜੋ ਨਰਿੰਦਰ ਤੋਮਰ ਨੇ ਬਿਆਨ ਦਿੱਤਾ ਹੈ। ਉਹ ਕਹਿੰਦਾ ਵੀ ਇਕੱਲੇ ਪੰਜਾਬ ਦੇ ਥੋੜੇ ਜਿਹੇ ਲੋਕ ਬੈਠੇ ਆ, ਉਹਨੂੰ ਸਾਰੇ ਸੂਬੇ ਉਹਨਾਂ ਨੂੰ ਦਿਸ ਹੀ ਨਹੀਂ ਰਿਹਾ। 200 ਦੇ ਨੇੜੇ ਕਿਸਾਨ ਮਰ ਚੁੱਕਿਆ ਹੈ, ਜਿਹੜੇ ਕਿਸਾਨਾਂ ਦਾ ਕੋਈ ਮੁੱਲ ਨਹੀਂ ਪਾਇਆ। ਇੱਕ ਦਿਨ ਇੱਕ ਵਾਰੀ ਵੀ ਅਫਸੋਸ ਕਰਕੇ ਨਾ ਨਰਿੰਦਰ ਤੋਮਰ ਨੇ ਕਿਹਾ ਨਾ ਮੋਦੀ ਨੇ ਕਿਹਾ, ਇੱਕ ਵਾਰੀ ਵੀ ਉਹਨਾਂ ਨੇ ਬਿਆਨ ਨਹੀਂ ਦਿੱਤਾ ਵੀ ਇਹਨਾਂ ਦਾ ਇਹ ਕੀ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ, ਕੀ ਇਹਨਾਂ ਨੂੰ ਹੋ ਰਿਹਾ, ਕੀ ਇਹਨਾਂ ਦੀ ਅੱਛਾ, ਕੀ ਇਹਨਾਂ ਦੀ ਗੱਲ ਹੈ, ਕੀ ਬਾਤ ਹੈ। ਹੁਣ ਵੀ ਅੱਜ ਨਰਿੰਦਰ ਤੋਮਰ ਦਾ ਬਿਆਨ ਸੁਣਿਆ ਮੈਂ, ਉਹਨੇ ਇਹ ਕਿਹਾ ਵੀ ਇਕੱਲਾ ਇੱਕ ਸੂਬਾ ਹੈ ਜੋ ਹੱਕ ਮੰਗ ਰਿਹਾ, ਦੂਜੇ ਸੂਬੇ ਨਹੀਂ ਮੰਗ ਰਹੇ, ਦੂਜੇ ਸੂਬੇ ਦਿਸ ਹੀ ਨਹੀਂ ਰਹੇ ਉਹਨਾਂ ਨੂੰ। क्यों नहीं दिस रहे? की कारण मानते हो? क्यों दिस नहीं रही है? देखना नहीं चाहते या जानबूझ के नहीं देख रहे? ਜਾਣਬੁੱਝ ਕੇ ਨਹੀਂ ਦੇਖ ਰਹੇ, ਦੇਖਣਾ ਨਹੀਂ ਚਾਹੁੰਦੇ। ਦਿਸਕਦਾ ਕਿਉਂ ਨਹੀਂ ਰਹੇਗੇ? ਸਾਰੀ ਨਿੱਤ ਜਹਾਜ਼ ਉਹਨਾਂ ਦੇ ਉੱਪਰ ਫਿਰਦੇ ਆ, ਨਿੱਤ ਹੈਲੀਕਾਪਟਰ ਤੇ ਲੈ ਕੇ ਜਾਂਦੇ ਆ ਇੱਥੋਂ, ਨਿੱਤ ਉਹਨਾਂ ਕੋਲੇ ਖਬਰ ਜਾਂਦੀ। ਸਾਰੀ ਖਬਰ ਜਦੋਂ ਆਪਾਂ ਨੂੰ ਪੰਜਾਬ 'ਚ ਜਾਂਦੀ ਹੈ, ਘਰ ਘਰ ਆਪਾਂ ਖਬਰ ਪਹੁੰਚਾਉਂਦੇ ਹਾਂ, ਉਹਨਾਂ ਦੇ ਕੋਲੇ ਕਿਹੜਾ ਖਬਰ ਨਹੀਂ ਜਾਂਦੀ? ਖਬਰ ਤਾਂ ਸਾਰੀ ਪਹੁੰਚਦੀ ਹੈ, ਪਰ ਉਹ ਇਸ ਨੂੰ ਪਾਸੇ ਹੀ ਸਮਝਣਾ ਚਾਹੁੰਦੇ ਵੀ ਇਹ ਸਾਡੇ ਲੋਕ ਹੀ ਨਹੀਂ, ਇਹ ਬਾਹਰ ਦੇ ਲੋਕ ਆਏ ਵੇ ਆ। ਇਹ ਕਿੰਨਾ ਕੁ ਚਿਰ ਰੌਲਾ ਪਾਉਣਗੇ, ਹੰਭ ਕੇ ਉੱਠ ਜਾਣਗੇ। ਉਹਨੂੰ ਹੁਣ ਭਗਵੰਤ ਮਾਨ ਨੇ ਦੱਸਿਆ ਵੀ ਜੇ ਅਸੀਂ ਤਾਂ ਉਦੋਂ ਨਹੀਂ ਭੱਜਦੇ, ਠੰਡ ਤੋਂ ਵੀ ਜੋ ਸਾਡੇ ਹੱਥ ਨੀਲੇ ਹੋ ਜਾਂਦੇ ਆ, ਫਿਰ ਵੀ ਪਾਣੀ ਵੜਦੇ ਆ ਉਸੇ ਕਈ ਨੂੰ ਫੜ ਕੇ। ਅਸੀਂ ਇਸ ਗੱਲ ਤੋਂ ਨਾ ਤਾਂ ਭੱਜਣ ਵਾਲੇ ਆ, ਨਾ ਮੁੱਕਰਨ ਵਾਲੇ ਆ, ਨਾ ਸਾਨੂੰ ਗਰਮੀ ਕੁਝ ਕਰੇ ਨਾ ਠੰਡ ਕਰੇ। ਜਿੰਨਾ ਚਿਰ ਮਰਜ਼ੀ ਕਰ ਲੇ, ਬਿੱਲ ਰੱਦ ਕਰਾਏ ਬਿਨਾਂ ਅਸੀਂ ਵਾਪਸ ਨਹੀਂ ਜਾਵਾਂਗੇ। ਬਾਬਾ ਜੀ ਕੀ ਨਾਂ ਹੈ ਜੀ, ਕਿੰਨੀ ਉਮਰ ਹੈ? मेरी उम्र 90 साल है जी। मेरा नाम प्रीतम सिंह है, पिंड मेरा जस्सोवाल है, लुधियाना जिला है। कि असी पंचायत दे विच असी फैसला किया कि साड़ियाँ 2 ट्रालियाँ खड़ियाँ ने, ये 2 ट्रालियाँ हर वक्त खड़ियाँ रहनगियाँ और 8 बंदे असी 8 दिनों के विच इत्थे रहा करांगे। 8 बंदे रह के जे असी 8 बंदे फिर असी जदों साडे दूजे बंदे 8 बंदे आउणगे फिर असी इत्थों जावांगे। ये साडे पंचायत दा फैसला। अगर जिहड़ा कोई साडा भाईचारा साडी गल नहीं मनदा, असी उस नूं भी ये सोचांगे कि साडे पिंड दा बंदा नहीं हैगा। बाकी गल्लां तां तुसीं जिन्नियां मर्जी करी जाओ, पर साडा एक बयान इक्को ही आ बई इत्थों जिन्ना चिर सानूं इत्थों खुशी नहीं मिलेगी या ये नहीं मनूंगा, असी इत्थों जावांगे नहीं। तो बाकी गल्लां तां आपां बहुत ने। असी पिंड दे विच पक्का फैसला कर चुके हैं कि असी 8 बंदे इत्थे हर वक्त रहांगे। बाकी ਜਿਹੜੀਆਂ ਨੇ ਮਤਲਬ ਇਹ ਤਾਂ ਜਿਹੜਾ ਮੋਦੀ ਆ, ਇਹਨੇ ਲੋਕਾਂ ਨੂੰ ਜਿਹੜੇ ਅਮੀਰ ਔਰ ਗਰੀਬ ਨੇ ਇਹਨਾਂ ਨੇ ਸਾਰਿਆਂ ਨੂੰ ਧੱਕਾ ਮਾਰਿਆ। ਇਹ ਨਾ ਤੁਸੀਂ ਕਹੋ ਵੀ ਇਕੱਲੇ ਮਤਲਬ ਆ ਜ਼ਿਮੀਂਦਾਰਾਂ ਨੂੰ ਮਾਰਿਆ। ਜਿਹੜੇ ਮਜ਼ਦੂਰ ਨੇ ਉਹ ਮਜ਼ਦੂਰੀ ਕਿੱਥੋਂ ਕਰਨਗੇ ਜਦ ਉਹਨਾਂ ਕੋਲ ਕੰਮ ਹੀ ਨਹੀਂ ਰਹੂਗਾ। ਹੁਣ ਸਾਡੇ ਇੱਕ ਮਸ਼ੀਨ ਆਉਂਦੀ ਆ, ਉਹ 20 ਬੰਦਿਆਂ ਦਾ ਕੰਮ ਕਰਦੀ ਆ। ਜਦੋਂ ਇੱਕ ਮਸ਼ੀਨ ਨੇ 20 ਬੰਦਿਆਂ ਦਾ ਕਰਦਾ, ਸਾਡੇ ਤਾਂ 20 ਬੰਦੇ ਮਜ਼ਦੂਰ ਖਾਲੀ ਹੋ ਗਏ। ਇਸ ਕਰਕੇ ਅਸੀਂ ਇਹਨੂੰ ਮੋਦੀ ਨੂੰ ਇਹੀ ਗੱਲ ਕਹਾਂਗੇ ਕਿ ਸਾਡੀ ਜਿਹੜੀ ਮੰਗ ਆ ਉਹ ਪੂਰੀ ਕਰੇ। ਜਿਹੜੇ ਸਾਡੇ ਵੀਰ ਭਾਈ ਕੇਸ ਚੱਲਦੇ ਨੇ ਉਹ ਵੀ ਇਹ ਵਾਪਸ ਲਵੇ। ਬਾਬਾ ਜੀ ਸੋਚਿਆ ਨਹੀਂ 90 ਸਾਲ ਦੀ ਉਮਰ ਆਉਣ ਤੋਂ ਪਹਿਲਾਂ ਕਿ ਤਬੀਅਤ ਵਿਗੜ ਵੀ ਸਕਦੀ ਹੈ, ਬਿਮਾਰ ਵੀ ਹੋ ਸਕਦੇ ਹੋ, ਕੁਝ ਵੀ ਹੋ ਸਕਦਾ ਇੱਥੇ? ਦੇਖੋ ਜੀ, ਅਸੀਂ ਪਹਿਲਾਂ ਹਰਿਆਣੇ 'ਚ ਰਹਿ ਕੇ ਆਏ ਹਾਂ, ਸਾਡਾ ਪਿੰਡ ਜੱਸੋਵਾਲ ਹੀ ਸੀਗਾ। ਅਸੀਂ 21 ਸਾਲ ਘਰ ਦੇ ਧੰਦਿਆਂ ਦੇ ਵਿੱਚ ਜਦੋਂ ਮੈਂ ਕੰਮ ਕਰਦਾ ਸੀ ਨਾ, ਉਦੋਂ 60 ਰੁਪਏ ਨੌਕਰੀ ਸੀਗੀ। ਮੈਂ ਨੌਕਰੀ ਨਹੀਂ ਕੀਤੀ, ਮੈਂ ਘਰ ਦਾ ਕੰਮ ਹੀ ਕੀਤਾ। ਕੰਮ ਕਰਕੇ 21 ਸਾਲ ਬਾਅਦ ਮੇਰੇ ਬਾਪ ਨੇ ਮੈਨੂੰ ਜੁਦਾ ਕਰਤਾ। ਮੇਰੇ ਬਾਪ ਦੀ ਕਬੀਲਦਾਰੀ ਵੀ ਉੱਡੀ ਹੋ ਗਈ, ਮੇਰੀ ਵੀ ਹੋ ਗਈ। ਪਰ ਮੈਂ ਜਿਹੜੀਆਂ ਪੰਜਾਬ ਦੇ ਵਿੱਚ ਮੁਸ਼ਕਲਾਂ ਸਹੀਆਂ ਨੇ ਉਹ ਮੈਨੂੰ ਹੀ ਪਤਾ ਹੈ, ਬਾਕੀ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ। ਬਾਕੀ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਅਸੀਂ ਜਿੰਨੀਆਂ ਮਰਜ਼ੀ ਕਰ ਲਈਏ, ਪਰ ਇਹ ਆ
ਬਈ ਹੁਣ ਸਾਨੂੰ ਦੁੱਖ ਹੀ ਆ ਕਿ ਇਹਨੇ ਕਿਸਾਨਾਂ ਨੂੰ ਵੀ ਮਾਰਤਾ ਔਰ ਮਜ਼ਦੂਰਾਂ ਨੂੰ ਵੀ ਮਾਰਤਾ, ਛੋਟੇ ਜ਼ਿਮੀਂਦਾਰਾਂ ਨੂੰ ਵੀ ਮਾਰਤਾ। ਇਹਨੇ ਕੋਈ ਵਰਗ ਛੱਡਿਆ ਹੀ ਨਹੀਂ ਨੇ। ਬਾਕੀ ਇਹ ਆ ਬਈ ਇਹ ਜਿਹੜਾ ਬੰਦਾ ਵਾ, ਇਹ ਬੰਦਾ ਪਹਿਲਾਂ ਕੁਝ ਹੋਰ ਕਹਿੰਦਾ ਸੀ। ਹੁਣ ਸਾਡੇ ਜਿਹੜਾ ਮੁੱਖ ਮੰਤਰੀ ਆ, ਇਹ ਸਾਨੂੰ ਇਹ ਕਹਿ ਕੇ ਚੱਲਿਆ ਸੀ ਕਿ ਅਸੀਂ ਤੁਹਾਡੀ ਜਿਹੜੀ ਪੈਨਸ਼ਨ ਆ ਉਹ ਅਸੀਂ 2000 ਕਰਾਂਗੇ। ਸਾਨੂੰ 250 ਰੁਪਇਆ ਵਧਾਇਆ, ਉਦੋਂ ਬਾਅਦ ਇਹਨੇ ਕੁਝ ਵੀ ਨਹੀਂ ਬੋਲਿਆ। ਹੁਣ ਜਦੋਂ ਇਹਨੇ ਦਸਤਖਤ ਕੀਤੇ ਆ, ਕੀ ਇਹਨੂੰ ਪਤਾ ਨਹੀਂ ਸੀਗਾ? ਹੁੱਕਾ ਬੰਦ ਕਰ ਦਿਓ। ਠੀਕ ਹੈ ਬਾਬਾ ਜੀ, ਮੈਂ ਦੁਬਾਰਾ ਆਣਾ ਤੁਹਾਡੇ ਕੋਲ। ਹਾਂਜੀ, क्या कहना चाहते? मैं ये कहना चाहता जी, ਆਪਾਂ सेंटर की गल की सी। आप हिंदी में बात करो, हरियाणवी में करो, पंजाबी में करो, जिसमें कंफर्टेबल हो आप उसमें बात। ठीक है, मैं हरियाणवी में बोल रहा। मैं मोदी की बात करी, पीछे हरियाणा जड़िया, हमने अपने जाटा ने आरक्षण मांगा, उसमें हरियाणा जड़िया। जलाने वाले कौन थे? कास्टा में बैंड दिया हम, मारे जो दलने थे वहाँ लोड के बड़े ट्रक खड़े रहे, बावन दंदल ने चल रहे। उनका किसी का भी हमने लूट नहीं करी, ना करी, ना आगे भी नहीं करांगे। हुन भी बैठे हम हमें सरकार दंगे करवाए, खुद लुटे और सिर मारे। अगर हम तो कर दें देशद्रोह के पर्चे दर्ज, अगर ये कर दे इन्हें पर कुछ भी नहीं। जेड़ा ने उन्हें वो झंडा चढ़ाया उसमें उस पर क्यों नहीं पर्चे, क्यों नहीं अरेस्ट करा? इन्हीं के आदमी मारा तो चला 11 बजे, हमने 11 बजे दिल्ली जाना था। और उससे पहले पब्लिक बीजेपी वाले वहाँ बैठ जाए और मरते पहला दंगे कर दिए, सिर मारे लग गए, जो कि मारे आदमी वहाँ पहुँचे ही नहीं। अरेस्ट रास्ता इमाम करे जावा, जो रोड मारे को दिए गए उन्हीं पे मारे को क्यों नहीं जाने दिया? उन पर बैरिकेड क्यों लगाई गई? हमारे रोड बदले गए ताकि ये बदनाम हो जाए, लेकिन हमने ना कोई दंगा कराया, ना हमने कहीं लूट। अगर हमारे मन में कोई फर्क होती नहीं, दिल्ली में लूटपाट हो सकती थी उस टाइम, इतनी दुनिया कुछ भी हो सकता था, बहुत से आदमी मारे जाते। जब 7 साल हो गए मोदी ने बैठे ना, आज तक जाट और जाट सिख परेड में नहीं बुलाएगी मिलिट्री। आज क्यों बुलाई? ये सोचता था यहाँ आएंगे और आपस में फौज के साथ अपने अपने भिड़के मर जाएंगे, लेकिन हम ऐसा गलत काम क्यों करेंगे? क्यों हम वहाँ जाएंगे? जो ये चाल चलेगा नहीं, इससे ज़्यादा जानते हैं। जो चलनी है इसने चल ले, हम उस बात से ना घबराएंगे ना डरेंगे। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਾਜਵਿੰਦਰ ਭੁੱਲਰ। ਇਸ ਵਕਤ ਅਸੀਂ ਖੜੇ ਹੋਏ ਹਾਂ ਬਹਾਦਰਗੜ੍ਹ ਸਿਟੀ। ਇੱਥੋਂ ਲੈ ਕੇ ਟਿਕਰੀ ਬਾਰਡਰ ਤੱਕ ਟਰਾਲੀਆਂ ਖੜੀਆਂ ਹੋਈਆਂ, ਇੱਥੋਂ ਇਹਦੀ ਸਟਾਰਟਿੰਗ ਹੋ ਜਾਂਦੀ ਆ। ਕਿਸਾਨ ਵੀਰ ਇੱਥੇ ਬੈਠੇ ਹੋਏ ਆ। ਗੱਲਬਾਤ ਕਿਸਾਨੀ ਸੰਘਰਸ਼ ਦੀ ਕਰਾਂਗੇ, ਗੱਲਬਾਤ ਕਰਾਂਗੇ 26 ਵਾਲੇ ਘਟਨਾਕ੍ਰਮ ਤੋਂ ਬਾਅਦ ਅੰਦੋਲਨ ਕਿੱਦਾਂ ਦਾ ਚੱਲ ਰਿਹਾ। ਪ੍ਰਧਾਨ ਮੰਤਰੀ ਦੀ ਜਿਹੜੀ ਸਪੀਚ ਹੈ ਰਾਜ ਸਭਾ ਦੇ ਵਿੱਚ, ਜਿਹੜਾ ਭਾਸ਼ਣ ਹੈ, ਉਹ ਤੇ ਕਿਸਾਨ ਵੀਰ ਕੀ ਸੋਚਦੇ ਆ, ਅਗਲਾ ਐਕਸ਼ਨ ਪਲਾਨ ਕੀ ਆ, ਕਿਉਂਕਿ ਮੀਟਿੰਗਾਂ ਹੋ ਰਹੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ, ਅਗਲੇ ਐਕਸ਼ਨ ਪਲਾਨ ਦਿੱਤੇ ਜਾ ਰਹੇ ਆ, ਉਹਦੇ ਬਾਬਤ ਕਿਸਾਨ ਵੀਰ ਕੀ ਵਿਚਾਰ ਰੱਖਦੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਦੇਖ ਰਹੇ ਹੋ ਇਸ ਵਕਤ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆ ਜਿਹੜੇ, ਉਹ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਆਪਾਂ ਕਰਾਂਗੇ, ਪੁੱਛਣ ਦੀ ਸਾਰੀ ਕੋਸ਼ਿਸ਼ ਕਰਾਂਗੇ। ਇਸ ਵਕਤ ਹੁੱਕਾ ਜਿਹੜਾ, ਕਿਉਂਕਿ ਹਰਿਆਣਾ ਦੇ ਕਲਚਰ ਦਾ ਇਹ ਨਿਸ਼ਾਨੀ ਹੈ, ਹੁੱਕਾ ਸੈਂਟਰ ਦੇ ਵਿੱਚ ਰੱਖਿਆ ਹੋਇਆ। ਸਾਰੇ ਗੱਲਬਾਤ ਕਰਦੇ ਆ। ਜੇਕਰ ਗੱਲ ਕਰੀਏ ਹਰਿਆਣਾ ਦੀਆਂ ਖਾਪ ਪੰਚਾਇਤਾਂ ਦੀ, ਤਾਂ ਉਹਨਾਂ ਵੱਲੋਂ ਵੀ ਜਿਹੜਾ ਫਤਵਾ ਜਾਰੀ ਕੀਤਾ ਗਿਆ ਖੱਟਰ ਸਰਕਾਰ ਦੇ ਵਿਰੁੱਧ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪੰਜਾਬ ਦੇ ਕਿਸਾਨ ਵੀ ਬੈਠੇ ਆ, ਤਾਂ ਮੈਂ ਕਹਿੰਦਾ ਕਿ ਇੱਕ ਵਾਰੀ ਆਪਾਂ ਖੜੇ ਹੋ ਕੇ ਗੱਲਬਾਤ ਦਾ ਜਿਹੜਾ ਆਗਾਜ਼ ਹੈ ਉਹ ਸ਼ੁਰੂ ਕਰਦੇ ਹਾਂ, ਕਿਉਂਕਿ ਵੱਡੀ ਗਿਣਤੀ ਵਿੱਚ ਕਿਸਾਨ ਆ। ਸਾਡੀ ਕੋਸ਼ਿਸ਼ ਰਹਿੰਦੀ है कि हर एक किसान के नाल गलबात आप करिए कि किसान की सोचता। हाँ जी भाई जी, राम राम। राम राम भाई जी, राम राम। भाई जी, कौन सा आपका गांव है, कौन सा जिला, एक बार बताइए। मेरा गांव खानपुर है, डिस्ट्रिक्ट हिसार है, तहसील हासी, गांव खानपुर जी। अगर गांव की बात करें तो कैसा सहयोग है किसानी संघर्ष के लिए, क्योंकि बहुत सारे लोग इनमें बढ़ चढ़ के हिस्सा ले रहे हैं, जो 7 समुद्रों से पार हैं वो भी सहयोग दे रहे हैं। गांव का कैसा सहयोग है? गांव पूरा गांव की सपोर्ट है भाई जी, हर एक चीज़ की, खान पीन की, चाहे किसी चीज़ की कोई दिक्कत हो, एक बार फ़ोन करना है, गाड़ी 2 घंटे के अंदर यहाँ पहुँच जाए। गांव के लोग कैसे इसमें शमूलियत करते हैं? जत्थे के रूप में आते हैं, 5-5, 7-7 बंदे आते हैं कि लगातार आप शुरू से बैठे हुए हो? हम तो शुरू से बैठे हैं जी, 2 महीने से ऊपर हो गया, लेकिन अब रूटीन बनी है। गाँव के 10 आदमी 1 हफ्ता रुकेंगे, वो चले जाएंगे, दोबारा 10 और आएंगे। जी जी, मतलब ਕਹਿਣ ਦਾ ਮਤਲਬ ਕਿ ਜੱਥਿਆਂ ਦੇ ਰੂਪ ਵਿੱਚ ਕਿਸਾਨ ਜਿਹੜੇ ਆ ਰਹੇ ਨੇ, ਸ਼ਮੂਲੀਅਤ ਕਰ ਰਹੇ ਨੇ, ਕੁਝ ਦਿਨ ਲਾਉਂਦੇ ਨੇ, ਉਸ ਤੋਂ ਬਾਅਦ ਚਲੇ ਜਾਂਦੇ ਨੇ, ਕਿਉਂਕਿ ਘਰ ਦਾ ਜਿਹੜਾ ਕੰਮਕਾਰ ਆ ਉਹ ਵੀ ਨਾਲ ਨਾਲ ਜਿਹੜਾ
ਚੱਲਦਾ ਰਹਿੰਦਾ। ਬਹੁਤ ਸਾਰੀਆਂ ਗੱਲਾਂ ਬਾਤਾਂ ਸੰਘਰਸ਼ ਬਾਰੇ ਹੋਈਆਂ, ਬਹੁਤ ਕੁਝ ਚੱਲਦਾ ਰਿਹਾ ਕਿ 26 ਦੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਤੁਸੀਂ? 26 तरीक ਨੂੰ ਜੋ ਕੁਝ ਹੋਇਆ ਉਹਦੇ ਬਾਬਤ ਤੁਸੀਂ ਕੀ कहना चाहोगे? वो तो बात चली गई भाई जी, और बहुत शर्मनाक घटना थी वो। हर एक किसान या जो बैठा था बहुत दुखी था, बहुत परेशान हुआ 2 दिन, इतनी अंदर फीलिंग थी, बहुत शर्मनाक घटना थी। लेकिन वो तो चली गई बात। अब जो हमारे बच्चे हैं, छोटे छोटे बच्चे हैं, कई लापता है, 80-80 साल के बूढ़े अंदर है, उनकी पैरवाई करनी चाहिए अब अपने जत्थेबंदियों ने। और मैं हाथ जोड़ के विनती करूँगा उनसे कि भाई जो अपने 80-80 साल के बुजुर्ग, जो 80 साल का बुजुर्ग तो कोई गलत काम नहीं कर सकता भाई, ना कोई तोड़ फोड़ कर सकता, ना किसी से मारपीट कर सकता। लेकिन ये अन्याय, अगर जय रावण सीता तीन नहीं उठाता, इतना बड़ा विद्वानी था, रावण सीता तीन नहीं उठाता तो रामायण नहीं लिखी जाती। अगर कौरव पांडव के साथ छल नहीं करते, पांडव तो पाते थे, कौरवों की बहुत बड़ी संख्या थी, लेकिन महाभारत नहीं लिखी जाती। और मैं गांव खानपुर से स्वर्गीय अमर सिंह का पोता हूँ, स्वतंत्रता सेनानी थे मेरे दादाजी। ये तो लड़ाई कुछ भी नहीं है, उन्होंने तो पानी की पीने की भी बहुत दिक्कत थी, एक महीना जंगलों में काटे, उनकी भूखे नंगे। तो अब तो कुछ भी नहीं, अब तो सारी चीज़ की सुविधा है। ये तो दिन कुछ भी नहीं, ये दिन कुछ भी नहीं है, तो कितना लंबा चलो। उन्होंने जो लड़ाई लड़ी 1947 की सुभाष चंद्र बोस के साथ में, उनके पास तो कुछ भी नहीं था, कपड़े नहीं थे पहनने के लिए, खाने के लिए कुछ भी नहीं, पीने के लिए पानी भी नहीं था, अपने दादाजी बताया करते हमें। और अब तो सारी चीज़ की सुविधा, अब तो हम कहते हैं कि अब तो सब कुछ अवेलेबल है यहाँ पे। जब स्टार्टिंग में आए तो बहुत सारी हमारी रिक्वायरमेंट्स थी, वो लोगों ने पूरी की, वो बहुत सारी संस्थाओं ने पूरी की। पर लगता है कि भाई साहब 26 के बाद असली आंदोलन शुरू हुआ है। पहले तो हम रिक्वायरमेंट्स में जुटे रहे कि हमको ये चाहिए, हमको कंबल चाहिए, हमको गद्दे चाहिए, हमको भोजन चाहिए। लगता है कि 26 के बाद असली आंदोलन शुरू हुआ है। बिल्कुल जी, सबसे पहले तो मैं आपका धन्यवाद करूंगा कि आप जैसे जो चैनल हैं, लोकल चैनल या ठीक लेवल के चैनल है, जो वो हमारी बात को पहुंचा रहे हैं। और जो एक गोदी मीडिया है वो आज तक दिखा ही नहीं रहा। वो तो किसानों को, मतलब जैसे मोदी जी का भाषण भी आपने सुना होगा अभी थोड़े दिन पहले, तो उन्होंने किसानों को आंदोलन जीवी बोल दिया। अगर हम आंदोलन जीवी हैं तो जो हमारे बुजुर्ग थे, हमारे जो बड़े लेवल के शहीद हुए हैं, भगत सिंह लगा लो, चंद्रशेखर आज़ाद लगा लो, उधम सिंह लगा लो, जिन्होंने हिंदुस्तान का नाम बचाया, अगर हम आंदोलन जीवी हैं तो वो भी आंदोलन जीवी थे। तो उन्होंने देश आज़ाद कराया है, तो हम इन तीनों काले कानूनों को वापस करवा के हमें आंदोलन जीवी कहलवाने में गर्व होगा अपने आप को, ताकि हमारे बच्चे ये जान सकेंगे कि हमारे बाप दादा तब वो हमारे आंदोलन जीवी थे और उन्होंने किसान को और जवान को बचाने का काम किया था। आप जो 26 वाली घटना की बात कर रहे हैं, 26 वाली घटना जो 2, 4, 5 जो सरकार के शरारती तत्व थे उनके द्वारा की गई थी। आंदोलन जैसे पहले चल रहा था, आज उससे 30-40% और बढ़ के चल रहा है। आप देख रहे होंगे दिन ब दिन हरियाणा में, पंजाब में और राजस्थान में, यूपी में, सब जगह बहुत बड़ी बड़ी भारी तादाद में रैलियां हो रही हैं। एक किसान जो सिर्फ जिसको किसानी से मतलब था, इससे राजनीति से उसका कोई लेना देना नहीं था, आज वो किसान बड़े लेवल पर, बड़े पद्धर पर बहुत बड़ी बड़ी रैलियां कर रहा है। आप यहाँ भी देखोगे तो यहाँ सारे भाईचारे के लोग खड़े हैं, पंजाब के हैं, हरियाणा के हैं, कोई 1-2 भाई यूपी के भी होंगे, राजस्थान के भी हमारे पास हैं। तो मैं तो इन सब का धन्यवाद करता हूँ कि इतनी भारी तादाद में हम बैठे हैं। तो बहुत बड़ी आंदोलन चल रहा है। जो 26 वाले दिन में हमें भी बहुत महसूस हुआ था कि जो घटना हुई, अगर उस घटना को सरकार अपनी जिम्मेवारी से लेती तो वो घटना कभी हो नहीं पाती। क्योंकि हिंदुस्तान, जहां प्रधानमंत्री हिंदुस्तान का तिरंगा फहराता है स्वतंत्रता दिवस के दिन, उस दिन इतनी सिक्योरिटी होने के बावजूद भी जो सरकार के पिट्ठू थे 2-4, वो उसी लाल किला पे चढ़ के अपना जो खालसा का झंडा था, झंडा तो खालिस्तान का खैर नहीं था, जो लोग खालिस्तान कर रहे हैं वो खालसा का झंडा था, वो लगा देते हैं। तो इसे सरकार की सबसे बड़ी नाकामी, और ये सरकार ख़त्म हो चुकी है। इससे ये साबित हुआ है आज सरकार वो जिसका भी नाम ले रहे हैं वो अपने बंदों का, जिन्होंने ये काम करा है, उनको सरकार ने पकड़ने में आज 15 दिन हो गए हैं। कोई एक पकड़ा गया, नहीं पकड़ा गया, क्योंकि वो सरकार की अपनी चाल थी, सरकार ने पकड़े नहीं हैं। और सरकार जो आंदोलन में आए हुए हमारे बुजुर्ग, हमारे भाई, हमारी माताएं,
मैं एक हमारी बहन है नवदीप कौर, जिसको सरकार ने पता नहीं कहाँ रख रखा है, हमें आज तक उसकी सूचना नहीं है। हम 27-28 तारीख से डेली देख रहे हैं कि उसकी अभी तक सूचना ही नहीं है। क्या ये हमारा कोई लोकतंत्र देश है? सरकार बात करती है कि यहाँ लोकतंत्र का राज है, तो ऐसा कौन सा लोकतंत्र का राज है जो किसान अन्नदाता जो पूरे देश का पेट भरता है उसके साथ ऐसा अन्याय हो रहा है? और अब तो ऐसा करा जा रहा है कि किसान और जवान को भिड़ाया जा रहा है आपस में। तो ये सरकार के लिए बहुत शर्मनाक बात है। और कल भी परसों हमने देखा जैसे मोदी जी अब अपनी बातों से धीरे धीरे करके नीचे आ रहे हैं। कल राज्यसभा में भी बहस हो रही थी, तो अब मोदी जी कह रहे हैं एक कॉल की बात है। कभी किसी किसान नेता के ऊपर आरोप लगाया जाता है, कभी किसी के ऊपर आरोप लगाया जाता है। सरकार को दिखना चाहिए कि 76 दिन से किसान बैठे हैं यहाँ पे। क्या 76 दिन से सरकार अंधी थी? या सरकार के जो नुमाइंदे हैं, आप एमएलए लगा लो, एमपी लगा लो, जिनको हमारे द्वारा ही चुन के भेजा गया, वो हमें पता ही नहीं है, लापता हुए पड़े। गांव-गांव देखोगे आप, हरियाणा, पंजाब, यूपी, उत्तर प्रदेश, झारखंड और भी बहुत सी जगह ऐसी हैं जहाँ पे इन सरकार के नुमाइंदों के बोर्ड लग रहे हैं कि सरकार का कोई भी नुमाइंदा जो सरकार के साथ जुड़ा हुआ है वो किसी गांव में घुसेगा तो उनके साथ पिपली वाला जो कांड इन्होंने करा है, या जो किसानों पे लाठियां बरसाई हैं, वो लाठियां बरसाने से किसान पीछे नहीं हटेगा। मैं उनको ये बात दावे से कह देना चाहता हूँ। मैं मंगाड़ा मेरा गांव है और सिरसा ज़िले में पड़ता है ये गांव। हमारे गांव में परसों 6 तारीख को एक मीटिंग हुई, और बहुत बड़े लेवल पर मीटिंग हुई, जो कम से कम 15 गांवों के लोग थे और उसमें 1500 से लेकर 2000 लोग थे। तो उन्होंने सब ने ये मता पास करा है कि हम लोग इनका भरपूर जोर तरीके से विरोध करेंगे, और कोई अगर सरकार का नुमाइंदा गांव में घुसता है तो उनको लठ बजाने से भी हम नहीं हटेंगे, क्योंकि ये सरकार का करा हुआ काम है। अगर एक मछली खराब हो तो उसका ये मतलब नहीं है भी पूरा तालाब गंदा हो जाए, क्योंकि इतनी बड़ी सरकार है और मोदी या अमित शाह अपने ही ऊपर लेके बैठा है सारी बात। क्योंकि अगर मोदी और अमित शाह, ये तो सिस्टम ऐसा चाइना वाला होने लग गया है कि कल को प्रधानमंत्री एक ही रहेगा, ये प्रस्ताव पास कर देंगे। आज इनके पास बहुमत है, अगर ये प्रस्ताव पास कर देते हैं तो जो आम नागरिक है वो कहाँ जाएगा? इसलिए सरकार को अपने आप इसमें कोई शर्म वाली बात नहीं है। अगर सरकार ये कानून वापस ले लेती है तो हमें कोई दिक्कत नहीं है, हम खुशी खुशी आए हैं, खुशी खुशी अपना घर जाएंगे। भाई साहब, आपने ये बात की, वो लड़की की बात की जो सिंघू बॉर्डर पे पुलिस ने जिसको उठाया, नवदीप कौर, और उसके अलावा अगर जिनके आरोप साबित हुए हैं कि लाल किले में वो दाखिल हुए, उनको पकड़ा गया, जैसे दीप सिद्धू है, लखा सदाना है। बात करें तो ये भी किसानी संघर्ष की बात ही कर रहे थे। ये गांव-गांव में जा रहे थे, नौजवानों को लामबंद कर रहे थे। लेकिन अब जो हमारे किसान नेता है, उन्होंने नवदीप के खिलाफ लिए कोई पैनल नहीं बनाया, प्रेस नोट तो जारी कर दिया कि ये एक्शन प्लान है। पर ये एक्शन प्लान मानते हो कि होना चाहिए था कि कोई वकीलों का सदस्य, कोई एडवोकेट का सदस्य एक लेके आते और बोलते जिनके लोग पकड़े गए हैं कि आपको हेल्प चाहिए तो हम करने के लिए तैयार हैं। आप क्या कहना चाहते हो? बिल्कुल जी, मैं किसान, जितना भी हमारा संयुक्त मोर्चा किसान है, मैं उस सबको यही निवेदन करूंगा कि यहाँ हम हरियाणा, पंजाब, राजस्थान सारे इकट्ठे हैं, तो हमारी सबकी सोच यही है कि जिस दिन से ये घटना हुई है, हमारे जो किसान जथेदार हैं उनको सबसे पहला काम ही ये करना चाहिए था कि हमारे जो नौजवान हैं या हमारी जो बहनें इन्होंने सरकार ने ज़बरदस्ती अंदर उठाई हैं, इनके लिए सबसे पहला प्लान बनाना चाहिए था कि उनको बाहर निकाला जाए, क्योंकि सारे निर्दोष फंसाए गए हैं। अब आप मान के चलो, हमने यहाँ से सिंधु बॉर्डर जाना है तो मैं किसान का बिल्ला लगा के चला जाऊँ तो मेरे को पुलिस वाले उठा लेंगे। तो मतलब इससे मतलब है भी हम लोकतंत्र तो बचा नहीं है, लोकतंत्र खत्म हो गया। तो जो किसान जथेबंदियाँ हैं उनका सबसे पहला काम ही ये रहना चाहिए, क्योंकि आंदोलन बहुत बढ़िया चल रहा है, पीक पे चल रहा है। तो हम भी ये चाहते हैं कि जिनको अंदर लिया गया है, जिनको सरकार ने ज़बरदस्ती उठाया है या जिनका पता नहीं है, उनके परिवार वालों से जल्द संपर्क करा जाए और उनका डाटा ब्यौरा लिया जाए भी वो कहाँ है, कहाँ नहीं है। ये किसान जथेबंदियों का काम है, क्योंकि हम लोग जो आम नागरिक उठ के आया है वो किसान जथेबंदियों के, किसान की आवाज़ के पीछे आया है। तो जो हमें लीड कर रहे हैं, खास करके हमारे जो जथेदार नेता हैं या और भी हरियाणा खाप के हैं या किसी भी खाप से किसानी में जुड़ा हुआ है, मैं उनसे गुजारिश करूंगा खास तौर पर कि वो इस नेक काम को करने का सबसे पहल करें, पहला काम, क्योंकि हमारा यही है।
हमारे वो भी बालक आ जाएंगे तो हमारा आंदोलन और तेज होगा और इससे हमें बहुत ज़्यादा मजबूती मिलेगी, क्योंकि सरकार अब झुकने लग गई है तो वो बालक बाहर आ जाएंगे तो हम तो जीते समझो। बिल्कुल आपकी बात बीच में ही है, ये बात बिल्कुल दुरुस्त है कि अगर हमारे संयुक्त किसान मोर्चा ऐसा काम करता है तो ये जो लोग खड़े हैं, जो नौजवान इस आंदोलन में हैं, उनसे एक भय है वो ख़त्म हो जाएगा कि अगर हमको किसी तरह पुलिस ने अरेस्ट कर लिया तो हमारे पीछे हमारा संयुक्त किसान मोर्चा है। पहल करनी चाहिए। बहुत सारे किसान जेलों में है, तिहाड़ जेल में बंद है, पैरवाई नहीं हो रही। प्रेस नोट तो जारी किया पर उसमें एक ये भी पॉइंट होना चाहिए था कि हम उनकी पैरवाई करने की पहल करेंगे। भाई साहब और भी खड़े हैं हमारे साथ। भाई साहब, मोदी साहब ने ये कहा कि आंदोलन ख़त्म कर दो, हम किसान भाइयों को कहते हैं कि वापस चले जाओ, एमएसपी थी रहेगी, और ये जो कृषि कानून है जिनको हम रद्द कराने के लिए बैठे इनकी तो बात ही नहीं कर रहे, वापस जाने को बार बार कह रहे हैं। सबसे पहले तो मेरा हरियाणा, पंजाब और राजस्थान, यूपी या पूरे देश के जो भी किसान आए हुए हैं उनको सभी को राम राम, सत श्री अकाल जी। क्या कहना चाहते हो कि प्रधानमंत्री को बार बार यही कह रहे हैं कि किसान वापस चले जाएं, बुजुर्ग वापस चले जाएं, क्या लगता है कि बुजुर्गों से किसान सरकार को कोई दिक्कत लगती है कि इनका तजर्बे से वो डरते हैं? ऐसा है, हमारे प्रधानमंत्री जी तो हमें परजीवी और आंदोलन जीवी बोलते हैं। परजीवी होता है जैसे हमारी भैंसों का, बैलों का जो चिच्चड़, कलीले, सोरी लगती थी उनको परजीवी बोलते हैं। जो टोटल दूसरे पर डिपेंडेंट होते हैं उसको परजीवी बोलते हैं। किसान परजीवी नहीं है, किसान का ऊपर जो बैठ के खाते हैं वो परजीवी है। जो हमें परजीवी कहता है वो खुद परजीवी है, हम परजीवी नहीं है। रही बात वापस जाने की, हमारा कानून, ये काले कानून वापस ले लो, हम खुशी खुशी जाएंगे। जैसे हमारे भाई साहब ने बताया कि हम बिल्कुल खुशी खुशी जाएंगे। और रही जैसे आपने भाई ये कहा भाई किस वापस लेने की, तो वापस ले ले। सरकार ने 1907 में भी तो लिए थे, तब भी ऐसे ही, तब गोरे अंग्रेजों ने कराया था, अब हमारे काले अंग्रेज हैं उनने किया है। इससे अब जैसे 2 दिन पहले मैं झारखंड गया था, वहाँ रांची में बैठ के एक जगह हजारीबाग के पास चाय पी रहा था मैं, तो वहाँ पूरा एरिया खाली पड़ा है और वहीं एक किसान बेचारा अपनी चाय की दुकान खोल रहा है। मैंने उस पर पूछा भाई आप खेती क्यों नहीं करते? बोले बाबू खेती करके क्या करेंगे, चावल 10 रुपये किलो बिकता है और 10 रुपये से ज़्यादा हमारी लागत आती है। अगर मैं झूठ बोलूँ मैं अब भी उस आदमी पर जाके कहलवा सकता हूँ। आपने उससे ये नहीं पूछा, उसकी चाय की दुकान थी, कि क्या वो प्रधानमंत्री तो नहीं बनना चाहता? अरे वो बोले मैं प्रधानमंत्री, चलो ये मैंने नहीं पूछा उससे, बट उनके बेचारे का प्रधानमंत्री कौन बनेगा जब पहले पेट से तृप्त हो जाएगा, उसके बाद वो आगे की सोचता है। सुंदर कपड़े भी हो, उसके बाद राजनीति हो। मतलब जिस आदमी ने हर रोज अपने हैंड टू माउथ है वो प्रधानमंत्री बनने की नहीं सोच सकता। अगर प्रधानमंत्री बनने की बात आती है तो हमारे देश का प्रधानमंत्री कहते हैं पहले चाय बेचता था। अगर वो चाय बेचता था तो वो गरीबी दबके से उठे हैं, उनको गरीबों की मुश्किलें का भी पता है, किसानों की मुश्किल का भी पता है। क्या मानते हो मजबूरी क्या? अगर बिल पास कर सकते हैं तो वापस क्यों नहीं ले सकते? मजबूरी क्या हो सकती है? क्या उनको मुश्किल नहीं दिखती किसानों की? ऐसा है, हमारे प्रधानमंत्री जी झूठ बोल रहे हैं। इन ना कभी चाय बेची ना, और इन हमेशा पहले इनका घर से चोरी करी, इनके पिताजी उसी सदमे में मरे। उसके बाद इन मांगा, मतलब भीख मांगी खाया। ये तो ये बोलते हैं कि मन तो किसी का भी गया और मैंने मांग के खा लिया। अरे भीख मंगा, अब भी हम भी आपसे एक भीख मांग रहे हैं, हमारे काले कानून वापस ले लो। भीख मंगा, जल्दी भीख मंगे तो एक भीख मंगा ने अब 10 लाख रुपए दान दिया है इस अनाथ आश्रम में। इस भीख मंगे से भी हम यही प्रार्थना कर रहे हैं कि हम भीख मंगे हो जाएंगे अगर आप हमें हमारे काले कानून वापस ले लो। हम आपसे भीख मांगते हैं इस बात की, और अगर आप भीख नहीं दोगे तो हम धक्के से छीनना भी जानते हैं। हम भगत सिंह और चंद्रशेखर, राजगुरु और चौधरी छोटू राम, सुखदेव की इनकी औलाद है, हमारे रगों में उनका खून दौड़ रहा है। अभी तक हमारा खून ठंडा नहीं हुआ है और हम उनके नक्शे कदम पर चलने के लिए तैयार हैं। जैसे चौधरी छोटू राम जी ने किसानों की फसलों में आग लगवा दी थी, आज भी हम आग लगाने से नहीं हिचकेंगे, हम चाहे भूखे मर जाएं, लेकिन इनको जो हमें परजीवी कहते हैं उनको सबक जरूर सिखा देंगे। और वो राज करते हैं हमारे ऊपर, जब हम फेल हो जाएंगे तो वो हमारे से पहले फेल होंगे।
जो आज इतनी ऐशो आराम हमारे वोट की वजह से, जो स्वर्ग जैसे मजे ले रहे हैं ना, वो हमारे वोट की वजह से ले रहे हैं, हमारे ऊपर ले रहे हैं। और आज हमें परजीवी कहते हैं तो हमें मतलब यहाँ आके तो हमें ये भी कहलाने में शर्म आती है कि हम भारतीय हैं, और वो हमें खालिस्तानी बोलते हैं। अगर उनको यही चीज़ अच्छी लगती है नहीं तो हमें खालिस्तान भी दे दो। फिर अगर ये हमारे कृषि मंत्री जी बोलते हैं कि ये 2 राज्यों की लड़ाई है, 3 राज्यों की लड़ाई है, भाई हरियाणा, पंजाब, यूपी, कुछ राजस्थान, उत्तराखंड, इनकी लड़ाई है, तो इन अलग कर दो जो अगर आपने अच्छे नहीं लगते तो। हम तो फिर भी तैयार हैं, लेकिन आप इनने क्यों, हम देश का 70% खाद्यान्न हरियाणा, पंजाब, उत्तराखंड, पश्चिम उत्तर प्रदेश, पूरा देश का 70 से 80% खाद्यान्न देता है। तो हम बताइए हम 2 राज्य कहाँ हुए? हम तो 80% राज्य हुए यहाँ आके तो खाद्यान्न की दृष्टि से। तो जब हम खाद्यान्न दे सकते हैं, अगर हम 2 ही राज्य लगाएं तो जो अगर आपने अच्छे नहीं लगते इस भारत देश में तो कर दो अलग। खालिस्तानी का कहने से अच्छा और हमें गाली देने से अच्छा। रही बात 26 जनवरी की घटना की, 26 जनवरी ने इन दीप सिद्धू बाइक पर आया और बाइक पे ही चला गया अपने निशान साहब का झंडा फहरा के। और निशान साहब का झंडा भी इतनी बुरी बात भी नहीं है कि भाई उससे देश में कोई इतना बड़ा बवाल होगा। निशान साहब कोई बुरा नहीं है, उसी निशान साहब की वजह से हमारा गुरु गोविंद सिंह जी ने हिंदू धर्म भी तो बचाया था, जिसने सेना बनाई थी। उस टाइम भी वो झंडा सबने प्यारा लगा था। आज इस झंडे की ये मुखालफत कर रहे हैं, ये भी इनकी माड़ी बात है। मैं तो देखिए इस बात से भी सहमत हूँ कि झंडा कुछ कोई गलत भी नहीं किया। अगर निशान साहब का झंडा है तो गलत नहीं है, खालिस्तान का झंडा है तो गलत है। आपकी बात बीच में ही है, आपको लगता है कि ये गलत नहीं है, पर हमारे किसान नेता कहते हैं कि हम लखा सिंधाना और दीप सिद्धू की पैरवाई नहीं करेंगे कि उन्होंने गलत किया। लेकिन दूसरी तरफ देखें तो उन्होंने स्टार्टिंग में गांव-गांव में जाके लोगों को लामबंद किया, नौजवानों को लेके आए। 26 के लिए खासकर उन्होंने नौजवानों को लेके आया। लेकिन चलो जानबूझ के नहीं हुआ, गलती से हो गया, पुलिस ने भी जाने दिया। पर अब हमारे किसान नेता कहते हैं हम उनकी पैरवाई नहीं करेंगे, तो जो बाकी नौजवान लगता है उनको ठेस पहुंचेगी। ऐसा है, लखा सिंह और ये अपना दीप सिद्धू है, ये सरकार के आदमी थे। सरकार किसी भी आंदोलन को फेल करने के लिए पहले अपने आदमी घुसाती, उसमें वो लोगों में अपनी पैंठ बना ले, अपने पीछे कर ले। तो ये सरकार की बहुत बड़ी चाल थी कि भाई हमारे नौजवान, कुछ नौजवान हमारे बैके हैं जो नहीं। सिंगू बॉर्डर की स्टेज चली तो वहाँ से हमारे किसान नेता कहते दिखे, और आज भी देख सकते हैं, वीडियोज़ है कि हम लाल किले पे जाएंगे, हम झंडा लहरा देंगे, हम मोदी के ऊपर ट्रैक्टर चढ़ा देंगे। अगर नौजवानों को उकसाया तो तभी नौजवानों ने ये काम किया, गलती थी हमारे नौजवानों ने, हमारे किसी भी किसान नेता ने, जो हमारे जत्थेदार हैं, किसी ने भी ये नहीं कहा कि भाई हम किसका, उनने यही कहा था हम झंडा फहरा देंगे, हम भारत देश का तिरंगा फहराएंगे। नहीं, उनने किसी झंडा का स्पेशली नाम नहीं लिया। इसलिए यह सरकार भ्रामक प्रचार कर रही है। झंडा हम किसका फहराएंगे? हम इस देश के नागरिक हैं, हमें इस देश का झंडा ही अच्छा लगता है। इस झंडे के लिए तो हमारी पीढ़ियाँ कुर्बान होगी। और ये सरकार गलत प्रचार कर रही है, ऐसा कुछ नहीं है, ना हमारा इरादा था। रही बात हमारे किसान नेता सही दिशा में चल रहे हैं और उनके पीछे हम जी जान से तैयार भी हैं। जैसे अब कल की एक न्यूज़ और भी चल रही है टीवी पे, कि भाई राकेश टिकैत जी की 80 करोड़ की संपत्ति है और बोले उनका काम एज इट इज जारी है। भाई उनका 2200 समथिंग कुंटल गन्ना अब भी गया मिल में। अरे और क्या उस गन्ना में वो आग लगाएगा? जाए तो गाई, कोई तो काम करेगा। अब यहाँ क्या हम सारे थोड़े ही हैं, हमारे घरों से एक दो आदमी घर से आए हुआ हमारे काम। अगर हम वहाँ काम नहीं होगा तो हमारा आंदोलन भी फेल हो जाएगा। आंदोलन के लिए हमें पैसे की भी ज़रूरत है, खाने की भी ज़रूरत है, पानी की भी ज़रूरत है। सरकार ये चालें चल रही है, बहुत सारा नेशनल मीडिया ऐसी खबरें लेके आता है कि इसमें आंदोलन में फुट पै जाए, जो हमारे नेता हैं इनमें आपस में ये अलग अलग हो जाए, वो कोशिश करते रहते हैं। लेकिन किसान नेता अभी भी एकजुट हैं, किसान भी एकजुट हैं। हमारे साथ और भी भाई खड़े हैं हरियाणा से। वो आपकी महापंचायत है, जो उन्होंने बहुत सारे फैसले लिए हैं। आपकी जो प्रधानमंत्री है, मुख्यमंत्री है खट्टर के लिए, कौन कौन से फैसले लिए हैं? कहाँ कहाँ महापंचायत हुई है? महापंचायतें दिल्ली हर रोज टोल प्लाजा में जी, हर जगह पंचायत होने लग रही है। आज चुड़ूनी साहब मुकड़ोली टोल प्लाजा पे जाएंगे जी, और ये चारों तरफ से डेली महापंचायतें कर रहे हैं।
और जैसे हम मीडिया में देख रहे हैं कि ये बोला है कि खट्टर सरकार के विरुद्ध फतवा पास किया है, फतवे का क्या मतलब है? फतवे का ये मतलब है कि इस सरकार या सरकार नकारा है, ये योग्य नहीं है हरियाणा के लिए, योग्य सरकार नहीं है और इनको किसी भी गांव में घुसने नहीं देना। लगता है कि सत्ता पलटेगी, एक राजनीतिक बदलाव वो आएगा। बदलाव हमारा उद्देश्य नहीं है, बदलाव हमारा उद्देश्य नहीं है, हमारा है ये काले कानूनों को सरकार वापस ले। जी, वापस लेने की मांग लगातार जो किसान कर रहे हैं। किसानों के साथ बात की, यही निकला कि बहुत सारे किसान यही चाहते हैं कि जो हमारे नौजवान हैं गिरफ्तार किए हैं, उनके लिए भी जो हमारा संयुक्त किसान मोर्चा है वो कुछ ना कुछ काम करे। लगातार किसान यहाँ पे डटे हुए हैं, बहुत संख्या में किसान आ रहे हैं। ਤੁਸੀਂ ਪੰਜਾਬ ਤੋਂ ਜੀ? ਹਾਂਜੀ ਪੰਜਾਬ ਤੋਂ। ਕਿਹੜਾ ਜ਼ਿਲ੍ਹਾ ਜੀ? ਫਰੀਦਕੋਟ ਜੀ। ਅੱਛਾ, ਕਿਹੜਾ ਪਿੰਡ ਹੈ ਜੀ? ਵੀਰੇ ਵਾਲਾ ਕਲਾਂ। ਅੱਛਾ, ਵੀਰੇ ਵਾਲਾ ਕਲਾਂ। ਕੀ ਕਹਿਣਾ ਚਾਹੁੰਦੇ ਹੋ, ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ? ਸਰਕਾਰ ਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਕਾਲੇ ਕਾਨੂੰਨ ਹੈ ਉਹ ਵਾਪਸ ਲੈ ਜਾਣ, ਅਸੀਂ ਆਪਦੇ ਘਰਾਂ ਨੂੰ ਪੜ੍ਹਦੇ ਜੀ। ਉਹਨਾਂ ਚਿਰ ਡਟੇ ਰਹੋਗੇ? ਉਹਨਾਂ ਚਿਰ ਮਰਨਾ ਮਨਜ਼ੂਰ ਹੈ ਜੀ, ਇੱਥੋਂ ਨਹੀਂ ਹਿੱਲਣਾ ਜੀ। ਤੁਸੀਂ ਦੇਖ ਰਹੇ ਹੋ ਕਿ ਜਜ਼ਬਾ ਬਰਕਰਾਰ ਹੈ, ਮਰਨਾ ਮਨਜ਼ੂਰ ਹੈ, ਪਰ ਜਿੰਨਾ ਚਿਰ ਇਹ ਕਾਲੇ ਕਾਨੂੰਨ ਆ ਜਿਹੜੇ ਉਹ ਵਾਪਸ ਨਹੀਂ ਹੁੰਦੇ, ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ। ਸਾਡੇ ਨਾਲ ਹੋਰ ਬਾਈ ਵੀ ਹੈਗੇ, ਉਹਨਾਂ ਨਾਲ ਗੱਲਬਾਤ ਕਰਦੇ ਆਂ। हाँ जी भाई जी, राम राम। राम राम भाई जी। क्या नाम है? भाई जी मैं महेंद्र सिंह, बैनीवाल गांव मोचेवाली, जिला फतेहाबाद, हरियाणा। कितने लोग आपके गांव से यहाँ पे हैं? भाई साहब 25 आदमी तो हर टाइम यहाँ रहते हैं, बाकी 10 दिन रहो 15 दिन रहो, मैं तो शुरू से यहाँ डटा हुआ हूँ। हमारे 20-25 आदमी चले जाते हैं और दूसरे 20-25 लोग यहाँ पर आ जाते हैं। और आंदोलन के बारे में क्या विचार रखते हो? आंदोलन लगातार चल रहा है, बहुत सारे पड़ाव ऐसे भी आए, पर अब आंदोलन को कैसे देखते हो? भाई साहब आंदोलन तो जब तक ये तीनों काले कानून वापस नहीं ले लेगी सरकार है, जब तक चाहे हमारे को कितने भी वर्ष लग जाए, महीनों की तो बात ये लगा, महीनों से तो हम बैठे ही यहाँ, चाहे सालों भी गुजर जाए, हम जब तक ये तीनों कानून वापस नहीं होंगे हम यहाँ से वापस नहीं जाएंगे। जब ये तीनों कानून वापस करा के ही इज्जत के साथ हमारे जमींदार जो है वो घर जाएंगे, बेइज्जती करा के हम नहीं जाएंगे। जो ये सरकार हमारी बेइज्जती कर रही है ना, आंदोलन को खराब करने का, आंदोलन को कुचलने का काम कर रही है सरकार है, वो हमें कभी मंजूर नहीं होगा। हमारे देश के प्रधानमंत्री आंदोलनकारियों को अलग अलग तरह के नाम दे रहे हैं, क्या कहना चाहते हो? भाई वो कुर्सी पे बैठे कुछ भी कैसे है, उसकी मर्जी है, उसको कुर्सी पे बिठाने वाले भी हम हैं और कल ना उतारा भी हम ही उसको कुर्सी पे से, ठीक है ना बात है, वो उसकी मर्जी है, कुछ बोलो, लेकिन जितना झूठ बोल रहे हैं वो उतनी उनके कुपेचा होगी। जितना झूठ बोल रहे हैं वो सारा झूठ बोल रहे हैं। भाई हम 15 लाख रुपए देंगे हर आदमी को, कर्जा माफ करेंगे, इतनी करोड़ नौकरियां देंगे, दिया कुछ? अगर किसी ने दिया हो तो बताओ, वो आप उनसे भी सवाल करो ना, जो आपने वादे किए थे वो जनता के आपने पूरे करें। लोकतंत्र है, हमारी आज़ादी है, हम आंदोलन कर कहा, लेकिन वो उनकी मर्जी, वो कुछ भी कहे सरकार, वो उनका अलग बात। भाई साहब ये बात भी है कि गलती तो हमसे भी हुई है, हमने अपना मतदान किया, हमने उनको सिलेक्ट किया और ऊपर बैठा लिया, अब खेती के खिलाफ वो कानून लेके आए हैं, अब हम उनको बुरा कह रहे हैं। जब हम मतदान करते हैं तब हम नहीं सोचते ये बातें, लगता है कि इसके बाद सोचनी चाहिए। बिल्कुल सोचेंगे, इसमें कोई दो राय को नहीं। हमें लगा भाई पहले वाली जो सरकार थी वो निकम्मी थी, हमने बदलाव किया इसलिए अगली सरकार जो आएगी वो ठीक आएगी और हमारी सुनेगी, प्रजा की सुनेगी, किसान की सुनेगी, मजदूर की सुनेगी, व्यापारी की सुनेगी। लेकिन हमने ये सोच के वोट किया था वो सुनेगी। अगर ये सरकार नहीं सुन रही है तो हम फिर भी बदलाव ले आएंगे। ये बदलाव ले आने वाली ये जनता है, जनता कभी बदलाव ले आ सकती है। और मोदी जी को ये घमंड है भाई तेरे को 3 साल और बाकी रह रहे हैं, कोई रोक नहीं सकता, लेकिन ये प्रजा चाहेगी ना, ये 3 साल भी पूरे नहीं होने देंगे मोदी जी की, ये भी एक बात है। प्रजा है, प्रजा कब भी चाहे तो कुर्सी से नीचे उठा लिया होगी मोदी जी को, कोई दिक्कत होनी इस बात में। ये भी बोल रहे हैं कि आंदोलन ख़त्म कर दो, बुजुर्ग को कहते हैं कि वापस चले जाओ, और बार बार सिख भाइयों की बात करते हैं कि सिख भाई किसी के बहकावे में आ गए हैं, ऐसा क्यों कह रहे हैं? बार बार उनको को टारगेट किया जा रहा है। उनको आप ये पूछो भाई, अगर हम उनके बहकावे में आते वे मैंने कह रहे हैं कांग्रेस के बहकावे में आ गए, तो हमने कांग्रेस को वोट क्यों नहीं दिया? अगर कांग्रेस के बहकावे में आते तो दोबारा हम कांग्रेस की सरकार बनाते, मोदी को वोट क्यों देते?
ये फिजूल की बातें हैं। हम किसी के बहकावे में नहीं, हमारा किसी भी राजनीति पार्टी से कोई मतलब नहीं है। हम सिर्फ किसान मजदूर हमारी लड़ाई लड़ रहे हैं। किसी पार्टी का हमारे से कोई लेना देना नहीं है, किसी पार्टी के साथ नहीं है। हम किसी पार्टी को कोई मत साझा नहीं करने देते। हमें कोई वक्ता हमारे बीच में नहीं, कोई पार्टी का। हमारा किसान और मजदूर का नारा है, और ये तीनों काले कानून वापस करने पड़ेंगे सरकार को। आप ये बोल रहे हो कि आप किसी को मंच साझा नहीं करने देते, लेकिन राकेश टिकैत की बात करें तो उनके पास तो पंजाब से श्रोमणी अकाली दल के प्रधान सुखबीर सिंह बादल भी पहुंचे, केजरीवाल भी पहुंचे, और उसके दौरान ही जो अपना नौजवान एक शहीद हुआ था उसके भोग पे कांग्रेस के महालीडर भी पहुंचे। आप तो कह रहे हैं मंच शेयर नहीं करना चाहते देते, पर वो तो मंच पे पहुंच गए ऑलरेडी। देखिए, पहुंचने की बात अलग है। अगर कोई हमारे साथ अब राम रमी करने आ जाए तो हमने उनका मैं तुम्हारे पास क्यों आया, लेकिन मंच पे बोलने दिया हो तो किसी को आप बता सकते हो। संयुक्त किसान मोर्चा तो नजदीक ही नहीं लगने देता, वो तो आंदोलन में आने नहीं देता, मंच तो बहुत दूर है। नहीं, आने के लिए वेलकम है। देखो, कोई भी आदमी आ सका, उसका वेलकम। हम यूँ थोड़ी कह सका तो हमारे साथ ना आवे, लेकिन उनकी पार्टी का कोई हमारे साथ कोई लेना देना, कोई मंच साझा, कोई बोलना चलना, किसी पार्टी के साथ हमारा कोई मतलब नहीं है। वो आए, वेलकम है, कोई भी आए। यूँ तो कह कौन सा कोई आदमी आ गया तू वापिस आवे, तू हमारे पास क्यों आया, लेकिन मत साझा किसी के साथ नहीं है। पंजाब में तो ये बात भी किसान करते हैं, पंजाब के किसान के हमने बाईकाट कर दिया। हमने तो गांव के बाहर पोस्टर लगवा दिए कि कोई भी जो राजनीतिक पार्टी है हमारे गांव में प्रवेश ना करे। आपके गांव में भी ऐसा कुछ है? देखिए, सबसे पहले तो मैं पंजाब वाले किसान भाइयों का आदर सत्कार करूंगा कि उन्होंने ये आंदोलन उठाया और उनके कहे के अनुसार हम चल रहे हैं। अगर उनने ये मना कर दिया तो हमारे गांव में भी ये सिलसिला चल रहा है। चाहे कोई भी पार्टी का, बीजेपी का, जेजेपी का कोई भी लीडर गांव में आकर नहीं घुसने देंगे। और ये तो सबने पता है भाई, जब कैमला गांव में, करनाल में मुख्यमंत्री का हेलीकॉप्टर नहीं उतरने दिया लोगों ने, उसको तो डूब मरना चाहिए। वो मुख्यमंत्री की कुर्सी पर बैठा क्यों है, ये समझ में नहीं आ रही उन लोगों को। जब आज वो हरियाणा प्रदेश का मुख्यमंत्री है और वो आज वो नहीं को मैं पंचायत करूंगा, वो महापंचायत करे यहाँ बॉर्डरों पे आके करो हमारे पास है। वहाँ पर कैमला गांव में क्या समझाने गया था? वो जो किसान है, मजदूर है, वो तो सारे बॉर्डर पे बैठे हैं, और फिर भी उसकी हिम्मत हुई कि उसका हेलीकॉप्टर उतरने दिया। भाई उतरने भी कौन दिया, आगे भी कौन उतरने दिया, और गाँव में कौन बढ़न दिया? बीजेपी जेजेपी का कोई भी कार्यकर्ता हो चाहिए, गाँव में कौन बढ़न दिया। हरियाणा में भी वही बात है कि जैसे पंजाब में बाईकाट किया जाएगा, हरियाणा के गांव-गांव में भी ऐसा ही कुछ चल रहा है। हमारे साथ और भी लोग मौजूद हैं। हाँ जी, राम राम। राम राम जी। क्या नाम है आपका और कौन सा गाँव है, कौन सा जिला? भरत सिंह नाम है जी। गांव खानपुर है, तहसील हांसी, जिला हिसार। क्या कहना चाहते हो? मैं आप कविता लिख के ले आऊँ जी। बोलिए। मोदी जी कहते थे कि देशों से काला धन लाएंगे। काला धन लाने की बजाय किसानों के खिलाफ तीन काले कानून ला दिए। ये जो कानून बनाए ये सभी वर्गों के खिलाफ हैं। ये आंदोलन किसानों का ही नहीं, सभी बल्कि सर्व समाज का आंदोलन है। ये कानून बड़े बड़े कारपोरेट घरानों के फायदा पहुंचाने के लिए बनाए गए हैं। ये कारपोरेट घराने मन मर्जी से के रेट पर फसल खरीदेंगे और फसल का भंडारण करके मन मर्जी के रेट पर यानी उपभोक्ता को 100 रुपये किलो आटा देंगे। इससे महंगाई बढ़ेगी, जो कि आम नागरिक की कमर तोड़ेगी। पूंजीपतियों को फायदा पहुंचाने के लिए किसानों को मारा जा रहा है। अच्छा, ये एक कविता बनाई है। सुन ले मोदी, सुन ले मोदी, किसानों की बात सुन ले मोदी। किसानों के खिलाफ तीन काले कानून बनाकर बहुत बड़ी खाई खोदी। झूठ बोलने का ठिकाना को नहीं, आपकी सरकार निकली बोदी। जय जवान जय किसान लड़ा दिए, अब आगे कर ले सोती चुनाव आना के लिए कर ले सोती। अब भी इज्जत बचानी है तो MSP की गारंटी का कानून बना दो। तीनों काले कानून निरस्त कराकर दिल्ली बॉर्डर से किसानों को घर भिजवा दो। बड़ी मुश्किल से देश आज़ाद कराया था, अब दोबारा ईस्ट इंडिया कंपनी ला दी। बाप बेटे भाई भाई आमने सामने लड़ा दिए, ये देश में ये आग लगा दी। 11 बार समझौते के लिए किसान नेता बुलाए, हमको कब तक बहकाएंगे। ये काले कानून वापिस नहीं लिए तो ये किसान घर वापिस नहीं जाएंगे। किसान वापस घर नहीं जाएंगे जी। एक और है जी।
अच्छा एक और सुन लियो जी, अच्छे दिन कह के सरकार बनाई नरेंद्र मोदी, झूठ बोलने का ठिकाना को नहीं, आपकी सरकार निकली बोती। आप कहते थे विदेशों से काला धन लावांगे, वो तो नहीं लाए। कहते थे हर नागरिक के खाते में 15 लाख रुपए भेजेंगे, वो भी नहीं भिजवाए। कहते थे हर साल युवाओं को 2 करोड़ रोजगार देंगे, आपने जनता खूब बकाई, रोजगार तो आपने दिए नहीं। युवाओं को पकोड़े तलन की बात जरूर बताई, हाँ जरूर बताई। किसानों के खिलाफ 3 काले कानून बना दिए, किसानों की बात की नहीं करी सुनवाई। राज्यसभा में वोटिंग न करवा कर आपने तो लोकतंत्र की भी हत्या करवाई। हाँ, पूंजीपतियों को फायदा पहुंचाने के लिए किसानों को मारा जा रहा है। हाँ, ये हमारी है कि बात। ये आपने सारा प्रोग्राम देखिया, किसानां नाल गलबात, पंजाब ते हरियाणा के किसानां नाल गलबात कीती। बापू जी ने अपने विचार, अपना रोस एक कविता राही जिहड़ा जग ज़ाहिर कीता। गल उही है कि ਜਦੋਂ तक ये 3 काले कानून रद्द नहीं होंदे, मुकम्मल तौर पर रद्द नहीं होंदे, उदों तक किसान है जिहड़े डटे रहणगे। जे गल करिए पिछले समय की सुप्रीम कोर्ट ने आरजी तौर पर जिहड़ी रोक लगाउण दा प्रस्ताव है वो दिता सी, सरकार ने भी दिता सी, पर साडे किसान तावां ने वो ठुकरा दिता सी कि 1.5 साल का प्रस्ताव सानू नहीं मंजूर। उस तो बाद एक मीटिंग हुई जिहड़ी कि बेसिट्टा रही। उस तो बाद 26 तरीक का प्रोग्राम होया। उस तो बाद 6 तरीक की कॉल जिहड़ी है भारत बंद की कॉल दी गई। उस तो बाद हुण जिहड़े 4 फैसले आ जिहड़े संयुक्त किसान मोर्चे वालों लए गए आ कि असी रेल रोकांगे 12 वजे तो लैके दोपहर 4 बजे तक रेल रोको का प्रोग्राम है। ਉਹਦੇ ਲਈ भी किसानां तक जिहड़ी आवाज़ पहुँचाई जा रही है। होर बहुत सारे प्रोग्राम आ जिहड़े आउण वाले समय दे विच किसानां नूं दित्ते जाणगे, क्योंकि लंबे समय तो किसान डटे होए आ। एक्शन प्लान देना बहुत जरूरी है, क्योंकि एक्शन प्लान देना इस करके जरूरी है क्योंकि किसान डटे हुए आ। रोज़ाना किसान उठते आ, रोटी पानी बनाते आ, छकते आ, अंदोलन दीयां गल्लां करते आ ते रात बतीत करते आ, सवेरे फिर उठते आ। ਜਦੋਂ तक एक्शन प्लान कोई नहीं दिता जाता उदों तक इन्हां विच जोश नहीं आउंदा, उदों तक साडे जिहड़े घरां विच बैठे किसान वो दिल्ली वाल नहीं पहुँचते। जेकर हाड़ी की गल करिए, हाड़ी नेड़े आ रही है, वाढी नेड़े आ रही है, उहदे लई भी किसानां वल्लों तैयारियां जिहड़ियां वो कीतियां गईयां कि जत्थे बना के काम कीते जाणगे। जिहड़े पिंडां दे विच लोक है ਉਹ ਜਿਹੜੇ किसान भाई इत्थे डटे हुए आ उन्हां दा हੱਥ ਵਡਾਉਣਗੇ, उन्हां दा ਜਿਹੜਾ सहयोग है वो करनगे। ਜਾਂਦੇ ਜਾਂਦੇ ਬਾਈ ਜੀ ਕੁਝ ਕਹਿਣਾ ਚਾਹੁੰਦੇ ਆ? ਹਾਂਜੀ ਬਾਈ ਜੀ। मैं जी ਜਾਂਦੇ ਜਾਂਦੇ ਇੱਕ ਕਿਸਾਨ ਆਗੂਆਂ ਨੂੰ ਸਪੈਸ਼ਲ ਸੰਦੇਸ਼ ਦੇਣਾ ਚਾਹਣਾ ਕਿ ਇੱਕ ਤਾਂ ਜਿਹੜੀ ਸਾਡੇ ਆਮ ਲੋਕ ਨੇ, ਜਿਹੜੇ ਨੌਜਵਾਨ ਸੀ ਜਾਂ ਭੈਣਾਂ ਬੀਬੀਆਂ ਜਿਨ੍ਹਾਂ ਨੂੰ ਅਰੈਸਟ ਕਰਿਆ ਗਿਆ, ਉਹਨਾਂ ਦੇ ਵਾਸਤੇ ਜੋ ਕਾਰਵਾਈ ਹੈ ਉਹ ਬੜੀ ਜਲਦੀ ਤੇ ਵੱਡੇ ਪੱਧਰ ਤੇ ਕੀਤੀ ਜਾਏ ਤਾਂ ਕਿ ਉਹ ਵਾਪਸ ਆ ਸਕਣ। दूसरा मैं किसान आगूआं अगे एक निवेदन होर करना चाहना कि आपां नूं अज बार्डरां ते बैठे नूं 76 दिन हो गए जी, तो मोदी सरकार हाले भी मस्त तो तस नहीं हुई जमा भी। तो मेरा जो मनना है, अज दी जो नौजवान सोच है वो ये कहती है कि जिन्ना तक आपां दिल्ली नूं प्रॉपर दुख ना देंगे उन्ना तक मोदी मनना नहीं। तो दिल्ली नूं प्रॉपर दुख देण वास्ते जे जो भी किसान आगू अगे दा प्लान बनाउंदे ने उन्हां प्लानां विच खास करके जो दिल्ली दा हुक्का पानी है उस नूं प्रॉपर तौर ते बंद किया जाए। जिवें कि दिल्ली नूं पानी मिलदा अपने हरियाणा पंजाब तो या होर भी कुछ चीज़ां ने, खास करके किसान आगू ध्यान देण क्योंकि नौजवान बॉर्डरां ते बैठे बैठे कुछ नौजवान तो मायूस हो चुके हैं कि 76 दिन हो गए कोई साडे सख्त प्लान नहीं, सरकार ते कोई असर नहीं, असीं किन्ने दिन होर बैठांगे अगर यही हाल रहेगा तो। क्योंकि इत्थे बैठ के रोटी खा के सो जाइदा, रात को फिर रोटी बनाई सो गए, दिमाग च कुछ नवी चीज़ नहीं आएगी। तो किसान आगू जो भी प्रोग्राम बनान वो प्रोग्राम घट तो घट ज़्यादा नहीं तो 6 घंटे पहले जो किसान बैठे ने उन्हां तक वो प्रोग्राम पहुँचे, ताकि पिछली बार की तरह जो ट्रैक्टर यात्रा हुई या 26 तरीक वाला अंदोलन होया जिसका कुछ मिसयूज भी होया, उस अंदोलन की वो मिसयूज होने का सब तो वड्डा कारण सी कि सानू प्रॉपर जानकारी ना मिल पाना, सानू प्रॉपर जानकारी ना मिल पाना। जो किसान आगूआं ने दिल्ली सरकार नाल गल कीती या दिल्ली पुलिस नाल गल कीती, ਜਿਹੜੇ बैरीगेड साढ़े 8 बजे खुलने चाहिए सी वो बैरीगेड साढ़े 11 बजे 11:30 12 बजे तक नहीं खुले, उस करके मंदभागी घटना हुई सी। ਤੁਸੀਂ ਇਹ ਵੀ ਮੰਨਦੇ ਹੋ ਕਿ ਜਿਹੜਾ ਰੋਡ ਮੈਪ ਸੀ ਉਹ ਨਹੀਂ ਪਹੁੰਚ ਸਕਿਆ ਕਿਸਾਨਾਂ ਦੇ ਤੱਕ ਤੇ
ਲੱਗਦਾ ਕਿ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਇਹ ਫੇਲੀਅਰ ਰਿਹਾ ਕਿ ਉਹ ਸਮੇਂ ਸਿਰ ਜਿਹੜਾ ਇਹ ਸੁਨੇਹਾ ਉਹ ਨਹੀਂ ਪਹੁੰਚਾ ਸਕੇ ਕਿਸਾਨਾਂ ਤੱਕ। ਬਿਲਕੁਲ ਜੀ, ਇਸ ਗੱਲ ਦੀ ਕੋਈ ਦੋ ਰਾਏ ਨਹੀਂ ਹੈ। ਵੱਡੇ ਬਜ਼ੁਰਗ ਵੀ ਕਹਿੰਦੇ ਨੇ ਅਗਰ ਬੰਦਾ ਗਲਤੀ ਕਰ ਲੇ ਤਾਂ ਉਸ ਗਲਤੀ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ। ਉਹਦੇ ਨਾਲ ਬੰਦਾ ਥੱਲੇ ਨਹੀਂ ਹੁੰਦਾ, ਅੱਗੇ ਵਾਸਤੇ ਸਿੱਖਿਆ ਮਿਲਦੀ ਬੰਦੇ ਨੂੰ। ਤੇ ਇਹ ਕਿਸਾਨ ਆਗੂਆਂ ਦੀ ਥੋੜਾ ਜਿਹਾ ਮਾਈਨਸ ਪੁਆਇੰਟ ਰਿਹਾ ਕਿ ਜਿਹੜੀਆਂ ਸੂਚਨਾਵਾਂ ਸੰਯੁਕਤ ਮੋਰਚੇ ਤੋਂ ਚੱਲਦੀਆਂ ਨੇ ਉਹ ਲਗਭਗ 60% ਕਿਸਾਨਾਂ ਤੱਕ ਨਹੀਂ ਪਹੁੰਚਦੀ। ਇਹ ਮੈਂ ਬੜੇ ਦਾਅਵੇ ਨਾਲ ਗੱਲ ਕਹਿ ਰਿਹਾ ਕਿਉਂਕਿ ਅਸੀਂ 830 ਨੰਬਰ ਪਿੱਲਰ ਤੇ ਬੈਠੇ ਹਾਂ ਤੇ ਲਗਭਗ ਜੋ 26 ਤਰੀਕ ਵਾਲਾ ਰੋਡ ਮੈਪ ਸੀ ਉਹਦੀ ਜਾਣਕਾਰੀ ਵੀ 60% ਕਿਸਾਨਾਂ ਤੱਕ ਪ੍ਰੋਪਰ ਤਰੀਕੇ ਨਾਲ ਨਹੀਂ ਪਹੁੰਚੀ, ਜਿੰਦੇ ਕਾਰਨ ਇਹ ਘਟਨਾ ਜੋ ਵਾਪਰੀ ਹੈ ਉਸ ਤੇ ਸਾਨੂੰ ਪਛਤਾਤਾਪ ਕਰਨਾ ਚਾਹੀਦਾ ਤੇ ਅੱਗੇ ਵਾਸਤੇ ਜੋ ਵੀ ਪਲਾਨ ਬਣਾਏ ਜਾਣ ਉਹਨਾਂ ਪਲਾਨਾਂ ਦੀ ਜਾਣਕਾਰੀ ਕਿਸਾਨਾਂ ਨੂੰ ਜ਼ਿਆਦਾ ਨਹੀਂ ਤਾਂ 6 ਘੰਟੇ ਪਹਿਲੇ ਜ਼ਰੂਰ ਦਿੱਤੀ ਜਾਏ, ਕਿਉਂਕਿ ਹਰ ਇੱਕ ਕਿਸਾਨ ਡੇਲੀ ਬਾਰਡਰ ਤੇ ਨਹੀਂ ਪਹੁੰਚ ਸਕਦਾ। ਕਿਉਂਕਿ ਕਈ ਤਾਂ ਵੀਰ ਬੈਠੇ ਨੇ ਆਪਣੇ ਬਾਈਪਾਸ ਤੇ, ਉਹਨਾਂ ਨੂੰ 20 ਕਿਲੋਮੀਟਰ ਹੈ ਜੀ, 20 ਕਿਲੋਮੀਟਰ ਪੈਦਲ ਚੱਲ ਕੇ ਆਣਾ ਜਾਂ ਸਾਧਨ ਲੈ ਕੇ ਆਣਾ, ਮੰਨ ਕੇ ਚਲੋ 5 ਘੰਟੇ ਲੱਗਦੇ ਨੇ ਜਾਮ ਦੇ ਵਿੱਚ। ਇਸ ਕਾਰਨ ਉਹ ਕੁਝ ਨਹੀਂ ਪਹੁੰਚ ਸਕਦੇ, ਪਰ ਉਹਨਾਂ ਤੋਂ ਸੂਚਨਾ ਨਹੀਂ ਮਿਲਦੀ। ਇਹ ਸੂਚਨਾ ਦਾ ਜੋ ਜ਼ਰੀਆ ਹੈ, ਕਿਸਾਨਾਂ ਨੇ ਕੁਝ ਕਿਸਾਨ ਆਗੂਆਂ ਨੇ ਆਪਣੇ ਗੱਡੀਆਂ ਲਾ ਰੱਖੀਆਂ ਨੇ, ਉਹਨਾਂ ਗੱਡੀਆਂ ਦੇ ਰਾਹੀਂ ਜਾਂ ਮੈਸੇਜ ਦੇ ਰਾਹੀਂ ਜਾਂ ਕੁਝ ਐਸਾ ਪਲੇਟਫਾਰਮ ਬਣਾਇਆ ਜਾਏ ਜਿੰਦੇ ਨਾਲ ਕਿਸਾਨਾਂ ਨੂੰ ਇਹ ਹਰ ਇੱਕ ਤਰ੍ਹਾਂ ਦੀ ਸੂਚਨਾ ਜੋ ਹੈ ਕਿਸਾਨ ਆਗੂਆਂ ਦੁਆਰਾ ਦਿੱਤੀ ਜਾਂਦੀ ਹੈ ਉਹ ਸਾਡੇ ਤੱਕ ਪਹੁੰਚਾਈ ਜਾਏ, ਤਾਂ ਕਿ ਇਹ ਅੰਦੋਲਨ ਹੋਰ ਵੀ ਮਜ਼ਬੂਤ ਹੋ ਸਕੇ ਤੇ ਇਸ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਲੌਟ ਸਕਣ।